1196 ਅੰਗ 'ਤੇ ਹੀ ਹੈਗੇ ਆ ਜੀ। ਰਵਿਦਾਸ ਜੀ ਦੀ ਬਾਣੀ, ਉਹਨਾਂ ਦਾ ਸ਼ਬਦ ਲੈ ਰਹੇ ਹਾਂ। ਰਾਗ ਜਿਹੜਾ ਹੈਗਾ ਇਹ ਬਸੰਤ ਰਾਗ ਹੈਗਾ। अंग 1196 1196 बसंत बाणी रविदास जी की एक ओंकार सतगुर प्रसाद। ये बाणी हैगी भाई, इन्हें बना देना है आपां नूं। देख लो, इन्हें आपां नूं ਉਹ ਮਾਲਕ ਪਰਮਾਤਮਾ ਜਿਹੜਾ ਜਿਹੋ ਜਿਹਾ ਚਾਹੁੰਦਾ ਹੈਗਾ ਉਹੇ ਜਿਹਾ ਆਪਾਂ ਨੂੰ ਬਣਾ ਦੇਣਾ, ਜੇ ਆਪਾਂ ਇਹ ਬਾਣੀ ਦੇ ਅਨੁਸਾਰ ਚੱਲਾਂਗੇ ਤਾਂ। बसंत बाणी रविदास जी की एक ओंकार सतगुर प्रसाद। तुझे सुजनता कछ नाहे, पहरावा देखे ऊभ जाए। गर्भवती का नाही ठाव, तेरी गर्दने ऊपर लवै कांव। ये लवै का वर्ड है जिहड़ा हैगा, ये लवै का मतलब हुंदा है भी नेड़े नहीं, लवै का मतलब है लौं लौं कर रहा है। तेरी गर्दन के उत्ते ਕਾਂ बोल रहा है। काल जिहड़ा है बिल्कुल जिहड़ा हैगा ਤਿਆਰ बैठा है तेरी खुंब ठप्पण वास्ते। वो देख रहा है बई ਇਹਦਾ टाइम होया, जद ही उन्हें जिहड़ा हैगा तेरा वक कर देना, तेरे श्वास कर देने उन्हें बंद, और तेरा शरीर डिग पैना है और आत्मा नूं लै जाना उन्होंने। ਇਹਦੇ ਵਾਸਤੇ ਤਿਆਰ ਬੈਠਾ ਹੈ। ਲਵੇ ਹੀ ਆ ਤੇਰੀ ਗਰਦਨ ਦੇ, ਗਰਦਨ ਤੇ ਬੋਲ ਰਿਹਾ ਹੈ। ਤੇਰੀ ਗਰਦਨ ਉੱਪਰ ਲਵੇ ਖਾਓ। ਔਰ ਤੂੰ ਕੀ ਕਰ ਰਹੀ ਹੈ? ਆਪਾਂ ਕੀ ਕਰ ਰਹੇ ਹਾਂ? ਇਨਸਾਨ ਕੀ ਕਰ ਰਿਹਾ ਹੈ? ਤੁਝੇ ਸੁਜਨਤਾ ਕਛ ਨਾਹੇ, ਤੈਨੂੰ ਨਹੀਂ ਕੁਛ ਵੀ ਪਤਾ ਲੱਗ ਰਿਹਾ। ਬੜੇ ਸਵਾਦ ਲੈ ਰਹੇ ਆ, ਬੜਾ ਚੋਗਾ ਖਾ ਰਹੇ ਆ, ਬੜੇ ਜਿਹੜਾ ਹੈਗਾ ਦੇਖ ਲਾ ਪੰਜਾਂ ਗਿਆਨ ਇੰਦਰੀਆਂ ਦੇ ਨਾਲ ਦਬਾ ਦਬ ਛਕੀ ਜਾ ਰਹੇ ਆ। ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਜੀਭ ਦੇ ਨਾਲ, ਚਮੜੀ ਦੇ ਨਾਲ। ਦੇਖੋ ਹਰ ਇੱਕ ਚੀਜ਼, ਹਰ ਇੱਕ ਇੰਦਰੀ ਜਿਹੜੀ ਆਪਣ ਆਪਣੀ ਫੀਲਡ 'ਚ ਹੈ ਔਰ ਆਪਾਂ ਨੂੰ ਪੂਰੀ ਤਰ੍ਹਾਂ ਭਰਮਾ ਰਹੀ ਹੈ। ਔਰ ਆਪਾਂ ਜਿਹੜਾ ਪੂਰੀ ਤਰ੍ਹਾਂ ਜਿਹੜਾ ਹੈਗੇ ਉਹਨਾਂ ਦੇ ਕਾਬੂ ਦੇ ਵਿੱਚ ਹੈਗੇ ਆ। ਇਹ ਆਤਮਾ ਨੂੰ ਪਤਾ ਹੀ ਨਹੀਂ ਹੈ, ਭੋਗ ਕਰੀ ਜਾ ਰਹੀ ਹੈ ਨਾਲ, ਮਨ ਦੇ ਨਾਲ ਮਿਲ ਕੇ ਜਿਹੜਾ ਹੈਗਾ ਸਰੀਰ ਮਿਲਿਆ ਹੋਇਆ ਔਰ ਸਵਾਦ ਦੇ ਰਿਹਾ, ਸਿਰਫ ਸਵਾਦ ਦੇ ਰਿਹਾ ਹੈ, ਰੱਜ ਨਹੀਂ ਦੇ ਰਿਹਾ ਹੈ। ਇਹ ਜਿੰਨੇ ਵੀ ਭੋਗ, ਜਿੰਨੇ ਵੀ ਦੁਨੀਆ ਦੇ ਪਦਾਰਥ ਆਪਾਂ ਲੈ ਰਹੇ ਹਾਂ, ਇਹਦੇ ਵਿੱਚ ਰੱਜ ਨਹੀਂ ਆ ਰਿਹਾ, ਸਿਰਫ ਸਵਾਦ ਆ ਰਿਹਾ ਬਸ। ਇਹ ਸਵਾਦ ਦੇ ਨਾਲ ਹੀ ਫਸੇ ਹੋਏ ਹਾਂ ਆਪਾਂ। ਤੁਝੇ ਸੁਜਨਤਾ ਕਛ ਨਾ ਹੈ, ਕੁਛ ਵੀ ਨਹੀਂ ਸੂਝ ਰਿਹਾ ਆਪਾਂ ਨੂੰ। ਪਹਿਰਾਵਾ ਦੇਖੇ ਊਬ ਜਾਏ, ਬਸ ਊਬ ਕਹਿੰਦੇ ਆ ਉੱਪਰ ਨੂੰ ਖੜੇ ਹੋ ਜਾਣਾ। ਇਹ ਯੂਪੀ ਦੀ ਬੋਲੀ ਹੈ, ਉਭਾ। ਕਹਿੰਦੇ ਇੰਨੀ ਆਕੜ ਤੇਰੇ ਅੰਦਰ, ਆ ਜਿਹੜਾ ਪਹਿਰਾਵਾ ਤੈਨੂੰ ਜਿਹੜਾ ਹੈਗਾ, ਇਹ ਬਾਹਰੀ ਪਹਿਰਾਵੇ ਦੀ ਗੱਲ ਨਹੀਂ। ਆਪਣਾ ਪਹਿਰਾਵਾ ਆਪਣੇ ਆਪਾਂ ਤਾਂ ਹੈ ਹੀ ਨਹੀਂ ਹੈ ਜੋ ਆਪਾਂ ਨੂੰ ਤਾਂ ਇਹ ਕੱਪੜਾ ਹੈਗਾ ਆਪਣੇ, ਆਪਾਂ ਨੇ ਤਾਂ ਸਰੀਰ ਤਾਂ ਕੱਪੜਾ ਹੈਗਾ। ਕਹਿੰਦੇ ਪਹਿਰਾਵਾ ਤੈਨੂੰ ਮਿਲਿਆ ਹੋਇਆ ਆ, ਮਾਲਕ ਨੇ ਪਹਿਰਾਵਾ ਦਿੱਤਾ ਆ। ਦੇਖ ਤੇਰੀ ਮਾਂ ਨੇ 9 ਮਹੀਨੇ ਪੇਟ ਦੇ ਵਿੱਚ ਰੱਖ ਕੇ ਜਿਹੜਾ ਇਹ ਪਹਿਰਾਵਾ ਬਣਾਇਆ, ਇਹ ਬੁਣਿਆ ਆ, ਇਹ ਕੱਪੜਾ। ਇਹਨੂੰ ਦੇਖ ਕੇ ਤੇਰੇ ਅੰਦਰ ਇੰਨੀ ਆਕੜ ਆ ਰਹੀ, ਤੂੰ ਸੋਚਦਾ ਮੈਂ ਇਹੀ ਹੈਗਾ ਆ। ਬਸ ਇਸੇ ਸਰੀਰ ਨੂੰ ਜਿਹੜਾ ਹੈਗਾ, ਇਹਨੇ ਇਸੇ ਦੇ ਭੋਗ ਵਿਲਾਸ, ਇਸੇ ਸਰੀਰ ਦੇ ਨਾਲ ਸਾਰਾ ਕੁਛ ਲੱਗ ਰਿਹਾ ਤੂੰ। ਤੁਝੇ ਸੁਜਨਤਾ ਕਛੂ ਨਾ ਹੈ, ਤੈਨੂੰ ਕੁਛ ਵੀ ਨਹੀਂ ਪਤਾ ਲੱਗ ਰਿਹਾ ਪਿਆਰਿਆ, ਕੁਛ ਵੀ ਨਹੀਂ ਪਤਾ ਲੱਗ ਰਿਹਾ ਸੱਚਾਈ ਕੀ ਹੈਗੀ ਆ। ਕੁਛ ਨਹੀਂ ਸੁੱਝ ਰਿਹਾ ਹੁਣ ਇਸ ਟਾਈਮ, ਸਿਰਫ ਬਸ ਦੁਨੀਆ ਦੇ ਪਦਾਰਥ, ਦੁਨੀਆ ਦੇ ਰਸਕਸ। ਸਮਾਂ ਹੀ ਨਹੀਂ ਹੈ ਤੇਰੇ ਕੋਲ। ਗਰਭਵਤੀ ਕਾ ਨਾਹੀ ਠਾਉ, ਕਹਿੰਦੇ ਇੰਨੀ ਆਕੜ, ਇੰਨੀ ਆਕੜ। ਇਹ ਜੀਵ ਇਸਤਰੀ ਦੇਖ, ਤੇਰਾ ਕੋਈ ਟਿਕਾਣਾ ਨਹੀਂ ਹੈ, ਨਾ ਇੱਥੇ ਤੇ ਨਾ ਉੱਥੇ। ਐਵੇਂ ਹੀ ਜਿਹੜਾ ਹੈਗਾ ਫਿਰ ਘੁੰਮਦੀ ਰਹੇਗੀ ਪਾਏ। ਗਰਭਵਤੀ ਕਾ ਨਾ ਹੀ ਠਾਉ, ਤੇਰੀ ਗਰਦਨ ਉੱਪਰ ਲਵੈ ਖਾਉ। ਦੇਖ ਤੈਨੂੰ ਪਤਾ ਹੀ ਨਹੀਂ ਹੈ ਤੇਰੀ ਗਰਦਨ ਦੇ ਉੱਤੇ ਜਿਹੜਾ ਹੈਗਾ ਕਾਂ ਹੈਗਾ, ਉਹਨੇ ਤਾਂ ਨੱਪ ਦੇਣਾ ਹੈ। ਉਹ ਤਾਂ ਤਿਆਰ ਬੈਠਾ ਹੈ ਬਈ, ਬਸ ਸਵਾਸ ਬੰਦ ਕਰਨੇ ਉਹਨੇ।
तू काहे गर्भ है बावली, जैसे पादों खुंभ राज, तू तिस्ते खरी उतावली रहा। कहते हे जीव स्त्री, ਇੰਨੀ ਆਕੜ ਆ ਤੇਰੇ ਅੰਦਰ। ਆਪਾਂ ਇਹ ਕੀ ਕਰ ਰਹੇ ਹਾਂ? ਸਵਾਦ ਲੈ ਰਹੇ ਹਾਂ, ਦੁਨੀਆ ਦੇ ਪਦਾਰਥ ਭੋਗ ਰਹੇ ਹਾਂ। ਇਹ ਸਾਰਾ ਇਹ ਕੀ ਕਰ ਰਹੇ ਹਾਂ? ਆਪਾਂ ਤੇਜ਼ੀ ਦੇ ਨਾਲ ਜਿਹੜਾ ਹੈਗਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਹੈਗਾ ਖਾਤਮਾ ਹੋ ਜਾਏ। ਆਪਾਂ ਕਾਲ ਦੇ ਵੱਲ ਨੂੰ ਆਪਾਂ ਖੁਦ ਦੌੜ ਰਹੇ ਹਾਂ। ਨਹੀਂ ਤਾਂ ਸੋਚ ਲਓ, ਦੇਖ ਲਓ, ਦੱਸ ਦਿਓ ਭਾਈ ਵੀ ਇਹ ਜਿਹੜਾ ਹੈਗਾ ਇਹ ਆਪਣੇ ਜੀਵਨ ਦਾ ਮਕਸਦ ਕੀ ਹੈਗਾ, ਆਪਣੇ ਹੱਥ ਦੇ ਵਿੱਚ ਕੀ ਹੈਗਾ, ਕੀ ਖੱਟੀ ਹੈਗੀ, ਕੀ ਕਮਾਈ ਹੈ ਆਪਣੀ, ਕੀ ਕਮਾਈ ਹੈ ਆਪਣੀ ਭਾਈ ਦੱਸੋ। ਜੋ ਧਨ ਦੌਲਤ ਦੁਨੀਆ ਦੇ ਪਦਾਰਥ ਜੋ ਇਕੱਠੇ ਕੀਤੇ ਹੈ, ਕੂੜਾ ਕਰਕਟ ਤੇ ਜਿਹੜਾ ਹੈਗਾ ਇੱਥੇ ਦੇ ਇੱਥੇ ਰਹਿ ਜਾਣਾ ਹੈ। ਜੋ 1-2% ਖਾ ਲਿਆ ਬਸ ਉਹ ਖਾ ਲਿਆ, ਬਾਕੀ ਤਾਂ ਖਤਮ ਹੈ। जैसे तू काहे गर्भ है बावली, जैसे पादों खुंभ राज, तू तिस्ते खरी उतावली रहो। खुंभ राज ਜਿਹੜੀ ਖੁੰਭ ਉੱਗਦੀ ਹੁੰਦੀ ਹੈ, ਦੇਖੋ ਭਾਦੋਂ ਸੌਣ ਭਾਦੋਂ ਦੇ ਵਿੱਚ ਜੜ ਮੀਂਹ ਪੈਂਦਾ ਤੇ ਦੇਖੋ ਉਹ ਖੁੰਭ ਜਿਹੜੀ ਹੈਗੀ ਉੱਗ ਜਾਂਦੀ ਆ, ਉਹ ਚਿੱਟੇ ਜਿਹੇ ਰੰਗ ਦੀ। ਸਬਜ਼ੀ ਸੁਬਜੀ ਵੀ ਬਣਾਉਂਦੇ, ਜਿਹੜੀ ਵੱਡੀ ਹੁੰਦੀ ਖੁੰਭ ਰਾਜ। ਕਹਿੰਦੇ ਤੂੰ ਉਹਦੇ ਤੋਂ ਵੀ ਜ਼ਿਆਦਾ ਜਿਹੜੀ ਹੈ, ਉਹਦੇ ਤੋਂ ਵੀ ਜ਼ਿਆਦਾ ਉਤਾਵਲੀ ਹੈਗੀ ਆ। ਤੈਨੂੰ ਹੋਰ ਕਾਹਲੀ ਆ ਵੀ ਆਪਣੇ ਆਪ ਨੂੰ ਖਤਮ ਕਰਨ ਦੀ, ਬਾਈ ਸਵਾਦਾਂ 'ਚ ਪੈ ਕੇ ਬਸ। ਤੂੰ ਕਾਹੇ ਗਰਭ ਹੈ ਬਾਵਲੀ, जैसे पादों खुंभ राज, तू तिस्ते खरी उतावली रहो। ਤੈਨੂੰ ਇਹ ਸਰੀਰ ਦਾ ਕੋਈ ਕੰਮ ਕਰਨਾ ਨਹੀਂ, ਸਰੀਰ ਦਾ ਉਪਯੋਗ ਕਰਨਾ ਹੀ ਨਹੀਂ ਹੈ। ਤੂੰ ਇਹ ਸਰੀਰ ਨੂੰ ਨਸ਼ਟ ਹੀ ਕਰਨਾ ਚਾਹੁੰਦੀ ਹੈ। ਰਹਾਓ ਜੈਸੇ ਕੁਰੰਕ ਨਹੀਂ ਪਾਇਓ ਭੇਦ। ਕੁਰੰਕ ਕਹਿੰਦੇ ਆ ਹਿਰਨ। ਹਿਰਨ ਨੂੰ ਪਤਾ ਹੈ ਕਸਤੂਰੀ ਉਹਦੇ ਧੁੰਨੀ 'ਚ ਕਸਤੂਰੀ ਹੁੰਦੀ ਆ ਔਰ ਉਹਨੂੰ ਖੁਸ਼ਬੂ ਆਉਂਦੀ ਆ। ਉਹ ਜਿਹੜਾ ਹੈਗਾ ਇੱਧਰ ਉੱਧਰ ਝਾੜੀਆਂ 'ਚ ਬੁੱਥੀ ਦਿੰਦਾ ਫਿਰਦਾ। ਉਸੇ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਨੇ ਕਹਿੰਦੇ ਜਿਸ ਤਰ੍ਹਾਂ ਹਿਰਨ ਨੂੰ ਨਹੀਂ ਪਤਾ ਲੱਗਦਾ, ਉਸੇ ਤਰੀਕੇ ਦੇ ਨਾਲ ਤੇਰੇ ਅੰਦਰ ਅੰਮ੍ਰਿਤ ਪਾਇਆ ਹੋਇਆ ਹੈ। ਤੇਰੇ ਅੰਦਰ ਉਹ ਮਾਲਕ ਤੇਰੇ ਹਿਰਦੇ ਦੇ ਵਿੱਚ ਮਾਲਕ ਗੁਪਤ ਰੂਪ 'ਚ ਬੈਠਾ ਹੈ। ਇਹਦੇ ਵਾਸਤੇ ਜਨਮ ਮਿਲਿਆ ਸੀ ਤੈਨੂੰ। ਜੈਸੇ ਕੁਰੰਕ ਨਹੀਂ ਪਾਇਓ ਭੇਦ। ਕੁਰੰਕ ਕਹਿੰਦੇ ਹਿਰਨ, ਜਿਸ ਤਰ੍ਹਾਂ ਹਿਰਨ ਨੂੰ ਭੇਦ ਹੀ ਨਹੀਂ ਪਤਾ ਲੱਗਦਾ। ਤਨੇ ਸੁਗੰਧ ਢੂੰਡੇ ਪਰਦੇਸ। ਖੁਸ਼ਬੂ ਉਹਦੇ ਅੰਦਰ ਸਰੀਰ ਦੇ ਹੈਗੀ ਔਰ ਜਾ ਕੇ ਲੱਭਦਾ ਇੱਧਰ ਉੱਧਰ ਬਾਹਰ। ਉਸੇ ਤਰੀਕੇ ਦੇ ਨਾਲ ਤੇਰੇ ਅੰਦਰ ਅੰਮ੍ਰਿਤ ਪਿਆ ਹੈ, ਜਿਹਦੇ ਵਾਸਤੇ ਤੈਨੂੰ ਪਿਆਸ ਲੱਗੀ ਹੋਈ ਹੈ। ਜਨਮਾਂ ਜਨਮਾਂ ਦਾ ਪਿਆਸਾ ਹੈ, ਭੁੱਖਾ ਹੈਗਾ। ਔਰ ਤੂੰ ਜਿਹੜਾ ਹੈਗਾ ਬਾਹਰ ਆਕਾਰ ਜੋ ਸਵਾਦ ਜੋ ਚੋਗਾ ਪਾਇਆ ਹੋਇਆ ਆ, ਜਿਹਦੇ ਨਾਲ ਤੇਰੀ ਪਿਆਸ ਬੁਝਦੀ ਨਹੀਂ ਆ ਔਰ ਮਰਖੂ ਜੀਨ ਹਾਰ ਕੇ ਚਲੇ ਜਾਣਾ ਹੈ। ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨੇ ਸੁਗੰਧ ਢੂੰਡੇ ਪਰਦੇਸ। अपतन का जो करे विचार, तिस नहीं जम कंकर करे खुआर। देख लो रविदास जी की कह रहे हैं। अपतन का जो करे विचार, कहते अपने तन का ये शरीर मैनू मनुखा शरीर मिलिया आ। ਇੰਨੇ ਹੈਗੇ ਕੁੱਤੇ ਬਿੱਲੇ ਆ, ਦੇਖੋ ਪਰਿੰਦੇ, ਹੋਰ ਜਿਹੜੇ ਹਾਥੀ ਘੋੜੇ ਸਾਰੇ, ਮੱਛੀਆਂ ਮੁੱਛੀਆਂ, ਇਹਨਾਂ ਤੋਂ ਵਧੀਆ ਸਰੀਰ ਮੈਨੂੰ ਮਿਲਿਆ ਹੋਇਆ। ਮੈਨੂੰ ਕਿਉਂ ਮਿਲਿਆ ਹੋਇਆ ਸਰੀਰ? ਆਪਤਨ ਕਾ ਜੋ ਕਰੇ ਵਿਚਾਰ। ਕੋਈ ਵਿਚਾਰ ਕਰ ਲੈ ਇਹਦਾ, ਤੂੰ ਵਿਚਾਰ ਕਰ ਲੈ ਇਸ ਚੀਜ਼ ਦਾ। ਜਿਹੜਾ ਵੀ ਇਹਦਾ ਵਿਚਾਰ ਕਰੂਗਾ ਵੀ ਮੈਨੂੰ ਇਹ ਸਰੀਰ ਕਿਉਂ ਮਿਲਿਆ ਭਾਈ, ਸਾਰਿਆਂ ਤੋਂ ਉੱਪਰ, ਸਾਰੇ ਤੋਂ ਵਧੀਆ, ਇਹ ਕਾਹਦੇ ਵਾਸਤੇ ਮਿਲਿਆ ਹੈ ਮੈਨੂੰ? ਆਪਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਨਹੀਂ ਪਤਾ ਲੱਗਦਾ ਤੈਨੂੰ ਕਾਹਦੇ ਲਈ ਮਿਲਿਆ? ਤੇ ਆ ਲੈ ਲਾ, ਬਾਣੀ ਲੈ ਲਾ ਭਾਈ। ਰਵਿਦਾਸ ਜੀ ਬੋਲ ਰਹੇ, ਦੱਸ ਰਹੇ ਤੈਨੂੰ ਕਾਹਦੇ ਲਈ ਮਿਲਿਆ ਸਰੀਰ। ਬ੍ਰਹਮ ਗਿਆਨੀ ਜਿਹੜੇ ਆ ਪਾਲ ਚ ਕਹਿ ਰਹੇ ਆ ਭਾਈ ਕਾਹਦੇ ਵਾਸਤੇ ਮਿਲਿਆ ਤੈਨੂੰ ਸਰੀਰ। ਇਹਦਾ ਵਿਚਾਰ ਕਰ ਲਾ ਪਿਆਰਿਆ। ਆਪਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਉਹਨੂੰ ਜਮ ਦੇ ਦੂਤ ਜਿਹੜੇ ਹੈ, ਜਮਦੂਤ ਜਿਹੜੇ ਖੁਆਰ ਨਹੀਂ ਕਰਦੇ। ਅੱਗੇ ਜਿਹੜਾ ਹੈਗਾ ਤੂੰ ਨਹੀਂ ਫਿਰ ਹਟਣਾ। ਤੂੰ ਇਸੇ ਤਰੀਕੇ ਦੇ ਨਾਲ ਆਪਣੇ ਸਰੀਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੀ ਘਰਵਾਲੀ ਦੇ ਨਾਲ, ਆਪਣੇ ਧਨ ਦੌਲਤ ਦੇ ਨਾਲ ਲੱਗੇ ਰਹਿਣਾ ਇਸ ਤਰ੍ਹਾਂ ਹੀ।
ਉਹਦੇ ਨਾਲ ਹੀ ਪਿਆਰ ਪਾਉਣਾ ਹੈ, ਮਾਲਕ ਨੂੰ ਤੂੰ ਸਾਈਡ ਕਰ ਦੇਣਾ ਹੈ। ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਕਹਿੰਦੇ ਕਲੱਤਰ ਕਹਿੰਦੇ ਘਰ ਵਾਲੀ, ਪੁੱਤਰ ਕਹਿੰਦੇ ਆ ਬਾਲ ਬੱਚੇ, ਕਹਿੰਦੇ ਇਹਨਾਂ ਦਾ ਹੰਕਾਰ ਕਰ ਰਹੇ ਆ ਤੂੰ ਬਸ। ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਠਾਕੁਰ ਲੇਖਾ ਮੰਗਣਹਾਰ। ਦੇਖ ਲਾ ਪਿਆਰਿਆ, ਫਿਰ ਜਿਹੜਾ ਮਾਲਕ ਨੇ ਤਾਂ ਪੁੱਛਣਾ ਹੀ ਆ ਉੱਥੇ। ਉਹ ਧਰਮਰਾਜ ਬਿਠਾਇਆ ਹੀ ਇਸੇ ਵਾਸਤੇ ਆ ਪਿਆਏ, ਆਹ ਸਰੀਰ ਦਿੱਤਾ ਸੀ ਤੈਨੂੰ, ਦੱਸਦੇ ਇੰਨਾ ਸੋਹਣਾ ਸਰੀਰ ਦਿੱਤਾ ਆ, ਇੰਨਾ ਸੋਹਣਾ, ਇੰਨੀ ਹਵਾ ਦਿੱਤੀ ਤੈਨੂੰ, ਇੰਨਾ ਖਾਣਾ ਦਿੱਤਾ ਤੈਨੂੰ, ਇੰਨੇ ਤੇਰੇ ਸਾਕ ਸੰਬੰਧੀ ਦਿੱਤੇ ਤੈਨੂੰ, ਘਰ ਵਾਲੀ ਘਰ ਵਾਲਾ ਦਿੱਤਾ, ਐ ਸਵਾਦ ਦਿੱਤੇ, ਕਾਮ ਦਾ ਸਵਾਦ ਦਿੱਤਾ, ਕਾਣ ਦਾ ਸਵਾਦ ਦਿੱਤਾ, ਕੰਨਾਂ ਦੇ ਸਵਾਦ ਦਿੱਤੇ, ਅੱਖਾਂ ਦਾ ਰੂਪ ਦਾ, ਸਾਰੀ ਚੀਜ਼ਾਂ ਤੈਨੂੰ ਦਿੱਤੀਆਂ। ਦੱਸਦੇ ਪਿਆਰਿਆ, ਇੰਨਾ ਸਾਰਾ ਕੁਝ ਦਿੱਤਾ ਹੈ, ਤੂੰ ਸਾਡੇ ਲਈ ਕੀਤਾ ਕੀ ਹੈ? ਮਾਲਕ ਵਾਸਤੇ ਕੀਤਾ ਕੀ ਹੈਗਾ? ਦੱਸ ਦੇ ਕੀ ਕਰਕੇ ਆਇਆ। ਜੇ ਕੋਈ ਕਹੇ ਨਾ ਮੈਂ ਤਾਂ ਕੋਈ ਪਾਪ ਨਹੀਂ ਕੀਤਾ ਜੀ, ਮੈਂ ਤਾਂ ਕੁਛ ਨਹੀਂ ਕੀਤਾ, ਮੈਂ ਤਾਂ ਬਿਲਕੁਲ, ਅਸੀਂ ਤਾਂ ਵਧੀਆ ਜੀ, ਸਹੀ ਹੈ, ਅਸੀਂ ਜੀਵਨ ਜੀਆ, ਅਸੀਂ ਕਿਸੇ ਦਾ ਤਕਲੀਫ ਨਹੀਂ ਦਿੱਤੀ ਕਿਸੇ ਨੂੰ ਕੁਛ। ਉਹ ਪਿਆਰਿਓ, ਉਹ ਮਾਲਕ ਨੇ ਇਹਦੇ ਵਾਸਤੇ ਦਿੱਤਾ ਸੀ ਤੁਹਾਨੂੰ, ਆਹ ਸਰੀਰ ਦਿੱਤਾ ਸੀ, ਕਾਹਦੇ ਵਾਸਤੇ ਦਿੱਤਾ ਸੀ? ਤੁਸੀਂ ਉਹਦੇ ਸਰੀਰ ਯੂਜ਼ ਕੀਤਾ, ਮਾਲਕ ਦਾ ਹਰ ਚੀਜ਼ ਯੂਜ਼ ਕੀਤੀ ਆ। ਉਹ ਕੀ ਕੀਤਾ? ਆਊਟਪੁੱਟ ਦਿਓ। ਉਹਨੇ ਤਾਂ ਇਹਦੇ ਵਾਸਤੇ ਦਿੱਤਾ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਐਸ ਵਾਸਤੇ ਕੀ ਕੀਤਾ? ਗੋਬਿੰਦ ਨੂੰ ਮਿਲਣ ਦੇ ਵਾਸਤੇ। ਜਿਹੜਾ ਅੰਦਰ ਆਪਣੇ ਬੈਠਾ ਸੀ, ਆਪਣੀ ਆਤਮਾ ਨੂੰ ਮਿਲਣ ਦੇ ਵਾਸਤੇ, ਉਧਰ ਨੂੰ ਗੱਡੀ ਮੋੜਨੀ ਸੀਗੀ। ਆਹ ਕੰਮ ਵਾਸਤੇ ਭੇਜਿਆ ਸੀਗਾ, ਕਮਿਟਮੈਂਟ ਕਰਕੇ ਆਇਆ ਸੀ। ਆ ਦੇਖ ਤਾਂ ਤੇਰੇ ਸਾਈਨ ਕੀਤੇ ਹੋਏ ਆ, ਜਨਮ ਦੇਣ ਤੋਂ ਪਹਿਲਾਂ ਤੂੰ ਸਾਈਨ ਕੀਤੇ ਆ ਵੀ ਮੈਂ ਇਹ ਕੰਮ ਕਰਕੇ ਆਊਂਗਾ। ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਠਾकुर ਲੇਖਾ ਮੰਗਣਹਾਰ, ਫੇੜੇ ਕਾ ਦੁੱਖ ਸਹਿ ਜਿਓ। ਉਹ ਪਿਆਰਿਆ, ਬਸ ਜੋ ਤੂੰ ਕੀਤਾ ਆ, ਹੁਣ ਜੋ ਤੂੰ ਕੀਤਾ ਆ, ਜੋ ਤੇਰਾ ਲੇਖਾ ਹੈਗਾ, ਫੇੜਾ ਕਹਿੰਦੇ ਆ, ਬਸ ਫੇੜਾ ਕਹਿੰਦੇ ਆ ਮਾੜੇ ਕੰਮ। ਫੇੜੇ ਕਾ ਦੁੱਖ ਸਹਿ ਜਿਓ। ਹੁਣ ਤਾਂ ਸਹਿਣਾ ਪੈਣਾ ਹੈ ਪਿਆਰਿਆ, ਹੁਣ ਜੂਨਾਂ ਦੇ ਵਿੱਚ ਜਾਣਾ ਪੈਣਾ, ਕੋਈ ਆਪਸ਼ਨ ਨਹੀਂ ਹੈਗਾ। ਫੇੜੇ ਕਾ ਦੁੱਖ ਸਹਿ ਜਿਓ, ਪਾਛੇ ਕਿਸੇ ਪੁਕਾਰੇ ਪਿਓ ਪਿਓ। ਹੁਣ ਪਿਆਰਿਆ ਦੱਸ ਦੇ, ਜਿਹੜੇ ਵੀ ਤੇਰੇ ਸਾਕ ਸੰਬੰਧੀ, ਪੁੱਤਰ ਕਲੱਤਰ, ਘਰ ਵਾਲੀ, ਕਿਹਨੂੰ ਪੁਕਾਰੇਗਾ ਹੁਣ? ਦੱਸ ਦੇ ਪਿੱਛੇ ਕਿਸ ਨੂੰ ਪੁਕਾਰ ਰਿਹਾ? ਹੁਣ ਦੱਸ ਦੇ ਕਿਸ ਨੂੰ ਪੁਕਾਰੇਗਾ ਤੂੰ? ਜਿਨ੍ਹਾਂ ਦਾ ਹੰਕਾਰ ਕਰ ਰਿਹਾ, ਜਿਨ੍ਹਾਂ ਦਾ ਹੰਕਾਰ ਕਰ ਰਿਹਾ ਹੈ। ਪੁੱਤਰ ਕਲੱਤਰ ਕਾ ਕਰੇ ਅਹੰਕਾਰ, ਠਾकुर ਲੇਖਾ ਮੰਗਣਹਾਰ। ਮਾਲਕ ਦੀ ਗੇਮ ਹੈ। ਮਾਲਕ ਨੇ ਤਾਂ ਧਰਮਰਾਜ ਬਿਠਾਇਆ, ਵਧੀਆ ਹੱਟਾ ਕੱਟਾ ਧਰਮਰਾਜ ਬਿਠਾਇਆ। ਉਹਨੇ ਨਹੀਂ ਲਿਹਾਜ਼ ਕਰਨਾ ਕਿਸੇ ਦੇ ਨਾਲ। ਕੋਈ ਸੋਹਣਾ ਹੈਗਾ, ਕੋਈ ਬੱਚਾ ਹੈਗਾ, ਕੋਈ ਬੁੱਢਾ ਹੈਗਾ, ਨਾ ਨਾ ਨਾ, नो ऑप्शन। पुत्र कलत्तर का करें अहंकार, ठाकुर लेखा मंगणहार। फेड़े का दुख सहे जियो, पाछे किसे पुकारें पियो पियो। चौथा बंद, आखिरी बंद रविदास जी कह रहे हैं कि हाले भी देख ला प्यारिया, हाले भी समा हैगा तेरे को, शरीर हैगा तेरे को, ये शरीर और आत्मा हैगे हाले भी सारा कुछ तेरे को हैगा। भगती कर सकदा है, तू चेंज हो सकदा है, यू टर्न लै सकदा है। साधु की जो ले ओट लै लें, देख ला गुरु दी, ब्रह्म ज्ञानियां दी ओट लै लें। इस आ ज्ञान जो दे रहे आ ਜਿਹੜੇ रविदास जी भगत जी, किते इन्हां दी गल मान लें तू। साधु की जो ले ओट, तेरे मिठे पाप सब कोट कोट। देख लो की कह रहे भगत जी, कहते तेरे सारे पाप, जिदन यू टर्न लै लिया उदन अपना पिछला लेखा तो उस टाइम खत्म है प्यारिओ। वो लेखे नूं छड़ दो, और नाले जो आपने कर दिता आ, जो चीज़ जो तीर चल गए आ, उहनूं आपां कुछ भी नहीं कर सकते, उसनूं पास्ट नूं। साधु की जो ले ओट, मालक तां कहंदा है तू जिहड़ा हैगा बस ईमानदारी दे नाल जिहड़ा हैगा तू मेरे वाल आ जा, खचर विद्या छड़ दे, तेरा लेखा जोखा सारा मैं आपे देख लूँगा। साधु की जो ले ओट, तेरे मिठे पाप सब कोट कोट, करोड़ां जन्मां दे पाप मिट जाणगे। कहे रविदास जो जपै नाम, तिस जात ना जन्म
ਨਾ ਜੋਨ ਕਾਮ। ਆਖਰੀ ਦੇ ਵਿੱਚ ਰਵਿਦਾਸ ਜੀ ਕਹਿੰਦੇ ਆ, ਭਾਈ ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਮਾਲਕ ਨੂੰ ਚੇਤੇ ਕਰਦਾ ਹੈ, ਆਤਮਾ ਦੇ ਨੇੜੇ ਬੈਠਦਾ ਹੈ, ਆਪਣੇ ਵਿਚਾਰ ਬੰਦ ਕਰਦਾ ਹੈ, ਤਿਸ ਜਾਤ ਉਹਦਾ ਕੋਈ ਉੱਚੀ ਨੀਵੀਂ ਜਾਤ ਜੂਤ ਕੁਛ ਨਹੀਂ ਹੈਗੀ ਉਹਦੀ ਭਾਈ। ਨਾ ਜਨਮ ਮਰਨ ਵੀ ਖਤਮ ਉਹਦਾ, ਨਾ ਜੋਨ ਕਾਮ, ਨਾ ਜੂਨਾਂ ਦੇ ਵਿੱਚ ਜਾਏਗਾ ਭਾਈ। ਇਹ ਤਿੰਨਾਂ ਤੋਂ ਖਤਮ ਆ। ਉਹ ਮਾਲਕ ਪਰਮਾਤਮਾ ਦੇ ਨਾਲ ਬੂੰਦ ਸਾਗਰ ਦੇ ਵਿੱਚ ਰਲ ਗਈ। ਹਾਂ ਜੀ, ਦੇਖ ਲਓ ਰਵਿਦਾਸ ਜੀ ਦਾ ਗਿਆਨ ਹੈ ਭਾਈ। बसंत बाणी रविदास जी की, एक ओंकार सतगुर प्रसाद। तुझे सुझंता कछु नाहे, ਪਹਿਰਾਵਾ ਦੇਖੇ ਊਬ ਜਾਹੇ। ਨਹੀਂ ਹਾਲੇ ਸੁਝ ਰਿਹਾ ਤੈਨੂੰ, ਇਹ ਮਨੁੱਖਾ ਸਰੀਰ ਮਿਲਿਆ ਹੋਇਆ ਪਹਿਰਾਵਾ, ਬਸ ਬੜੇ ਹੰਕਾਰ ਆ ਰਿਹਾ ਤੇਰੇ ਅੰਦਰ। ਗਰਭਵਤੀ ਕਾ ਨਾਹੀ ਠਾਉ, ਤੇਰੀ ਦਰਦ ਨੇ ਉੱਪਰ ਲਵੇ ਕਾਉ। ਤੂੰ ਇੰਨਾ ਤੇਰੇ ਅੰਦਰ ਹੰਕਾਰ ਹਉਮੈ ਹੈਗੀ ਆ, ਤੇਰਾ ਕੋਈ ਟਿਕਾਣਾ ਨਹੀਂ ਹੈ ਭਾਈ, ਨਾ ਲੋਕ 'ਚ ਨਾ ਪਰਲੋਕ 'ਚ। ਤੇਰੀ ਗਰਦਨ ਦੇ ਉੱਤੇ ਜਿਹੜਾ ਤੇਰਾ ਸਮਾਂ ਜਿਹੜਾ ਹੈਗਾ ਖ਼ਤਮ ਕਰਨ ਵਾਸਤੇ, ਜੂਨ ਤੇਰੀ ਜਿਹੜੀ ਹੈ, ਇਹ ਸਰੀਰ ਜਿਹੜਾ ਹੈਗਾ ਇਹਨੂੰ ਖੋਹਣ ਵਾਸਤੇ ਨੇੜੇ ਹੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਾਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਮਦੂਤ ਜਿਹੜੇ ਹੈ ਨੇੜੇ ਹੀ ਹੈਗੇ ਤੇਰੇ, ਬੋਲ ਰਹੇ ਆ, ਤੇਰੇ ਗਰਦਨ ਦੇ ਉੱਤੇ ਹੀ ਬੈਠੇ ਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਦੇਖੋ ਵਿਚਾਰ ਰਵਿਦਾਸ ਜੀ ਦੀ ਵਿਚਾਰ ਵਧੀਆ। ਉਹ ਕਹਿੰਦੇ ਆ ਕਿ ਤੁਝੇ ਸੂਝਤ ਕੁਛ ਨਹੀਂ, ਸੁਜੰਤਾ ਕਛੂ ਨਾ ਹੈ। ਤੈਨੂੰ ਸੋਚਦਾ ਨਹੀਂ ਆ। ਹਾਂ ਬਿਲਕੁਲ ਨਹੀਂ ਸੋਚਦਾ, ਤੈਨੂੰ ਸੋਝ ਨਹੀਂ। ਕਹਿੰਦੇ ਨਾ ਕਿ ਉਹ ਜਦੋਂ ਬੰਦੇ ਦੇ ਜਦੋਂ ਕਸ਼ਟ ਆਉਂਦਾ ਵਿਚਾਰੇ ਨੂੰ ਸੋਝਦਾ ਕੁਛ ਨਹੀਂ ਕਿ ਜਾਣਾ ਕਹਿਣੂ ਆ, ਕਰਾਂ ਕੀ। ਬਿਲਕੁਲ ਬਹੁਤ ਜ਼ਿਆਦਾ ਓਵਰ ਪਾਵਰ। ਹਾਂ, ਜਦ ਸੁੱਖ ਦੇ ਵਿੱਚ ਹੁੰਦਾ ਹੈ ਤਾਂ ਨਹੀਂ ਸੋਚਦਾ। ਹੁਣ ਆਪਾਂ ਜਿਹੜੇ ਹੈਗੇ ਪੂਰੀ ਤਰ੍ਹਾਂ ਦੋਨੋਂ ਹੱਥਾਂ ਨਾਲ ਖਿੱਚੀ ਜਾ ਰਹੇ ਬਸ ਸਵਾਦਾਂ ਨੂੰ। ਹਾਂ, ਫਿਰ ਉਹ ਕਹਿੰਦੇ ਆ ਕਿ ਜਾਣਾ ਵਾ ਤੂੰ ਕਿਤੇ, ਹਨਾ, ਉੱਥੇ ਤੂੰ ਪਹੁੰਚਣ ਨਹੀਂ ਦਿਆ। ਤੂੰ ਇੱਥੇ ਆਪਣਾ ਸਮਾਂ ਜ਼ਿਆਦਾ ਇਨਵੈਸਟਮੈਂਟ ਜਿੱਥੇ ਕਰਨੀ ਆ ਤੂੰ ਉੱਥੇ ਕਰਦਾ ਨਹੀਂ ਪਿਆ, ਤੇ ਫਾਲਤੂ ਦੇ ਜਿਹੜੇ ਮਿੱਟੀ ਦੇ ਮਕਾਨ ਬਣਾਈ ਜਾਂਦਾ। ਇਹ ਵੀ ਦੀ ਨਿਜਤਾ ਮਿੱਟੀ ਆ। ਬਿਲਕੁਲ। ਹੁਣ ਵੇਖੋ ਆਹ ਸੰਸਾਰ ਜਿਹੜਾ ਤੁਹਾਨੂੰ ਦਿਖਦਾ ਹੈ, ਜਦੋਂ ਮਹਾਪਰਲੋ ਆਉਣੀ ਹੈ ਇਹ ਸਭ ਨਸ਼ਟ ਹੋ ਜਾਣਾ, ਬ੍ਰਹਮ ਚ ਲੀਨ ਹੋ ਜਾਣਾ। ਫਿਰ ਵੀ ਉਹਨੇ ਰਹਿਣਾ, ਉਹਦੇ ਅੰਦਰ ਹੀ ਤਾਂ ਸਾਰਾ ਕੁਝ ਹੈਗਾ। ਉਹ ਆਖਰੀ ਹੈ। ਜਦੋਂ ਤੁਸੀਂ ਆਤਮ ਤੱਤ ਚ ਲੀਨ ਹੋ ਗਏ, ਆਤਮਾ ਦੇ ਨਾਲ ਤੁਹਾਡਾ ਸੰਬੰਧ ਜੁੜ ਗਿਆ, ਤੇ ਜਿਹੜੀ ਬਾਹਰ ਦੀ ਯਾਤਰਾ ਸੀ ਨਾ ਆਟੋਮੈਟਿਕਲੀ ਬੰਦ ਹੋ ਜਾਣੀ। ਚਾਹੇ ਬਾਹਰ ਧਾਰਮਿਕ ਸਥਾਨ ਹੈ, ਚਾਹੇ ਬਾਹਰ ਕੋਈ ਧਾਰਮਿਕ ਮਨੁੱਖ ਹੈ, ਉਧਰ ਤੁਹਾਡੀ ਗਤੀ ਰੁਕ ਜਾਏਗੀ। ਉਹਦਾ ਕਾਰਨ ਕੀ ਹੈ ਕਿ ਜਦੋਂ ਤੁਸੀਂ ਆਤਮਾ ਦੇ ਸੰਪਰਕ ਚ ਆ ਜਾਂਦੇ ਜੋ, ਆਤਮਾ ਫਿਰ ਕੀ ਕਰਦੀ ਆ ਕਿ ਤੁਹਾਨੂੰ ਆਪਣੇ ਆਪ ਚ ਸਮੇਟ ਲੈਂਦੀ ਹੈ, ਸਮਾ ਲੈਂਦੀ। ਉਹਦੇ ਬੰਦਾ ਸਮਾ ਜਾਂਦਾ। ਤੁਸੀਂ ਸਮਾ ਜਾਣਾ, ਤੁਹਾਨੂੰ ਸਮਾਉਣ ਦੀ ਕੋਈ ਲੋੜ ਨਹੀਂ, ਤੁਹਾਡੀ ਸੁਰਤੀ ਉਹ ਚ ਸਮਾ ਜਾਏਗੀ ਤੇ ਕੰਮ ਹੋ ਗਿਆ। ਆਤਮਾ ਤੋਂ ਅੱਗੇ ਕੁਛ ਨਹੀਂ ਆ। ਆਤਮਾ ਇੱਕੋ ਤੱਤ ਆ। ਜਿੰਨਾ ਚਿਰ ਤੁਹਾਨੂੰ ਇੱਕ ਤੱਤ ਦਾ ਅਨੁਭਵ ਨਹੀਂ ਹੁੰਦਾ, ਉਹਨਾਂ ਚਿਰ ਤੱਕ ਜਿਹੜੀ ਮਾਇਆ ਦਾ ਕੋਈ ਵੀ ਰੂਪ ਚ ਪ੍ਰਭਾਵ ਆ ਤੁਹਾਡੇ ਤੇ ਪੈਣੋਂ ਨਹੀਂ ਹਟ ਸਕਦਾ। ਜਦੋਂ ਆਤਮਾ ਦਾ ਤੱਤ ਤੁਹਾਡੇ ਤੇ ਆ ਗਿਆ ਨਿਜਾ ਸਾਹਿਬ, ਉਹ ਰੰਗ ਬੜਾ ਪਾਵਰਫੁਲ ਆ, ਇਹਨੇ ਆਟੋਮੈਟਿਕਲੀ ਦੂਜੇ ਰੰਗਾਂ ਨੇ ਸ਼ਾਂਤ ਹੋ ਜਾਣਾ। ਬਿਲਕੁਲ ਸਹੀ ਗੱਲ ਹੈ। ਜੇ ਕਿਸੇ ਬਾਬੇ ਦਾ, ਕਿਸੇ ਸਾਧ ਦਾ, ਕਿਸੇ ਐਰਾ ਵਗੈਰਾ ਦਾ ਰੰਗ ਚੜ੍ਹਦਾ, ਇਹ ਜੇ ਪਤਾ, ਇਹਦਾ ਤੇ ਇਹੋ ਹੀ ਕਹਿ ਸਕਦੇ ਹਾਂ ਕਿ ਅਜੇ ਆਤਮਾ ਦਾ ਰੰਗ ਚੜ੍ਹਿਆ ਨਹੀਂ। ਕਿਉਂਕਿ ਆਤਮਾ ਦਾ ਰੰਗ ਚੜ੍ਹ ਜੇ ਤੇ ਬੰਦਾ ਬਾਗੀ ਹੋ ਜਾਂਦਾ, ਬਹੁਤ ਪਾਵਰਫੁਲ ਬੰਦਾ ਹੋ ਜਾਂਦਾ, ਉਹ ਬਾਗੀ ਵੀ ਹੋ ਜਾਂਦਾ। ਫਿਰ ਉਹਨੂੰ ਲੋਕੀ ਕਹਿੰਦੇ ਵੀ ਇਹ ਬੰਦਾ ਪਤਾ ਨੀ ਕਿੱਦਾਂ ਦਾ ਹੋ ਗਿਆ, ਨਾਸਤਿਕ ਹੋ ਗਿਆ। ਨਾਸਤਿਕ ਦਾ ਮਤਲਬ ਇਹ ਨਹੀਂ ਆ ਕਿ ਉਹ ਨਾਸਤਿਕ ਆ। ਨਾਸਤਿਕ ਦਾ ਮਤਲਬ ਇਹ ਆ ਕਿ ਉਹ ਕਰਮ ਕਾਂਡ ਨਹੀਂ ਕਰਦਾ, ਦੁਨੀਆ ਦੇ ਪ੍ਰਭਾਵ ਚ ਨਹੀਂ ਆਉਂਦਾ। ਕਿਉਂਕਿ ਫਿਰ ਉਹ ਇਸੇ ਲਈ ਬਾਣੀ ਕਹਿੰਦੀ ਭਗਤਾਂ ਕੀ ਨਿਰਾਲੀ ਚਾਲ, ਹਨਾ। ਬਿਲਕੁਲ, ਭਗਤਾਂ ਕੀ ਚਾਲ ਨਿਰਾਲੀ। ਨਿਰਾਲੀ ਚਾਲ ਦਾ ਮਤਲਬ ਇਹ ਕਿ ਉਹ ਇਹ ਨਹੀਂ ਹੈ ਕਿ ਸਪੈਸ਼ਲ ਕਿਸਮ ਦਾ ਤੁਰਦਾ ਹੈ। ਚਾਲ ਦਾ ਮਤਲਬ ਇੱਥੇ ਹੀ ਹੈ ਕਿ ਉਹਦਾ ਜੀਵਨ, ਬਿਲਕੁਲ, ਉਹਦੇ ਜੀਵਨ ਦੀ ਜਿਹੜੀ ਹੈ ਚੱਲਣ ਦੀ, ਉਹਦਾ ਜੀਵਨ ਨੂੰ ਜਿਉਣ ਦਾ ਤਰੀਕਾ ਬਦਲ ਗਿਆ। ਨਾ ਕਿ ਚਾਲ ਤੇ ਨਾ ਸੋਚੇ ਕਿਤੇ ਹੁਣ ਜੁੱਤੀ ਪਾ ਕੇ ਕੀ ਖੁੱਸਾ ਪਾ ਕੇ ਤੁਰਨ ਡੈ ਪਏ ਜਾਂ ਕੋਈ ਸਪੈਸ਼ਲ ਕਿਸਮ ਦੀ ਤੋਰ ਚੱਲ ਪਏ, ਉਹ ਨਹੀਂ ਹੈਗੀ। ਮਤਲਬ ਚਾਲ ਦਾ ਮਤਲਬ ਇੱਥੇ ਇੰਨਾ ਹੀ ਆ। ਹੁਣ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਕਹਿੰਦੇ ਤੈਨੂੰ ਕੋਈ ਸੋਚਦਾ ਨਹੀਂ ਆ, ਦਿਮਾਗ ਨਹੀਂ ਲਾਉਣ ਦਿਆ, ਤੁਝੇ ਇਹਨੂੰ ਸੋਚਦਾ ਨਹੀਂ ਪਿਆ। ਔਰ ਫਿਰ ਤੂੰ ਪਹਿਰਾਵਾ ਵੇਖ ਕੇ ਤੂੰ ਆਪਣੇ
ਆਕੜ ਤੈਰਾਕ ਦਾ ਆਕੜ ਕਰ ਮਤਲਬ ਰਹੇ। ਇਹ ਵੀ ਕਹਿ ਲਓ ਕਿ ਸਰੀਰਕ ਤੌਰ ਤੇ ਕਿਸੇ ਵੀ ਕਿਸਮ ਚ ਤੁਸੀਂ ਹੋ ਜਾਂ ਕਿਸੇ ਕਿੱਦਾਂ ਦਾ ਵੀ ਸਰੀਰ ਤੁਹਾਨੂੰ ਮਿਲਿਆ। ਹਾਂ ਹੁਣ ਕਈਆਂ ਨੂੰ ਚੰਗਾ ਸਰੀਰ ਹੋਏ, ਕਿੰਨਾ ਲੋਕਾਂ ਦਾ ਬੰਦੇ ਨੂੰ ਬੜੀ ਇੱਕੋ ਜਿਹੀ ਹੋ ਜਾਂਦੀ ਹੈ ਸਰੀਰ ਦੀ। ਸਰੀਰ ਦਾ ਤਾਂ ਹਰੇਕ ਨੂੰ ਮਾਣ ਹੁੰਦਾ ਹੈ। ਤੇ ਗੋਰਖੀ ਸਾਹਿਬ ਦੇਖ ਲਓ, ਜਿਹੜਾ ਭਾਵੇਂ ਕੋਈ ਗਰੀਬ ਜਾਂ ਅਮੀਰ ਆ, ਬਸ ਉਹ ਤਾਂ ਉਹਦੀ ਆਕੜ ਤਾਂ ਮੇਰੀ ਤਾਂ ਹੋ ਹੀ ਜਾਂਦੀ ਹੈ ਬਸ। ਹਾਂ, ਉਹਦੇ ਵਿੱਚ ਹੁੰਦਾ ਹੀ ਆ ਕਿ ਮੈਂ ਮਤਲਬ ਕੁਝ ਹੈਗਾ ਸੰਸਾਰ ਦੇ। ਵੈਸੇ ਮਾੜੀ ਚੀਜ਼ ਤੇ ਨਹੀਂ ਆ, ਚਲੋ ਪੌਂਦ ਬਣਾਉਣੀ ਕੋਈ ਮਾੜੀ ਚੀਜ਼ ਨਹੀਂ ਹੈ, ਤੁਹਾਡੇ ਕੋਈ ਪ੍ਰੋਬਲਮ ਨਹੀਂ ਆ। ਬਟ ਇਹ ਹੈ ਕਿ ਮਤਲਬ ਕਈ ਵਾਰੀ ਆਪਾਂ ਉਹ ਜਿਹੜੀ ਸਾਡਾ ਗੁਣ ਹੀ ਸਾਡੇ ਇੱਕ ਔਗਣ ਦਾ ਰੂਪ ਅਖਤਿਆਰ ਕਰ ਲੈਂਦਾ। ਔਰ ਉਹ ਖਾਸ ਕਰਕੇ ਜਦੋਂ ਅਖਤਿਆਰ ਕਰਦਾ ਹੈ, ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਹੁਣ ਮੈਂ ਬੋਲ ਦੇ ਵਿੱਚ ਜੋ ਬੋਲਿਆ ਹੈ, ਝੰਕਾਰ ਆ ਗਿਆ ਮੇਰੇ। ਇਹੀ ਤਾਂ ਫਿਰ ਮਾਲਕ ਪਰਮਾਤਮਾ ਚਲੇ ਜਾਂਦਾ ਹੈ ਨਾ। ਜੇ ਮੈਂ ਦਾ ਆ ਗਈ, ਮੇਰੀ ਆ ਗਈ, ਤੇ ਫਿਰ ਉਹ ਚਲੇ ਜਾਂਦਾ ਹੈ ਫਿਰ ਮਾਲਕ। ਹਾਂ, ਤੇ ਫਿਰ ਤੇ ਤੁਸੀਂ ਫਿਰ ਕਿਉਂਕਿ ਤੁਸੀਂ ਆਪਣੇ ਆਪ ਨੂੰ ਖੁਦ ਹੀ ਬ੍ਰਹਮ ਤੋਂ ਅਲੱਗ ਕਰ ਲੈਂਦੇ ਹੋ। ਹਾਂ, ਤੁਸੀਂ ਇੱਕ ਛੋਟੀ ਜਿਹੀ ਇਕਾਈ ਬਣਦੇ ਹੋ, ਕਿਉਂਕਿ ਬ੍ਰਹਮ ਚ ਹੰਕਾਰ ਨਹੀਂ ਹੈਗਾ। ਬਿਲਕੁਲ। ਬ੍ਰਹਮ ਦਾ ਹੰਕਾਰ ਕਿਹਦੇ ਨਾਲ ਕਰੇ? ਉਹਨੂੰ ਦਿਖਾਉਣ ਵਾਸਤੇ ਦੂਜਾ ਵੀ ਤੇ ਚਾਹੀਦਾ ਨਾ, ਇਕੱਲਾ ਤੇ ਹੈਗਾ ਵਾ। ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਸਹੀ। ਇਹਦਾ ਮਤਲਬ ਜਦ ਤੱਕ ਮੇਰੇ ਚ ਹੈਗੀ ਆ ਫੂਫਾਂ ਜੀ, ਇਹਦਾ ਮਤਲਬ ਕਿ ਮੈਂ ਹਜੇ ਕਿਤੇ ਵੱਖਰਾ ਤੁਰਿਆ ਫਿਰਦਾ, ਬ੍ਰਹਮ ਚ ਨਹੀਂ ਲੀਨ ਹੋਇਆ। ਹਾਂ, ਦੂਜਾ ਬ੍ਰਹਮ ਨੂੰ ਕੀ ਲੋੜ ਪਈ ਹੈ ਕਿਸੇ ਨੂੰ ਸ਼ੋਅ ਆਫ ਕਰਨ ਦੀ? ਇਹੋ ਹੀ ਉਸ ਬੰਦੇ ਦੀ ਪਛਾਣ ਆ, ਕਿਉਂਕਿ ਉਹ ਬੰਦਾ ਕਿਤੇ ਪਹੁੰਚ ਗਿਆ, ਉਹਨੂੰ ਸੋਝੀ ਆ ਗਈ। ਸੁਜਨਤਾ ਮਤਲਬ ਸੁੱਝ ਗਿਆ ਇਹਨੂੰ, ਜਿਹੜਾ ਆਮ ਬੰਦੇ ਨੂੰ ਨਹੀਂ ਸੁੱਝਣ ਦਿਆ, ਪਰ ਉਹਨੂੰ ਸੁੱਝ ਗਿਆ। ਬਿਲਕੁਲ। ਸੰਸਾਰ ਕੀ ਆ, ਸੰਸਾਰ ਦੇ ਵਿੱਚ ਮੈਂ ਕੀ ਕਰਦਾ ਫਿਰਦਾ, ਇਹ ਸਾਰਾ ਮੇਰੇ ਆਲੇ ਦੁਆਲੇ ਕੀ ਹੈ। ਕਿਉਂਕਿ ਇਹ ਜਿੰਨਾ ਚਿਰ ਆਪਾਂ ਨਹੀਂ ਵਿਚਾਰ ਕਰਦੇ, ਉਹਨਾਂ ਚਿਰ ਸਾਨੂੰ ਇਹਦਾ ਮਤਲਬ ਉਹਦੇ ਬਾਰੇ ਸਾਨੂੰ ਕਲੈਰੀਫਾਈ ਨਹੀਂ ਹੋਣਾ, ਪਤਾ ਨਹੀਂ ਲੱਗਣਾ, ਹਨਾ। ਬਿਲਕੁਲ। ਅੱਗੇ ਬੋਲੋ ਨੀ ਜੈਸਾ ਤੁਕ ਗਰਭਤੀ ਕਾ ਨਾ ਹੀ ਠਾਉ। ਕਹਿੰਦੇ ਜੇ ਤੂੰ ਇੰਨਾ ਆਪਣੇ ਆਪ ਨੂੰ ਜਿਹੜਾ ਹੈਗਾ ਇਕਾਈ ਸਮਝ ਕੇ ਬੈਠਾ ਹੋਇਆ, ਇੰਨੇ ਤੇਰੇ ਸਰੀਰ ਦਾ ਹੀ ਤੇਰੇ ਅੰਦਰ ਮਾਣ ਹੈਗਾ, ਤੂੰ ਸੋਚਦਾ ਹੈ ਮੈਂ ਸਰੀਰ ਹੀ ਹੈਗਾ ਆ, ਬਸ ਇਸੇ ਨੂੰ ਖੜਾ ਲਓ ਪਲਾ ਲਓ, ਇਸੇ ਦੇ ਵਾਸਤੇ ਲੱਗਿਆ ਹੋਇਆ। ਸਾਰਾ ਕੁਛ ਆਪਾਂ ਕਰਦੇ ਹਾਂ, ਦੇਖ ਲਓ ਸਰੀਰ ਦੇ ਵਾਸਤੇ ਕਰਦੇ ਹਾਂ, 24 ਘੰਟੇ 24/7 ਸਰੀਰ ਦੇ ਵਾਸਤੇ ਬਸ। ਤੇ ਕਹਿੰਦੇ ਕੋਈ ਤੇਰਾ ਕੋਈ ਫਿਰ ਕੋਈ ਤੇਰਾ ਟਿਕਾਣਾ ਨਹੀਂ ਹੈ ਪਿਆਰਿਆ, ਫਿਰ ਤੂੰ ਗੇਮ ਹਾਰਿਆ ਬੈਠਾ ਹੈ ਬਸ। ਤੇਰੀ ਗਰਦਨ ਉੱਪਰ ਲਵੇ ਕਾਉ, ਔਰ ਜਿਹੜਾ ਦੇਖ ਤੇਰਾ ਸਰੀਰ ਪਰਮਾਨੈਂਟ ਨਹੀਂ ਹੈਗਾ, ਜਿਹੜੇ ਡੰਡੇ ਤੇ ਤੂੰ ਹੈਗਾ ਇਹ ਖੁੱਸ ਜਾਣਾ ਹੈ। ਇੱਥੇ ਜਿਹੜਾ ਹੈਗਾ ਸਮਾਂ, ਇਹ ਟਾਈਮ ਬਾਉਂਡ ਹੈਗਾ ਬਸ। ਜਿੰਨੀ ਤੇਰੀ ਉਮਰ ਆ ਉਨੇ ਕੁ ਸਵਾਸ ਤੂੰ ਲੈ ਸਕਦਾ ਹੈ। ਹਾਂਜੀ ਭਾਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਅਨਲਿਮਿਟਡ ਨਹੀਂ ਹੈਗੀ ਤੇਰੀ ਆਯੂ। ਹਾਂ, ਤੇ ਕੰਮ ਜ਼ਿਆਦਾ ਕਰਨਾ, ਤੇ ਜੇ ਤੂੰ ਕੰਮ ਜ਼ਿਆਦਾ ਕਰਨਾ ਹੈ ਤੇ ਫਿਰ ਤੈਨੂੰ ਉਧਰ ਥੋੜਾ ਧਿਆਨ ਦੇਣਾ ਪੈਣਾ। ਧਿਆਨ ਦੇਵੇਂਗਾ ਤੇ ਤਾਂ ਹੀ ਜੀਵਨ ਚ ਉਚਾਈ ਆਵੇਗੀ, ਜੀਵਨ ਚ ਸੁੱਖ ਆਵੇਗਾ। ਜਿੰਨਾ ਤੂੰ ਆਪਣੀ ਆਤਮਾ ਤੋਂ ਦੂਰ ਹੋ ਜਾਏਗਾ ਨਾ, ਉਹਨਾਂ ਤੋਂ ਦੁਖੀ ਹੋ ਜਾਣਾ। ਸਿੰਪਲ। ਬਿਲਕੁਲ। ਜੇ ਕੋਈ ਬੰਦਾ ਦੁਖੀ ਹੋਣਾ ਚਾਹੁੰਦਾ ਨਾ, ਤੁਸੀਂ ਆਪਣੀ ਆਤਮਾ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ। ਸਭ ਤੋਂ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਡਾਂਗਾ ਫੇਰੋ, ਜਿਹੜੇ ਤੁਹਾਡੇ ਬਜ਼ੁਰਗ ਰਹਿੰਦੇ ਉਹਨਾਂ ਨੂੰ ਕੱਢੋ ਘਰੋਂ ਬਾਹਰ। ਸਭ ਤੋਂ ਸੌਖਾ ਤਰੀਕਾ ਜੋ ਦੁਖੀ ਹੋਣ ਦਾ, ਉਹਨਾਂ ਦੀ ਰਿਸਪੈਕਟ ਕਰਨੀ ਬੰਦ ਕਰ ਦਿਓ। ਉਹਨਾਂ ਦਾ ਜਿਹੜੇ ਸਹੂਲਤਾਂ ਖੋਲੋ ਨਾ, ਤੁਹਾਡੇ ਵਰਗਾ ਦੁਨੀਆ ਚ ਦੁਖੀ ਬੰਦਾ ਨਹੀਂ ਮਿਲੂਗਾ। ਸਰਵਨ ਨੇ ਵਹਿੰਗੀ ਚੁੱਕੀ ਸੀ, ਉਹ ਸ਼ਦਾਈ ਨਹੀਂ, ਉਹਨੂੰ ਪਤਾ ਹੀ ਸਾਰਾ। ਉਹ ਵੀ ਗਿਆਨੀ, ਚੁੱਕ ਕੇ ਵੇਖ ਲਈ ਫਿਰਦਾ ਹੈ। ਸਰਵਨ ਦਾ ਮਤਲਬ ਕੀ ਕੋਈ ਗਲਤ ਚੀਜ਼ ਨਹੀਂ। ਸਰਵਨ ਦਾ ਮਤਲਬ ਇਹੋ ਹੀ ਕਿ ਜਿਹਨੂੰ ਗਿਆਨ ਆ, ਜਿਹੜਾ ਨਹੀਂ ਭੁੱਲਿਆ ਆਪਣੀਆਂ ਜ਼ਿੰਮੇਵਾਰੀਆਂ ਨੂੰ। ਵੈਸੇ ਆਪਾਂ ਬਿਜ਼ਨਸਮੈਨ ਹੁੰਦੇ ਆ, ਆਪਾਂ ਜ਼ਿਆਦਾ ਪਿਆਰ ਉੱਥੇ ਰੱਖਦੇ ਆ ਜਿੱਥੇ ਸਾਡਾ ਸਵਾਰਥ ਪੂਰਾ ਹੁੰਦਾ। ਸਾਡਾ ਪਿਆਰ ਵੀ ਉੱਥੇ ਹੈ ਜਿੱਥੇ ਸਾਡੀ ਕੋਈ ਜ਼ਰੂਰਤ ਪੂਰੀ ਹੁੰਦੀ ਹੈ। ਕਿਉਂਕਿ ਸਾਡੀ ਭਾਸ਼ਾ ਹੀ ਜਿਹੜੀ ਏਦਾਂ ਦੀ ਆ ਕਿ ਅਸੀਂ ਕੇਵਲ ਲੈਣਾ ਜਾਣਦੇ ਹਾਂ। ਜਿਹੜਾ ਸਾਨੂੰ ਦੇਣ ਦਿਆ ਸਾਡਾ ਯਾਰ ਆ, ਉਹ ਸੱਜਣ ਆ, ਅਸੀਂ ਉਹਨੂੰ ਹੀ ਸੱਜਣ ਸਮਝਦੇ ਹਾਂ ਜਿੱਥੋਂ ਸਾਨੂੰ ਕੁਝ ਮਿਲਦਾ ਹੈ। ਇਹਦਾ ਮਤਲਬ ਇਹ ਥੋੜੀ ਕਿ ਹੁਣ ਤੁਸੀਂ, ਸਾਡੇ ਕੋਲ ਗਾਂ ਸੀ, ਤਾਂ ਮਾਤਾ ਵੀ ਕਥਾ ਸੁਣਦੀ ਆ, ਤੇ ਉਹ ਗਾਂ ਦਾ ਦੁੱਧ ਬੜਾ ਪੀਤਾ ਹੈ। ਤੇ ਮਾਤਾ ਕਹਿੰਦੀ ਕਿ ਪੋਤੇ ਜਿਹੜੀ ਗਾਂ ਜਦੋਂ ਮਰੂਗੀ ਨਾ, ਇਹਦੀ ਲਾਸ਼ ਅਸੀਂ ਵੇਚਣੀ ਨਹੀਂ ਆ, ਘਰੇ ਦੱਬ ਦੇਣੀ ਆ ਆਪਣੇ। ਤੇ ਜੇ ਉਹ ਮੰਨ ਲਓ ਕੋਈ ਗਾਂ ਏਦਾਂ ਦੀ ਹੈਗੀ ਆ, ਉਹਦਾ ਦੁੱਧ ਪੀਤਾ, ਹੁਣ ਬੁੱਢੀ ਹੋ ਗਈ, ਤੇ ਉਹਨੂੰ ਘਰੋਂ ਕੱਢ ਦੋਗੇ ਜੀ ਸਾਹਿਬ? ਬਿਲਕੁਲ ਨਹੀਂ। ਕੱਢਣਾ ਚੰਗੀ ਚੀਜ਼ ਹੈ ਨਾ,
ਨਹੀਂ ਕਰਨੀ ਚਾਹੀਦੀ ਨਾ। ਤੋ ਇਸੇ ਤਰ੍ਹਾਂ ਕਈ ਸਾਡੇ ਜੀਵਨ 'ਚ ਬੰਦੇ ਆਉਂਦੇ ਨੇ, ਬੁੱਢੀਆਂ ਆਉਂਦੀਆਂ ਨੇ, ਠੀਕ ਆ ਹੁਣ ਨਹੀਂ ਉਹ ਸਾਡੀ ਉਨੀ ਮਦਦ ਕਰ ਪਾ ਰਹੇ, ਕਿਉਂਕਿ ਹਰ ਚੀਜ਼ ਦਾ ਟਾਈਮ ਹੁੰਦਾ, ਪਰ ਇੱਕ ਟਾਈਮ ਜਦੋਂ ਕੀਤਾ ਸੀ ਉਹ ਤਾਂ ਨਾ ਭੁੱਲੀਏ। ਆਪਾਂ ਭੁੱਲ ਜਾਂਦੇ ਹਾਂ, ਬਿਲਕੁਲ ਭੁੱਲ ਜਾਂਦੇ ਹਾਂ। ਆਪ ਜਸਟ ਸੋਚੋ, ਜਿਹੜਾ ਬੱਚਾ ਆਪਣੀ ਮਾਂ ਪਿਓ ਦਾ ਹੀ ਅਹਿਸਾਨ ਭੁੱਲ ਜਾਂਦਾ, ਜਦ ਕਿ ਉਹਦਾ ਅਹਿਸਾਨ ਜਿਹੜਾ ਤੁਸੀਂ ਪੇ ਨਹੀਂ ਕਰ ਸਕਦੇ। ਅਨਪੇਡ ਆ, ਕੋਈ ਉਹ ਚੀਜ਼ ਨੂੰ ਪੇ ਨਹੀਂ ਕਰ ਸਕਦੇ ਤੁਸੀਂ, ਪਰ ਬੰਦਾ ਵੇਖ ਲਓ ਭੁੱਲ ਜਾਂਦਾ। ਹੁਣ ਕੁਦਰਤ ਜਿਹੜੀ ਆ, ਦੇਖੋ ਕੁਦਰਤ ਇੱਕ ਬਹੁਤ ਮਾਈਕਰੋ ਇਨਫੋਰਮੇਸ਼ਨ ਕਲੈਕਟ ਕਰਦੀ ਆ। ਆਪ ਜਿਸ ਰੁੱਖ ਤੋਂ ਖਾ ਕੇ, ਜਿਸ ਰੁੱਖ ਦਾ ਪਾਣੀ ਪੀਤਾ, ਜਿਸ ਰੁੱਖ ਦੀ ਛਾਂ ਥੱਲੇ ਬੈਠੇ, ਜਿਸ ਰੁੱਖ ਦਾ ਫਰੂਟ ਖਾਧਾ, ਜਿਸ ਰੁੱਖ ਦੇ ਨਾਲ ਤੁਸੀਂ ਸਾਰਾ ਜੀਵਨ ਬਤੀਤ ਕੀਤਾ, ਆਖਰ ਤੇ ਤੁਸੀਂ ਇਹਨੂੰ ਵੱਢ ਦਿਓ, ਕੀ ਕਰੋਗੇ? ਕੁਦਰਤ ਖੁਸ਼ ਹੋਊਗੀ ਤੁਹਾਡੇ ਵੇਖ ਕੇ, ਬਹੁਤ ਲਾਈਕ ਕਰੂਗੀ, ਥਾਪੜਾ ਦੇਊਗੀ, ਵਾਹ ਵੀ ਵਾਹ ਤੂੰ ਬਹੁਤ ਵਧੀਆ ਕੰਮ ਕੀਤਾ, ਪਿਓ ਦਾ ਪੁੱਤ 18-19 ਸਾਲ ਉਹਦੇ ਲਾਗੇ ਰਿਹਾ, ਹੁਣ ਤੂੰ ਜੜੋਂ ਹੀ ਵੱਢ ਕੇ ਮਾਰੇ, ਚੰਗਾ ਸਿਆਪਾ ਹੀ ਮਕਾਇਆ। ਪਰ ਬੰਦਾ ਏਦਾਂ ਕਰਦਾ ਨਾ, ਕਰ ਦਿੰਦਾ, ਬੰਦਾ ਮੁੱਕਰ ਜਾਂਦਾ। ਬਾਣੀ ਫਿਰ ਕਹਿੰਦੀ ਆ, ਅਸੰਖ ਚੋਰ ਹਰਾਮਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹ ਵੀ ਪਾਪ ਆ। ਤੁਸੀਂ ਆਪਣੀ ਡਿਊਟੀ ਤੋਂ ਬੈਕ ਨਹੀਂ ਹੋ ਸਕਦੇ, ਭੱਜ ਨਹੀਂ ਸਕਦੇ। ਜਿੱਥੇ ਭੱਜੋਗੇ ਉਹ ਚੀਜ਼ ਨੇ ਤੁਹਾਡੇ ਸਾਹਮਣੇ ਖਲੋ ਜਾਣਾ, ਸਾਹਮਣੇ ਆ ਜਾਣਾ, ਤੁਹਾਡੇ ਜੀਵਨ ਦੇ ਗਾੜੀ ਖਲੋਤੀ, ਅਗਲੀ ਆ ਨਹੀਂ ਜਾਣਾ, ਸਾਹਮਣੇ ਖਲੋਤੀ ਆ। ਤੁਸੀਂ ਸੱਜੇ ਨਾ ਕਰੋ, ਖੱਬੇ ਨੇ ਹੱਥ 'ਚ ਉਹ ਚੀਜ਼ ਆ ਗਈ ਆ, ਸਾਹਮਣੇ ਖਲੋਤੀ ਆ। ਉਹ ਚੀਜ਼ ਨੂੰ ਆਪਾਂ ਮੁੱਕਰ ਨਹੀਂ ਸਕਦੇ। ਬਾਣੀ ਸਾਨੂੰ ਇਹੋ ਹੀ ਸਮਝਾਉਣਾ ਚਾਹੁੰਦੀ ਆ ਕਿ ਤੂੰ ਥੋੜਾ ਜਿਹਾ ਧਿਆਨ ਕਰ, ਤੈਨੂੰ ਸੁੱਝਦਾ ਨਹੀਂ ਪਿਆ, ਤੂੰ ਕੀ ਕਰਦਾ ਪਿਆ? ਕਿਉਂ ਅੱਖਾਂ ਬੰਦ ਕਰਕੇ ਗੱਡੀ ਚਲਾਈ ਜਾਂਦੇ ਆ? ਤੂੰ ਵੇਖਦਾ ਨਹੀਂ ਪਿਆ? ਇੰਨਾ ਮਗਰੂਰ ਹੋ ਗਿਆ, ਇੰਨੀ ਪਾਵਰ, ਇੰਨੀ ਸ਼ਕਤੀ, ਔਰ ਤੈਨੂੰ ਦੁੱਧ ਲੱਸੀ ਦੀ ਪਛਾਣ ਨਹੀਂ। ਜੇ ਕੋਈ ਤੈਨੂੰ ਦੱਸਣ ਦੀ ਕੋਸ਼ਿਸ਼ ਕਰਦਾ, ਫਿਰ ਤੂੰ ਅੱਖਾਂ ਬੰਦ ਕਰ ਲੈਣਾ। ਅੱਖਾਂ ਬੰਦ ਕਰਨਾ ਬਿੱਲੀ ਵਾਂਗੂ, ਦੁੱਧ ਫੇਰ ਪੀ ਜਾਣਾ। ਨਿਜਰ ਸਾਹਿਬ ਬਿਲਕੁਲ। ਔਰ ਇਨਸਾਨ ਇਸੇ ਤਰ੍ਹਾਂ ਹੀ ਕਰਦਾ। ਜਿੱਥੇ ਫਿਰ ਵੇਖੋ, ਤੁਕ ਮੈਂ ਕੋਈ ਆਪਣੇ ਕੋਲੋਂ ਗੱਲਾਂ ਨਹੀਂ ਜੇ ਕਰਦਾ ਪਿਆ, ਜੋ ਇਹ ਨਾ ਮਨ ਚ ਉਤਾਰ ਲਿਓ ਕਿ ਚਰਨਜੀਤ ਆਪਣੀ ਗੱਲਾਂ ਲਾਈ ਜਾਂਦਾ। ਇੱਥੇ ਵੇਖੋ, ਪਹਿਲੀ ਤੁਕ, ਤੁਝੇ ਸੁਜੰਤਾ ਨਾ ਕੁਛ ਨਾ ਹੀ, ਕੁਛ ਦਾ ਮਤਲਬ A to Z। ਉਹ ਤੈਨੂੰ ਪਤਾ ਨਹੀਂ ਲੱਗਣ ਦਿਆ ਤੂੰ ਕੀ ਕਰਦਾ ਫਿਰਦਾ। ਤੈਨੂੰ ਸੋਝ ਹੀ ਨਹੀਂ ਆ, ਤੇਰਾ ਦਿਮਾਗ ਨਹੀਂ ਕੰਮ ਕਰਦਾ, ਤੈਨੂੰ ਪਤਾ ਨਹੀਂ ਹੈ। ਨਹੀਂ ਪਤਾ ਤੇ ਵੱਖਰੀ ਗੱਲ। ਕਹਿੰਦਾ ਫਿਰ ਅਗਲੇ ਬੰਨੇ ਉਹ ਸਮਝਾ ਰਹੇ ਨੇ ਕਿ ਤੂੰ ਜਿਹੜਾ ਇੱਥੇ ਇੰਨੀ ਫਨ ਤਾਂ ਚੁੱਕੀ ਆ, ਕੁਛ ਸਮਾਂ ਆਉਣਾ ਇਹ ਫਨ ਥੱਲੇ ਆ ਜਾਣੀ ਹੈ ਤੇਰੀ। ਬਿਲਕੁਲ। ਔਰ ਵੱਡੇ ਵੱਡੇ ਬੰਦੇ, ਬੜੇ ਬੜੇ ਤੁਰਕਮ ਖਾਨ, ਬੜੇ ਲਾਗੇ ਬੰਨੇ ਵੇਖੋ, ਉਹਨਾਂ ਦੇ ਨਾਂ ਸੀ, ਕਿੰਨੀਆਂ ਪਾਵਰਾਂ ਸੀ। ਫਿਰ ਹੌਲੀ ਹੌਲੀ ਵਕਤ ਤੋਂ ਸ਼ਾਨ ਸ਼ਕਤੀ ਖਿੱਚਦਾ, ਉਹਨੂੰ ਬਹੁਤ ਕਮਜ਼ੋਰ ਕਰ ਦਿੰਦਾ। ਫਿਰ ਉਹ ਜਿਵੇਂ ਬੁੱਢਾ ਹੁੰਦਾ ਵਾ, ਫਿਰ ਉਹ ਸਮਝ ਲਓ ਕਿ ਕਈ ਬੁੱਢੇ ਬੰਦੇ ਮੈਂ ਵੇਖੇ ਆ, ਉਹ ਵਿਚਾਰੇ ਫਿਰ ਉਹ ਰੱਸੀ ਤੇ ਸੜ ਜਾਂਦੀ ਆ, ਬਲ ਨਹੀਂ ਜਾਂਦਾ ਉਹਨਾਂ ਚ। ਪਰ ਉਹ ਵੀ ਇੱਕ ਮੈਂ ਮਹਿਸੂਸ ਕਰਦਾ ਕਿ ਉਹ ਹੰਕਾਰ ਜਿਹੜਾ ਨਾ, ਦੇਖੋ ਤੁਹਾਡੇ ਕੋਲ ਸ਼ਕਤੀ ਹੈਗੀ, ਸ਼ਕਤੀ ਕੋਈ ਮਾੜੀ ਚੀਜ਼ ਨਹੀਂ ਆ, ਪਰ ਸ਼ਕਤੀ ਦੇ ਪਿੱਛੇ ਜਦੋਂ ਆਪਾਂ ਫਿਰ ਕੀ ਕਰਦੇ ਆ, ਫਿਰ ਆਪਾਂ ਪਰਵਾਹ ਨਹੀਂ ਕਰਦੇ। ਆਪਾਂ ਓਡੇ ਵਧੀਆ ਪਿਓ ਨਹੀਂ ਰਹਿ ਜਾਂਦੇ, ਓਡੇ ਵਧੀਆ ਮਾਂ ਨਹੀਂ ਰਹਿ ਜਾਂਦੇ, ਓਡੇ ਵਧੀਆ ਪਤੀ ਨਹੀਂ ਰਹਿ ਜਾਂਦੇ, ਓਡੇ ਵਧੀਆ ਪਤਨੀ ਨਹੀਂ ਰਹਿ ਜਾਂਦੇ, ਓਡੇ ਵਧੀਆ ਬੱਚੇ ਨਹੀਂ ਰਹਿ ਜਾਂਦੇ। ਕਿਉਂਕਿ ਸ਼ਕਤੀ ਜਿਹੜੀ ਹੁੰਦੀ ਆ, ਉਹ ਬੰਦੇ ਦੇ ਅੰਦਰ ਬੜੀ ਈਗੋ ਭਰ ਦਿੰਦੀ ਹੈ, ਫਿਰ ਬੰਦਾ ਹੀ ਨਹੀਂ ਰਹਿੰਦਾ। ਇਹ ਸਰੀਰ ਦੇ ਵਿੱਚ ਗੱਲ ਕਰਦੇ, ਪਹਿਰਾਵੇ ਦੇ ਵਿੱਚ ਵੇਖ ਕੇ ਬੰਦਾ ਫਿਰ ਕੀ ਕਰਦਾ, ਭੁੱਲ ਜਾਂਦਾ, ਬੰਦਾ ਆਕੜ ਆ ਜਾਂਦਾ। ਹਾਂ, ਉਹਦੇ ਧੌਣ ਚ ਕਸਰੀਆ ਵੜ ਜਾਂਦਾ। ਉਹੀ ਕਹਿ ਰਹੇ ਆ, ਦੇਖ ਲਓ, ਗਰਭਵਤੀ ਕਾ ਨਾ ਹੀ ਠਾਉ। ਬਸ ਹਾਂਜੀ, ਤੇਰੀ ਗਰਦਨ ਉੱਪਰ ਲਵੇ ਕਾਉ। ਕਹਿੰਦੇ ਬਸ ਤੇਰਾ ਐਂਡ ਆਉਣ ਵਾਲਾ ਹੈ, ਬਸ ਉਹ ਤਾਂ ਤੇਰਾ ਟਾਈਮ ਬਾਉਂਡ ਆ, ਬਸ ਬਿਲਕੁਲ ਤੇਰੇ ਸਵਾਸ ਤਾਂ ਲਿਮਿਟਿਡ ਹੈਗੇ ਆ। ਹਾਂਜੀ ਵੀਰ ਜੀ। ਹਾਂ, ਗਰਭਵਤੀ ਕਾ ਨਾ ਹੀ ਠਾਉ, ਇਹਦਾ ਮਤਲਬ ਕੀ ਆ? ਇੰਨੀ ਆਕੜ ਕਰਨ ਵਾਲੇ ਦਾ ਤੇਰਾ ਟਿਕਾਣਾ ਹੀ ਨਹੀਂ ਹੈ, ਨਾ ਲੋਕ ਚ ਨਾ ਪਰਲੋਕ ਚ। ਤੇਰੀ ਖੱਟੀ ਤਾਂ ਕੁਛ ਹੈ ਹੀ ਨਹੀਂ ਹੈ, ਬਸ। ਅੱਛਾ ਹਾਂ, ਅੱਛਾ ਗਰਭਵਤੀ, ਅੱਛਾ ਗਰਭਵਤੀ ਔਰਤ ਦੀ ਗੱਲ ਨਹੀਂ ਕਰਦੇ, ਦਾ ਮਤਲਬ ਹੰਕਾਰੀ। ਹਾਂ, ਹੰਕਾਰੀ, ਇੰਨੀ ਹੰਕਾਰ ਆ ਤੇਰੇ ਅੰਦਰ, ਇੰਨਾ ਗਰਭ ਆ ਤੇਰੇ ਅੰਦਰ, ਘਮੰਡ ਆ, ਆਕੜ ਆ ਇੰਨੀ, ਧੌਣ ਤੇਰੀ ਸਰੀਆ ਵੜਿਆ ਹੋਇਆ। ਅਣਪੇ ਕਹਿੰਦੇ ਤੇਰੀ ਗਰਦਨ ਉੱਪਰ ਲਵੇ ਕਾਉ, ਕਾਉ ਦਾ ਮਤਲਬ ਹੈਗਾ ਕਾਲ। ਬਿਲਕੁਲ ਲਵੇ ਦਾ ਮਤਲਬ ਹੈ ਬੋਲ ਰਿਹਾ ਹੈ ਕਾਲ।
ਦੇਖ ਲਓ। ਤੇਰੀ ਧੌਣ ਤੇ ਕਹਿੰਦਾ ਤੂੰ ਕਿੰਨਾ ਮਰਜੀ ਹੱਥ ਪੱਲੇ ਮਾਰਦਾ ਹੈ ਤੇ ਤੇਰੇ ਤੂੰ ਮਹਿਸੂਸ ਨਹੀਂ ਕਰਦਾ, ਪਰ ਬੰਦਾ ਕਿੱਥੇ ਸੋਚਦਾ ਕਿ ਮੈਂ ਮਰ ਜਾਣਾ। ਤੁਸੀਂ ਕਿਹਨੂੰ ਪਤਾ, ਤੁਹਾਨੂੰ ਪਤਾ ਕਿ ਇਹਨੂੰ ਮੌਤ ਤੁਹਾਨੂੰ ਪਤਾ ਇਹ ਤੁਸੀਂ ਮਰ ਜਾਣਾ। ਹੱਥ ਬਾਹਰ ਕੱਢੋ ਆਪਣਾ, ਇਹਨੂੰ ਵੇਖੋ, ਇਹਨੂੰ ਸਾੜ ਦੇਣਾ ਇੱਕ ਦਿਨ ਲੋਕਾਂ ਨੇ। ਜਿਹੜਾ ਕਾਂ ਹੈ ਨਾ ਤੁਹਾਡੇ ਅੰਦਰ ਫਿਰ ਬੋਲੇਗਾ ਉਹ ਗਿਆ ਕੰਮ। ਫਿਰ ਉਹ ਸਮਾਂ ਤੇ ਆਉਣਾ ਹੀ ਆਉਣਾ। ਹੁਣ ਮੇਰੀਆਂ ਅੱਖਾਂ ਵਾ, ਮੇਰਾ ਸਰੀਰ ਆ, ਹੁਣ ਮੈਨੂੰ ਬਹੁਤ ਚੰਗਾ ਲੱਗਦਾ, ਪਰ ਇੱਕ ਟਾਈਮ ਆਉਣਾ ਇਹਨੂੰ ਸਾੜ ਦੇਣਾ ਲੋਕਾਂ ਨੇ। ਬਿਲਕੁਲ ਸਾੜ ਇਹਨੂੰ ਵੀ ਜਾਣਾ ਪੈਣਾ ਸੰਸਾਰ ਤੋਂ, ਤੁਹਾਨੂੰ ਵੀ ਜਾਣਾ ਪੈਣਾ। ਇਸ ਕਰਕੇ ਕਹਿੰਦੇ ਆ ਨਾ ਫਨ ਉਪਰੀ ਕਰੋ। ਠੀਕ ਹੈ, ਫਨ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਨਹੀਂ, ਕੋਸ਼ਿਸ਼ ਕਰੋ ਇਹਨੂੰ ਭਗਤੀ ਸ਼ਾਂਤ ਕਰ ਸਕਦੀ। ਉਹਦਾ ਸ਼ਾਂਤ ਨਹੀਂ ਹੁੰਦੀ, ਫਨ ਕਿੱਥੋਂ ਨਿਕਲਦੀ ਹੈ। ਸਾਡੇ ਵੀ ਪਰਿਵਾਰ ਚ ਇੱਕ ਦੋ ਰਿਸ਼ਤੇਦਾਰ ਹੈਗੇ ਐਵੇਂ ਹੀ ਮੈਂ ਪਤਾ ਨੀ ਕੀ ਕਾਹਦੀ ਮੈਂ ਗੱਲਬਾਤ ਵੀ ਨਹੀਂ। ਜ਼ਰੂਰੀ ਨਹੀਂ ਹੈ ਕਿ ਬੰਦੇ ਕੋਲ ਪੈਸਾ ਹੋਵੇ ਤੇ ਹੰਕਾਰ ਹੁੰਦਾ। ਇੱਕ ਆਮ ਗਰੀਬ ਬੰਦੇ ਕੋਲ ਬੜਾ ਹੰਕਾਰ ਹੁੰਦਾ, ਬਹੁਤ ਬੜੀ। ਰੱਬ ਹੀ ਜਾਣਦਾ ਕਿੱਦਾਂ ਮਾਇਆ ਪਾਈ ਹੈ, ਇਹ ਬੰਦੇ ਨੂੰ ਜਫਾ ਪਾ ਲੈਂਦੀ ਹੈ। ਠੀਕ ਹੈ ਜੀ, ਅਗਲੀ ਤੋਂ ਕੋ ਬੋਲੋ ਨੇ ਜੈਸਾ ਤੂੰ ਕਾਹੇ ਗਰਭ ਹੈ ਬਾਵਲੀ। ਫਿਰ ਸਮਝਾ ਰਹੇ ਆ। ਦੇਖ ਲਓ ਭਗਤ ਜੀ ਕਹਿੰਦੇ ਆ ਕਿਉਂ ਇਨਸਾਨ, ਕਿਉਂ ਭਾਈ, ਕਿਉਂ ਹੇ ਜੀਵ ਇਸਤਰੀ ਤੂੰ ਕਿਉਂ ਇੰਨਾ ਕਮੰਡ ਕਰ ਰਹੀ ਹੈ, ਦੱਸ ਦੇ ਕਾਹਦੇ ਵਾਸਤੇ, ਇਹਦਾ ਫਾਇਦਾ ਦੱਸ ਦੇ ਤੈਨੂੰ ਕੀ ਹੋ ਰਿਹਾ। ਅੱਛਾ ਚਲੋ ਜੇ ਕਮੰਡ ਕਰ ਰਹੇ ਆ ਨਾ ਤੇ ਦੱਸ, ਚੱਲ ਇਹਦਾ ਫਾਇਦਾ ਦੱਸ ਦੇ ਵੀ ਕੀ ਹੋ ਰਿਹਾ ਤੈਨੂੰ, ਫਾਇਦਾ ਦੱਸ ਦੇ, ਗਿਣਾ ਦੇ ਮੈਨੂੰ ਆਹ ਫਾਇਦਾ ਹੋ ਰਿਹਾ ਇਹਦਾ। ਨੁਕਸਾਨ ਹੋ ਤਾਂ ਬਹੁਤ ਤਗੜਾ ਹੋ ਰਿਹਾ ਤੇ ਫਾਇਦਾ ਤੈਨੂੰ ਕੋਈ ਹੋ ਨਹੀਂ ਰਿਹਾ। ਜੈਸੇ ਭਾਦੋਂ ਖੁੰਭ ਰਾਜ, ਭਾਦੋਂ ਦੇ ਵਿੱਚ ਖੁੰਭ ਜਿਹੜੀ ਹੈਗੀ ਆ ਉਹ ਜਿਹਦੀ ਸਬਜ਼ੀ ਬਣਾਉਂਦੇ ਆ, ਉਹ ਖੁੰਭਾਂ ਉੱਗ ਜਾਂਦੀਆਂ। ਅਸੀਂ ਛੋਟੀਆਂ ਖੁੰਭਾਂ ਨੂੰ ਤਾਂ ਪੈਰ ਦੇ ਨਾਲ ਨਾ ਜਾ ਕੇ ਮੈਂ ਸਾਡੀ ਸੀਗੀ ਖੇਡ ਸੀਗੀ ਵੀ ਜਿੱਥੇ ਦਿਸਦੀ ਸੀ ਉੱਥੇ ਪੈਰ ਨਾਲ ਉਹਨੂੰ ਜਿਹੜਾ ਮਾਰ ਦਿੰਦੇ ਸੀਗੇ, ਬਸ ਇਵੇਂ ਤਾਂ ਕਰਨਾ। ਕਹਿੰਦੇ ਜੈਸੇ ਭਾਦੋਂ ਖੁੰਭ ਰਾਜ ਤੂੰ ਤਿਸ ਤੇ ਖਰੀ ਉਤਾਵਲੀ। ਕਹਿੰਦੇ ਉਸ ਤੋਂ ਜ਼ਿਆਦਾ ਤੂੰ ਜਿਹੜੀ ਹੈਗੀ ਕਾਲੀ ਹੈਗੀ, ਤੈਨੂੰ ਉਸ ਤੋਂ ਜ਼ਿਆਦਾ ਆਪਣੇ ਆਪ ਨੂੰ ਜਿਹੜਾ ਹੈਗਾ ਇਸਤਰੀ ਦੋਨੋਂ ਹੱਥਾਂ ਨਾਲ ਲੁਟਾ ਰਿਹਾ ਇਨਸਾਨ। ਆਪਣੇ ਦਿਨ ਜਿਹੜੇ ਹੈਗੇ ਦੋਨਾਂ ਹੱਥਾਂ ਦੇ ਨਾਲ ਆਪਾਂ ਜਿਹੜੇ ਖੁਦ ਜਿਹੜੇ ਹੈਗੇ ਆਪਣੇ ਆਪ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ। ਹਾਂਜੀ ਵੀਰ ਜੀ ਰਹਾਓ। ਇੱਥੋਂ ਇੱਕ ਚੀਜ਼ ਨੂੰ ਸਮਝੋ, ਜਿਹੜਾ ਹੰਕਾਰ ਹੈ ਕਾਫੀ ਖਤਰਨਾਕ ਦੋਸ਼ ਹੈ। ਹੰਕਾਰ ਤੇ ਇੱਕ ਕਾਮ ਬੜੀ ਦੂਰ ਤੱਕ ਆਉਂਦੇ, ਤੁਸੀਂ ਵੇਖੋਗੇ ਨਾ। ਦੂਜੇ ਅਲੱਗ ਹੈ, ਇਹ ਬੜੇ ਪਾਵਰਫੁਲ, ਬੜੀ ਦੂਰ ਤੱਕ ਆ ਜਾਂਦੇ। ਤੇ ਕਹਿੰਦੇ ਗਰਭ ਤੂੰ ਕਾਏ ਗਰਮੇ ਬਾਵਲੀ ਦਾ ਮਤਲਬ ਹੁੰਦਾ ਹੈ ਬੇਸਮਝ। ਕਾਹਨੂੰ ਇਸ ਚੱਕਰ ਚ ਪੈ ਗਈ, ਹਉਮੈ ਦੇ ਚੱਕਰ ਚ ਪੈ ਗਈ। ਔਰ ਤੇਰੀ ਹਉਮੈ ਕੀ ਕਰ ਰਹੀ ਆ, ਤੈਨੂੰ ਹੋਰ ਮਨੁੱਖਤਾ ਦੇ ਨਾਲੋਂ ਤੋੜ ਦਿੰਦੀ। ਹੁਣ ਜਦੋਂ ਬੰਦਾ ਹਉਮੈ ਚ ਆ ਜਾਂਦਾ ਨਾ, ਦੇਖੋ ਹਉਮੈ ਚ ਤੁਸੀਂ ਕਈ ਵਾਰੀ ਨਾ ਆਪਾਂ ਟੀਸੀ ਤੇ ਚੜ ਜਾਂਦੇ ਹਾਂ। ਟੀਸੀ ਤੇ ਚੜਦੇ ਆ, ਫਿਰ ਬੰਦੇ ਨੂੰ ਥੱਲੇ ਆਉਣਾ ਬੜਾ ਔਖਾ। ਜਿੱਦਾਂ ਤੁਸੀਂ ਘਰ ਦੇ ਖਰਚੇ ਵਧਾ ਲਓ, ਮੁੜ ਕੇ ਉਹਨਾਂ ਖਰਚਿਆਂ ਨੂੰ ਘਟਾਉਣਾ ਬੜਾ ਔਖਾ। ਹਾਂ, ਜੇਕਰ ਤੁਸੀਂ ਪਹਿਲਾਂ ਥੋੜੀ ਘੱਟ ਤਨਖਾਹ ਤੇ ਪਰਿਵਾਰ ਚਲਾਇਆ, ਘਰ ਸਿਸਟਮ ਚਲਾਉਂਦੇ, ਜੋ ਕੋਈ ਮੁਸ਼ਕਲ ਨਹੀਂ। ਪਰ ਜਦੋਂ ਥੋੜੇ ਜਿਹੇ ਪੈਸੇ ਦੇ ਵੱਧ ਆਉਣ ਲੱਗ ਪਏ, ਫਿਰ ਤੁਸੀਂ ਥੱਲੇ ਨਹੀਂ ਜਾ ਸਕਦੇ। ਮਿਕਚਰ ਜਿੰਨਾ ਖੁੱਲ ਗਿਆ ਨਾ, ਫਿਰ ਓਨਾ ਹੀ ਖੁੱਲਿਆ ਰਹਿਣਾ। ਤੋ ਇਸੇ ਚੀਜ਼ ਨੂੰ ਆਪਾਂ ਸਮਝੀਏ। ਤੂੰ ਕਹਿੰਦੇ ਕਿ ਤੂੰ ਬਾਵਲੀ ਕਾਹਦਾ ਤੂੰ ਗਰਭ ਕਰਦੀ ਆ, ਕਿਉਂਕਿ ਤੇਰਾ ਮਤਲਬ ਜਿਹੜਾ ਗਰਭ ਕਰਨਾ ਹੈ ਉਹ ਕੋਈ ਜ਼ਿਆਦਾ ਪਾਵਰਫੁਲ ਨਹੀਂ। ਔਰ ਇਹਦੇ ਕਰਕੇ ਵੀ ਤੂੰ ਦੁਖੀ ਆ, ਕੋਈ ਸੁਖੀ ਥੋੜੀ ਹੈਗਾ। ਨਿਜਾ ਸਾਹਿਬ ਬਿਲਕੁਲ, ਇਹਦੇ ਕਰਕੇ ਵੀ ਬਹੁਤ ਦੁਖੀ ਹੈ। ਹੁਣ ਤੁਸੀਂ ਵੇਖੋ, ਸੜਕ ਤੇ ਚੱਲ ਜਾਈਏ ਤੇ ਜਦੋਂ ਆਪਾਂ ਸੰਸਾਰ ਨੂੰ ਵੇਖਦੇ ਆ ਤੇ ਹਰ ਕੋਈ ਸਾਡੇ ਤੋਂ ਉੱਪਰ ਆਪਾਂ ਜਿੰਨਾ ਮਰਜ਼ੀ ਉੱਪਰ ਚੱਲ ਜਾਈਏ, ਕੋਈ ਨਾ ਕੋਈ ਸਾਡੇ ਉੱਪਰ ਬੈਠਾ ਹੋ। ਬਿਲਕੁਲ, ਚਾਹੇ ਤੁਸੀਂ ਤਨ ਦੇ ਤੌਰ ਤੇ ਲਾ ਲਓ, ਤੁਹਾਡੇ ਤਨ ਤੋਂ ਵਧੀਆ ਤਨ ਲੋਕਾਂ ਕੋਲ ਹੋਣਾ ਵਾ। ਜੇ ਤੁਹਾਡੇ ਕੋਲ ਧਨ ਵਧੀਆ ਹੈ ਤੇ ਭਾਵੇਂ ਤੁਹਾਡੇ ਕੋਲ ਰਹਿਣ ਦੀ ਜਗ੍ਹਾ ਵਧੀਆ ਵਾ, ਪਰ ਫਿਰ ਵੀ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਤੋਂ ਅੱਗੇ ਕੋਈ ਨਾ ਕੋਈ ਪੱਕਾ ਹੋਵੇਗਾ। ਕੋਈ ਨਾ ਕੋਈ ਨਹੀਂ, ਬਥੇਰੇ ਹੋਣਗੇ। ਕਿਉਂਕਿ ਬੰਦੇ ਨੂੰ ਲੱਗਦਾ ਕਿ ਮੈਂ ਸਭ ਤੋਂ ਅੱਗੇ, ਤੁਸੀਂ ਸਭ ਤੋਂ ਕਿਤੇ ਨਹੀਂ ਆ ਸਕਦੇ। ਪਰ ਬੰਦਾ ਇਸੇ ਚੱਕਰ ਚ ਲੱਗਾ ਰਹਿੰਦਾ ਕਿ ਮੈਂ ਉੱਪਰ ਚੱਲ ਜਾ। ਔਰ ਉਹ ਇੱਕ ਸਮਾਂ ਸੀ ਪਹਿਲਾਂ ਜ਼ਮਾਨਿਆਂ ਚ ਨਾ, ਬੰਦੇ ਦੀ ਚੰਗਿਆਈ ਦਾ ਮਾਣ ਹੁੰਦਾ ਸੀ, ਚੰਗਿਆਈ ਦਾ ਕਰਕੇ ਉਹਦੇ ਚ ਗੁਣ ਵਧੀਆ, ਇਮਾਨਦਾਰ ਬੜਾ ਵਧੀਆ। ਪਰ ਹੁਣ ਅੱਜ ਕੱਲ੍ਹ ਸਮਾਂ ਬਦਲ ਚੁੱਕਿਆ ਹੈ। ਲੋਕ ਕਹਿੰਦੇ ਨੇ ਕਿ ਇਹਦੇ ਕੋਲ ਧਨ ਦੌਲਤ ਬਹੁਤ ਹੈ,
ਹੂੰ ਬੰਦਾ ਬਹੁਤ ਵੱਡਾ ਹੈ। ਪਹਿਲਾਂ ਕਹਿੰਦੇ ਸੀ ਬੰਦਾ ਬਹੁਤ ਸੱਚਾ ਹੈ, ਬੰਦਾ ਬੜਾ ਇਮਾਨਦਾਰ ਹੈ, ਇਹ ਬੰਦਾ ਬੜਾ ਵਫਾਦਾਰ ਹੈ। ਪਰ ਅੱਜ ਕੱਲ ਮੈਨੇ ਬਦਲ ਗਏ ਆ, ਉਹ ਵੀ ਇਹਦੇ ਕੋਲ ਗੱਡੀਆਂ ਬਹੁਤ ਜ਼ਿਆਦਾ ਨੇ, ਇਹਦੇ ਕੋਲ ਜ਼ਮੀਨ ਬਹੁਤ ਆ। ਕਿਉਂਕਿ ਜਿਹੜੇ ਭੌਤਿਕ ਲੋਕ ਆ ਉਹ ਬੰਦੇ ਦੀ ਅੰਦਰ ਦੀ ਖੂਬੀ ਨਹੀਂ ਵੇਖਦੇ, ਉਹ ਬਾਹਰੀ ਜੋ ਉਹਨੂੰ ਦਿਖਦਾ ਹੈ ਉਹਦੀ ਦ੍ਰਿਸ਼ਟੀ 'ਚ ਉਹ ਬਹੁਤ ਵੱਡਾ, ਇਹਦੀ ਪੈਲੀ ਬਹੁਤ ਹੈ ਜ਼ਿਆਦਾ। ਹੁਣ ਆਹ ਜਿਹੜੀਆਂ ਚੀਜ਼ਾਂ ਵਾ, ਹੁਣ ਆਪਾਂ ਬੱਚਿਆਂ ਨੂੰ ਉਹ ਚੀਜ਼ਾਂ ਹੀ ਸਿਖਾਉਂਦੇ ਆ, ਪਦਾਰਥਾਂ ਦੇ ਬਾਰੇ ਜ਼ਿਆਦਾ ਸਿਖਾਉਂਦੇ ਉਹਨੂੰ ਅੱਗੇ ਉਹਨੂੰ ਚੰਗਾ ਇਨਸਾਨ ਨਹੀਂ ਬਣ ਦਿੰਦੇ ਆਪਾਂ। ਪਰ ਜੇ ਬਣਨ ਦੀ ਕੋਸ਼ਿਸ਼ ਵੀ ਕਰੇਗਾ ਵਿਚਾਰਾ, ਇਹ ਆਪਾਂ ਨੂੰ ਰੋਕ ਦਿੰਦੇ ਆ। ਬਿਲਕੁਲ ਸਹੀ ਗੱਲ ਹੈ। ਇਹੀ ਬਹੁਤ ਵੱਡਾ ਜਿਹੜਾ ਹੈਗਾ ਸੋਸ਼ਲ ਜਿਹੜਾ ਹੈਗਾ ਪ੍ਰੋਬਲਮ ਹੈਗੀ ਭਾਈ। ਆਹੋ, ਸਾਡਾ ਬੱਚਾ ਕਿਤੇ ਧਾਰਮਿਕ ਬਣਨ ਦੀ ਕੋਸ਼ਿਸ਼ ਕਰੇ, ਕਿਸੇ ਦਾ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰੇ, ਤੇ ਆਪਾਂ ਕਹਿ ਦਿੰਦੇ ਵੀ ਤੂੰ ਠੇਕਾ ਲਿਆ। ਪਰ ਨਹੀਂ, ਮੈਂ ਕਹਿੰਦਾ ਤੂੰ ਇਨਸਾਨ ਬਣ। ਗੁਰਜੀਤ ਸਾਹਿਬ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਕਿ ਮੈਂ ਚੰਡੀਗੜ੍ਹ ਪੜ੍ਹਿਆ, ਉਦੋਂ ਸਾਡੇ ਸਕੂਲ 'ਚ ਇੱਕ ਸਬਜੈਕਟ ਹੁੰਦਾ ਸੀ ਮੋਰਲ ਸਾਇੰਸ। ਬਿਲਕੁਲ ਮੋਰਲ ਸਾਇੰਸ ਸਿਖਾਉਂਦੇ ਸੀਗੇ ਵੀ ਤੁਸੀਂ ਕਿੱਦਾਂ ਚੰਗੇ ਇਨਸਾਨ ਬਣਨਾ, ਮਾੜੇ ਕੰਮਾਂ ਤੋਂ ਦੂਰ ਰਹੋ। ਹੁਣ ਮੇਰਾ ਖਿਆਲ ਮੋਰਲ ਸਾਇੰਸ ਤਾਂ ਕੋਈ ਸਕੂਲ 'ਚ ਪੜ੍ਹਾਈ ਨਹੀਂ ਜਾਂਦੀ। ਨਾ ਖਤਮ ਹੋ ਗਿਆ ਜੀ, ਮੋਰਲ ਸਾਇੰਸ ਗਾਇਬ ਹੋ ਗਈ ਹੈ। ਬਿਲਕੁਲ ਹਾਂ, ਉਹ ਸਾਇੰਸ ਦਾ ਮਤਲਬ ਤੇ ਇਹੀ ਆ ਕਿ ਹੁਣ ਕਿ ਤੁਸੀਂ ਅਮੀਰ ਕਿੱਦਾਂ ਬਣਨਾ, ਆਹ ਸਾਇੰਸ ਆ ਗਈ ਆ। ਪਰ ਉਹ ਨਹੀਂ ਸੋਚਦੇ ਕਿ ਤੂੰ ਮਤਲਬ ਜਦ ਤੱਕ ਇਹ ਧਰਤੀ ਤੇ ਇਨਸਾਨ ਮਨ ਨੂੰ ਨਹੀਂ ਸਵੀਕਾਰ, ਆਪ ਦੁਨੀਆ ਦੀ ਕਿਸੇ ਵੀ ਸਕੂਲ ਕਾਲਜ 'ਚ ਚੱਲ ਜਾਓ, ਉਹ ਕਹਿੰਦੇ ਮਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ, ਕੋਈ ਨਹੀਂ ਹੈਗੀ, ਆਤਮਾ ਵੀ ਨਹੀਂ ਹੈਗੀ। ਜਦੋਂ ਤੁਸੀਂ ਇਹਨਾਂ ਦੋਨਾਂ ਨੂੰ ਛੱਡ ਦਿੰਦੇ ਜੋ, ਤਾਂ ਫਿਰ ਬਾਕੀ ਰਹਿ ਕੀ ਗਿਆ? ਕੁਛ ਵੀ ਨਹੀਂ, ਕੁਛ ਨਹੀਂ ਰਹਿ ਗਿਆ। ਉਹ ਇਹਨਾਂ ਦੋਨਾਂ ਨੂੰ ਹੀ ਰਿਜੈਕਟ ਕਰਦੇ। ਔਰ ਇਹ ਕਿਉਂਕਿ ਪਦਾਰਥਾਂ ਨੂੰ ਵੇਖਦੇ, ਉਹ ਪਦਾਰਥ ਦੇ ਬਾਰੇ ਗਿਆਨ ਹੈਗਾ, ਇਸ ਤੱਤ ਦੇ ਬਾਰੇ ਕਿਉਂ ਨਹੀਂ ਬੋਲਣਾ ਚਾਹੁੰਦੇ, ਇਹਦੇ ਬਾਰੇ ਪਤਾ ਨਹੀਂ ਲੋਕਾਂ ਨੂੰ ਜ਼ਿਆਦਾ। ਇਸ ਕਰਕੇ ਉਹ ਫਿਰ ਉਹਨਾਂ ਨੂੰ ਇਨਫੀਰੀਅਰਟੀ ਲੱਗਦੀ ਹੈ ਕਿ ਅਸੀਂ ਸ਼ਾਇਦ ਪਿੱਛੇ ਨਾ ਰਹਿ ਜਾਈਏ, ਇਸ ਟੌਪਿਕ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ। ਉਹ ਗੱਲ ਕਰਨਗੇ, ਇੱਧਰ ਉੱਧਰ ਦੀਆਂ ਗੱਲਾਂ ਕਰਨਗੇ। ਇਹ ਜਿਹੜੇ ਕੁਝ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਜਾਣਿਆ ਕਿ ਬੰਦਾ ਜਿਹੜਾ ਇੱਕ ਮਨ ਦੇ ਪਿੱਛੇ ਸਾਰਾ ਜੀਵਨ ਬਤੀਤ ਕਰਦਾ, ਆਪਾਂ ਮਨ ਹੀ ਸਾਡਾ ਜਿਹੜਾ ਹੈਗਾ, ਸਾਡਾ ਜਿਹੜਾ ਅੰਦਰ ਕੋਈ ਇੱਕ ਸੰਕਲਪ ਕਰਦਾ, ਵਿਕਲਪ ਕਰਦਾ ਹੈ, ਕੰਮ ਨੂੰ ਕਰਨਾ ਹੈ ਨਹੀਂ ਕਰਨਾ ਹੈ, ਖਾਣਾ ਨਹੀਂ ਖਾਣਾ, ਕਿਉਂ ਖਾਣਾ, ਕਿੱਥੇ ਖਾਣਾ, ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ। ਉਹਦਾ ਸੈਕਟਰੀ ਹੈ ਬੁੱਧੀ। ਇੱਕ ਬੁੱਧੀ ਵੀ ਹੈਗੀ ਹੈ, ਦੋਨੇ ਇਕੱਠੀਆਂ ਹੀ ਹੈ, ਕਿਉਂਕਿ ਉਹਦਾ ਕੰਮ ਨਹੀਂ ਬਣੇਗਾ। ਜੇ ਬੁੱਧੀ ਹੋਊਗੀ ਸਾਰੀ ਕੱਲੀ, ਤੇ ਫਿਰ ਗੇਮ ਦਾ ਮਜ਼ਾ ਨਹੀਂ ਨਾ ਆਉਣਾ। ਨਾਲ ਕਬੁੱਧੀ ਵੀ ਬਿਲਕੁਲ। ਕਬੁੱਧੀ ਕਹਿੰਦੀ ਆ ਕਿ 4 ਭਰਾ ਜੋ ਛੱਡ ਖੜਾ, ਤੂੰ ਵੱਡਾ ਵਾ, ਨਿਕਲ ਜਾ ਡਿੰਗਾਂ ਥੁੱਕ ਲਾ ਕੇ, ਕੀ ਲੋੜ ਪਈ ਐਵੇਂ ਪੰਗਾ ਲੈਣ ਦੀ, ਇੱਕ ਕਾਢਿਆਂ ਦੇ ਭੌਂ 'ਚ ਰਵੇਂਗਾ ਤੇ ਐਵੇਂ ਜੱਬ ਪਿਆ ਰਹਿਣਾ। ਆਖਰ 'ਚ ਸਵਾਹ ਪੈਣੀ ਆ, ਕਿਉਂਕਿ ਜੋ ਮਰਜ਼ੀ ਕਰਦਾ ਹੈ ਤੇ ਪੈਂਦੀ ਤੇ ਸਵਾਹ ਜ਼ਰੂਰ ਹੈ, ਇਹ ਤੇ ਗਰੰਟੀ ਹੈ। ਪਰ ਬੁੱਧੀ ਕਹਿੰਦੀ ਹੈ ਨਹੀਂ, ਤੂੰ ਜ਼ਿੰਮੇਵਾਰੀ ਨਿਭਾ, ਤੇਰੇ ਆਪਣੇ ਹੈਗੇ ਆ, ਇਹਨਾਂ ਨੂੰ ਚੁੱਕ, ਇਹਨਾਂ ਨੂੰ ਪੜ੍ਹਾਈ ਕਰਾ, ਜਾਂ ਕੋਈ ਇਹਨਾਂ ਦੀ ਹੈਲਪ ਕਰ। ਹਾਂ, ਸਵਾਹ ਪਊਗੀ, ਕੋਈ ਗੱਲ ਨਹੀਂ, ਪਰ ਤੇਰਾ ਰੱਬ ਤੇ ਜਾਣਦਾ ਨਾ ਤੂੰ ਸੱਚਾ, ਕਿਉਂਕਿ ਸੰਸਾਰ ਨੇ ਤੈਨੂੰ ਐਪਰੀਸ਼ੀਏਟ ਤੇ ਨਹੀਂ ਕਰਨਾ, ਇਹ ਤੇ ਪੱਕੀ ਗੱਲ ਹੈ ਨਜਰ ਸਾਹਿਬ। ਬਿਲਕੁਲ। ਕਿਉਂਕਿ ਦੇਖੋ, ਸੱਚਾ ਕੰਮ ਕਰੋਗੇ, ਐਪਰੀਸ਼ੀਏਸ਼ਨ ਲੋਕਾਂ ਦੀ ਨਹੀਂ ਮਿਲਣੀ ਤੁਹਾਨੂੰ, ਕਿਉਂਕਿ ਲੋਕਾਂ ਦੀ ਐਪਰੀਸ਼ੀਏਸ਼ਨ ਉਹ ਚੀਜ਼ ਆ ਹੀ ਨਹੀਂ ਸਕਦੀ। ਕਿਉਂ ਨਹੀਂ ਆਵੇਗੀ? ਕਿਉਂਕਿ ਉਹਦੀ ਕੀਮਤ ਸੱਚ ਦੇ ਦਰਬਾਰ 'ਚ ਹੀ ਆ, ਸੰਸਾਰ 'ਚ ਨਹੀਂ ਹੈਗੀ। ਹੁਣ ਤੁਸੀਂ ਇਮਾਨਦਾਰੀ ਨਾਲ ਜੀਵਨ ਬਤੀਤ ਕਰੋਗੇ ਤੇ ਤੁਹਾਨੂੰ ਕਿੰਨੀ ਕੁ ਐਪਰੀਸ਼ੀਏਸ਼ਨ ਮਿਲੂ? ਕੁਛ ਵੀ ਨਹੀਂ। ਹਾਂਜੀ, ਪਰ ਜਦੋਂ ਤੁਸੀਂ ਸਹੀ ਤਰ੍ਹਾਂ ਜੀਵਨ ਬਤੀਤ ਕਰੋਗੇ ਤੇ ਪ੍ਰਮਾਤਮਾ ਦੇ ਘਰ ਐਪਰੀਸ਼ੀਏਸ਼ਨ ਮਿਲੂ, ਕਿਉਂਕਿ ਸੰਸਾਰੀ ਜਿਹੜਾ ਵਾ ਉਹ ਅਲੱਗ ਕਿਸਮ ਦੀ ਐਪਰੀਸ਼ੀਏਸ਼ਨ ਦਿੰਦਾ। ਹੁਣ ਦੱਸੋ, ਹੁਣ ਮੇਰੇ ਵਰਗਾ ਇੱਥੇ ਬੈਠਾ ਹੋਵੇ, ਗੱਲਬਾਤ ਕੋਈ ਵੀ ਨਹੀਂ, ਮੈਂ ਕਹਾਂ ਜੀ ਨਿੱਜਰ ਸਾਹਿਬ ਬੜੀ ਗੱਲ ਜੀ, ਤੁਸੀਂ ਜਾਓਗੇ ਸਵਰਗ। ਹੁਣ ਇੱਥੇ ਉਹ ਬੰਦਾ ਮਰ ਜਾਂਦਾ, ਉੱਥੇ ਮੇਰੇ ਵਰਗਾ ਫੜ ਕੇ ਸਪੀਕਰ, ਜੀ ਇਹ ਜੀ ਸਵਰਗਵਾਸੀ ਨੇ, ਉਹ ਬੰਦਾ ਪੁੱਛੇ ਤੂੰ ਛੱਡ ਕੇ ਆਇਆ ਉਹਨੂੰ ਹੈਂ? ਪਰ ਲੋਕੀ ਕਹਿ ਦਿੰਦੇ ਨਿੱਜਰ ਸਾਹਿਬ, ਇਹ ਜੀ ਹੁਣ ਬਿਕੁੰਠ 'ਚ ਚੱਲ ਗਿਆ, ਇਹ ਜੀ ਫਲਾਨੀ ਜਗ੍ਹਾ 'ਚ ਚੱਲ ਗਿਆ। ਬੰਦਾ ਪੁੱਛੇ ਤੂੰ ਛੱਡ ਗਿਆ ਉਹਨੂੰ, ਤੂੰ ਆਪ ਇੱਥੇ ਬੈਠਾ, ਤੂੰ ਕਿੱਦਾਂ ਕਹਿਦਾ ਕਿ ਉਹ ਸਵਰਗ 'ਚ ਗਿਆ? ਇਹ ਜੀ ਬੜਾ ਬੰਦਾ ਨੇਕ ਸੀ। ਸੋ
ਜਿਹੜੇ ਬੰਦੇ ਉਹ ਕਮੈਂਟ ਕਰ ਰਹੇ ਨੇ, ਪਹਿਲੀ ਗੱਲ ਤੇ ਉਹ ਚੀਜ਼ ਨੂੰ ਜਾਣਦੇ ਹੀ ਨਹੀਂ। ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਦਾ ਪਤਾ ਨਹੀਂ ਆ ਉਹਦੇ ਬਾਰੇ ਬੋਲਣਾ ਵੀ ਨਹੀਂ ਚਾਹੀਦਾ, ਪਰ ਲੋਕੀ ਬੋਲਦੇ। ਹੁਣ ਅਸਲੀ ਜਿਹੜਾ ਸਵਰਗ ਗਿਆ ਬੰਦਾ ਜਾਂ ਨਰਕ ਗਿਆ, ਇਹਦਾ ਫੈਸਲਾ ਬੰਦਾ ਖੁਦ ਹੀ ਕਰ ਸਕਦਾ। ਤੁਸੀਂ ਆਪਣਾ ਜੀਵਨ ਤੇ ਨਜ਼ਰ ਮਾਰ ਲਓ, ਪਿੱਛੇ ਘੁੰਮ ਕੇ ਵੇਖ ਲਓ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਤੁਸੀਂ ਕਿੱਥੇ ਜਾਣਾ। ਤੁਸੀਂ ਤਿਆਰੀ ਕੀਤੀ ਆਲਰੇਡੀ ਕਾਫੀ ਜ਼ਿਆਦਾ। ਦੇਖੋ ਜਿਹੜਾ ਤੁਸੀਂ ਪੇਪਰ ਤਿਆਰ ਕਰਕੇ ਬੈਠੇ ਜੋ ਲਿਖੋਗੇ ਉਹੀ, ਵੱਖਰਾ ਤੇ ਨਹੀਂ ਲਿਖ ਦੇਣਾ ਤੁਸੀਂ। ਹਨਾ, ਬਿਲਕੁਲ। ਹੁਣ ਤੁਹਾਡੀ ਕਿੰਨੀ ਉਮਰ ਹੈ, ਮੇਰੀ ਹੁਣ 43 ਸਾਲ ਦੀ ਉਮਰ ਹੈ, ਚਲੋ ਸਾਲ ਵੱਧ ਘੱਟ ਹੋ ਸਕਦਾ, ਪਰ ਮਤਲਬ ਇਹ ਕਿ 43 ਸਾਲ ਚ ਮੈਂ ਕਿੱਦਾਂ ਦਾ ਪੇਪਰ ਦੇ ਕੇ ਬੈਠਾ ਵਾਂ, ਉਹਦੇ ਸਿਰ ਅੱਜ ਦੀ ਡੇਟ ਚ ਮੈਂ ਜਾਣਦਾ ਵਾਂ ਤੇ ਉਹਦੇ ਸਿਰ ਤੇ ਮੇਰਾ ਕੰਮ ਨਿਬੜਨਾ ਵਾ। ਕੋਈ 2-4 ਮਿੰਟ ਦੀ ਗੇਮ ਥੋੜੀ ਕਿ ਤੁਸੀਂ ਅੱਜ ਰੱਬ ਦਾ ਨਾਂ ਲੈ ਲਿਆ ਤੇ ਮੁੜ ਕੇ 5-6 ਮਹੀਨੇ ਸਾਲ ਵੇਖਿਆ ਹੀ ਨਹੀਂ। ਉਹ ਫਿਰ ਜਿੰਨਾ ਕੁ ਤੁਸੀਂ ਪੜੋਗੇ ਓਨਾ ਹੀ ਤੁਹਾਡਾ ਕੰਮ ਆਊਗਾ। ਬਾਕੀ 6-7 ਮਹੀਨੇ ਜੇ ਤੁਸੀਂ ਨਹੀਂ ਪੜਿਆ ਤੇ ਉਹ ਤੁਹਾਡਾ ਮਾਈਨਸ ਹੋ ਜਾਣਾ। ਧਰਮ ਇੱਕ ਜ਼ਬਰਦਸਤ ਇੱਕ ਇੰਟਰਸਟਿੰਗ ਗੇਮ ਹੈ, ਪਰ ਬੰਦਾ ਇੱਥੋਂ ਭੱਜ ਜਾਂਦਾ। ਬੰਦਾ ਕੋਈ ਇੰਟਰਸਟਡ ਨਹੀਂ ਹੈਗਾ ਇਹਦੇ ਚ। ਇਸੇ ਕਰਕੇ ਬਾਣੀ ਫਿਰ ਕਹਿ ਦਿੰਦੀ ਹੈ ਕਿ ਘੁੱਟਣ ਦੇ ਵਿੱਚ ਇੱਕ ਹੈਗਾ, ਕਿਉਂਕਿ ਗੇਮ ਨੂੰ ਸਮਝਣਾ ਇੱਕ ਬਹੁਤ ਵੱਡੀ ਗੱਲ ਹੈ। ਇੱਕ ਚੀਜ਼ ਨੂੰ, ਉਸ ਰੋਲ ਨੂੰ, ਇੱਕ ਰੋਲ ਜਿਹੜਾ ਹੈ ਤੁਸੀਂ ਪ੍ਰੋਪਰ ਨਿਭਾਉਣਾ। ਬੰਦਾ ਨਹੀਂ ਨਿਭਾਉਣਾ ਚਾਹੁੰਦਾ, ਬੰਦਾ ਬੇਈਮਾਨ ਹੈਗਾ, ਭੱਜ ਜਾਂਦਾ ਜ਼ਿੰਮੇਵਾਰੀ ਤੋਂ। ਮਾੜਾ ਜਿਹਾ ਘਾਟਾ ਪੈਣ ਡਿਆ ਪਏ ਕਹਿੰਦਾ ਛੱਡੋ ਖੜਾ ਜੀ, ਇਹ ਕੰਮ ਮਹਿੰਗੇ ਦਾ, ਇਹ ਚ ਕੋਈ ਫਾਇਦਾ ਨਹੀਂ ਹੈਗਾ। ਇਹਨੂੰ ਲਾ ਕਰਨਾ ਬੰਦਾ ਧਰਮੀ ਕੋਈ ਉੱਥੇ ਹੀ ਬਣਦਾ ਵਾ ਜਿੱਥੇ ਬੈਨੀਫਿਟ ਆ। ਹੁਣ ਤੁਸੀਂ ਵੇਖੋਗੇ ਗੁਰਦੁਆਰੇ ਮੰਦਿਰਾਂ ਚ ਕਿਹੜੇ ਬੰਦੇ ਜਾਂਦੇ ਨੇ ਕੇਵਲ ਆਪਣੀਆਂ ਡਿਮਾਂਡਾਂ ਲੈਣ ਵਾਸਤੇ। ਉਹ ਦੱਸਿਆ ਗਿਆ ਵਾ ਕਿ ਉੱਥੇ ਮੱਥਾ ਟੇਕੋਗੇ ਤੁਹਾਨੂੰ ਫਲਾਣੀ ਚੀਜ਼ ਮਿਲ ਜੂਗੀ, ਬੰਦਾ ਉੱਥੇ ਚੱਲ ਜਾਂਦਾ ਹੈ। ਉੱਥੇ ਜਾ ਕੇ ਕਹਿ ਦੋ ਕਿ ਇੱਥੇ ਚਾਲੀਏ ਪੜੋ ਨਿਜਰ ਸਾਹਿਬ। ਬਿਲਕੁਲ ਇੱਥੇ ਸਾਡੇ ਲਾਗੇ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਉੱਤੇ ਕਹਿੰਦੇ ਇਹਨੇ ਪਾਠ ਪੜੋ, ਲੋਕੀ ਪਹੁੰਚ ਜਾਂਦੇ। ਦੁਪਹਿਰਾ ਕੀ ਕਹਿੰਦੇ ਉਹਨੂੰ, 40 ਸਾਲ ਨਹੀਂ ਨਿਜਰ ਸਾਹਿਬ, ਪਤਾ ਨਹੀਂ ਕੀ ਹਫ਼ਤੇ ਚ ਇੱਕ ਦਿਨ ਜਾਂਦੇ। ਅੱਛਾ, ਚੁਪਹਿਰਾ ਜੀ। ਹਾਂ ਚੁਪਹਿਰਾ ਉੱਥੇ ਚੁਪਹਿਰਾ ਕਰਨ ਜਾਂਦੇ ਆ। ਚੁਪਹਿਰੇ ਦਾ ਮਤਲਬ ਕੀ ਹੈ, ਮਹਾਰਾਜ ਮੇਰਾ ਆਈਲੈਟਸ ਕਰੋ, ਮੇਰੇ ਫਲਾਣੇ ਕੰਮ ਕਰੋ, ਮੈਨੂੰ ਘਰ ਨਹੀਂ ਹੈਗਾ, ਮੈਨੂੰ ਘਰ ਦਓ, ਸਭ ਬਿਜਨਸ। ਤੇ ਮਹਾਰਾਜ ਜੇ ਕਹਿੰਦਾ ਮੈਂ ਤੁਹਾਡੇ ਘਰ ਆ ਜਾ, ਨਹੀਂ ਤੁਸੀਂ ਨਾ ਆਇਓ, ਤੁਸੀਂ ਉੱਥੇ ਰਹੋ ਗੁਰਦੁਆਰੇ ਦੇ ਅੰਦਰ, ਉੱਥੇ ਠੀਕ ਹੈ, ਬਾਕੀ ਘਰ ਦਾ ਹੀ ਮੈਨੇਜ ਕਰ ਲਾਂਗੇ। ਕਹਿਣ ਤੋਂ ਭਾਵ ਹੈ ਕਿ ਜਿੱਥੇ ਆਪਾਂ ਸ਼ਕਤੀਹੀਣ ਆ ਆਪਾਂ ਉੱਥੇ ਡਿਮਾਂਡ ਕਰਦੇ। ਪਰ ਪ੍ਰਮਾਤਮਾ ਦੇਖੋ, ਪ੍ਰਮਾਤਮਾ ਇਹ ਕਹਿੰਦਾ ਕਿ ਤੂੰ ਜਿਹੋ ਜਿਹਾ ਕੰਮ ਕਰ ਲੇਗਾ ਤੈਨੂੰ ਫਲ ਮਿਲ ਜੂਗਾ। ਤੂੰ ਪੜ੍ਹ ਜਾਏਗਾ, ਪੜ੍ਹਾਈ ਕਰੇਗਾ, ਤੇਰੇ ਪੇਪਰ ਵਧੀਆ ਹੋ ਜਾਣਗੇ। ਤੂੰ ਨਹੀਂ ਪੜ੍ਹੇਗਾ ਤੇ ਪੇਪਰ ਤੇਰੇ ਮਾੜੇ ਹੋ ਜਾਣਗੇ। ਮਹਾਰਾਜ ਦੇਖੋ ਪਤਾ ਕੀ ਆ, ਮਹਾਰਾਜ ਸਾਨੂੰ ਇਹੋ ਕਹਿਣਾ ਚਾਹੁੰਦਾ ਕਿ ਤੂੰ ਆਪਣੇ ਜੀਵਨ ਦੀ ਜਿਹੜੀ ਤੇਰੀ ਕੰਟਰੋਲ ਆ, ਸ਼ਕਤੀ ਆ, ਉਹਨੂੰ ਤੂੰ ਆਪਣੇ ਹੱਥਾਂ 'ਚ ਰੱਖ, ਜਿੱਧਰ ਮਰਜ਼ੀ ਲਈ ਜਾ। ਇੱਥੋਂ ਤੱਕ ਕੁਦਰਤ ਦੇਖੋ, ਕੁਦਰਤ ਸਾਡੇ ਮਾੜੇ ਕਰਮ ਨੂੰ ਵੀ ਨਹੀਂ ਰੋਕਣਾ ਚਾਹੁੰਦੀ। ਅਸੀਂ ਕੋਈ ਮਾੜਾ ਕੰਮ ਕਰਦੇ ਆ ਨਾ ਨਿਜਰ ਸਾਹਿਬ, ਬਿਲਕੁਲ ਨਹੀਂ ਰੋਕਣਾ ਚਾਹੁੰਦੀ, ਕਿਉਂਕਿ ਕੁਦਰਤ ਜਿਹੜੀ ਹੈ ਗੇਮ ਪਾਈ ਹੋਈ ਆ, ਉਹ ਗੇਮ ਆ ਭਾਈ, ਉਹ ਤਾਂ ਖੇਡ ਆ। ਖੇਡ ਦੇ ਵਿੱਚ ਜਿਹੜਾ ਹੈਗਾ ਆਪਾਂ ਜੋ ਵੀ ਕਰਾਂਗੇ ਆਪਾਂ ਨੂੰ ਕੋਈ ਬਿਲਕੁਲ ਐਂਡ ਤੱਕ ਨਹੀਂ ਰੋਕਦੀ ਕੁਦਰਤ। ਨਾ ਤੁਹਾਨੂੰ ਕਿਤੇ ਨਹੀਂ ਕਹੂਗੀ ਕਿ ਨਾ ਕਰ ਕੰਮ। ਹਾਂ, ਆਵਾਜ਼ ਆਉਂਦੀ ਹੈ, ਇਹ ਸਹੀ ਨਹੀਂ ਆ, ਹਾਂ, ਪਰ ਤੁਹਾਡਾ ਗੁੱਟ ਨਹੀਂ ਫੜਦੀ ਨਾ। ਲੋਕੀ ਕਹਿੰਦੇ ਆ ਜੀ ਉਹ ਰੱਬ ਪਾਪ ਨੂੰ ਰੋਕ ਕਿਉਂ ਨਹੀਂ ਦਿੰਦਾ। ਵਾਹ, ਗੇਮ ਹੀ ਬੰਦ ਹੋ ਗਈ ਫਿਰ ਤਾਂ ਰੋਕਦਾ ਤੇ। ਮੈਂ ਤੇ ਫਿਰ ਫਿਲਮ ਚ ਵਿਲਨ ਨੂੰ ਕੱਢ ਦੋ, ਫਿਰ ਫਿਲਮ ਕਾਹਦੀ। ਹਾਂ, ਬਿਲਕੁਲ ਸਹੀ ਗੱਲ ਹੈ। ਹੀਰੋ ਕੱਲਾ ਕੀ ਕਰੂਗਾ, ਤੁਸੀਂ ਕਹਿਣਾ ਮਜ਼ਾ ਨਹੀਂ ਆਇਆ, ਤੂੰ ਵਿਲਨ ਨਹੀਂ ਹੈਗਾ। ਉਹ ਕਿੱਦਾਂ ਵੇਖਿਆ, ਉਹ ਹੀਰੋ ਦੇ ਘਰੇ ਜਾਂਦਾ ਵਿਲਨ, ਉਹਦੀ ਮਾਂ ਨੂੰ ਜਾਂ ਭੈਣ ਨੂੰ ਚੁੱਕ ਕੇ ਲਿਆਉਂਦਾ, ਫਿਰ ਮੇਰੇ ਅੱਗੇ ਕੁਰਸੀਆਂ ਤੇ ਬਹਿ ਜਾਂਦੇ ਹੌਲੀ ਜਿਹੇ ਕਰਕੇ। ਹੀਰੋ ਆਇਆ ਨਹੀਂ, ਫਿਰ ਉਹ ਉਹਨਾਂ ਨੂੰ ਟੌਰਚਰ ਕਰਦਾ, ਮਾਰਦਾ, ਕੁੱਟਦਾ। ਫਿਰ ਜਿਵੇਂ ਕੁੱਟਦਾ ਲੋਕਾਂ ਦੇ ਮਨ ਚ ਗੁੱਸਾ ਆਉਂਦਾ, ਹੀਰੋ ਕਿੱਥੇ ਗਿਆ, ਹੀਰੋ ਆ ਰਿਹਾ ਵਾ ਪਰ ਹੀਰੋ ਰਾਹ ਚ ਫਸ ਗਿਆ, ਪੁਲਿਸ ਨੇ ਰੋਕ ਲਿਆ ਜਾਂ ਕੋਈ ਦੀ ਗੱਡੀ ਖਰਾਬ ਹੋ ਗਈ। ਲੋਕੀ ਹੋਰ ਇੰਟਰਸਟ, ਹੀਰੋ ਨਹੀਂ ਆ ਰਿਹਾ, ਕਿਉਂਕਿ ਲੋਕਾਂ ਨੂੰ ਪਤਾ ਹੈ ਨਾ, ਲੋਕੀ ਉਹ ਅਸਲ ਚ ਖੁਦ ਮਾਰਨਾ ਚਾਹੁੰਦੇ ਨੇ। ਤੁਸੀਂ ਨਹੀਂ ਵੇਖਿਆ ਅੜੇ ਧਰਮਿੰਦਰ ਹੋਣੀ, ਅਮਿਤਾਭ ਬੱਚਨ ਹੋਣੀ, ਇਹ ਕਿਉਂ ਫੇਮਸ ਹੋ ਗਏ ਉਦੋਂ? ਉਸ ਸਮੇਂ ਦੇ ਵਿੱਚ ਨਾ ਲੋਕ ਬੜੇ ਕਰਪਟ ਸੀ, ਨੇਤਾ ਬਹੁਤ ਕਰਪਟ ਸੀ। ਇਹ ਨੇਤਾ ਨੂੰ ਕੁੱਟਣਾ ਚਾਹੁੰਦੇ ਸੀ, ਤੇ ਆਮ ਬੰਦਾ ਤਾਂ ਕੁੱਟ ਨਹੀਂ ਸਕਦਾ ਸੀ, ਇਸ ਕਰਕੇ ਫਿਲਮਾਂ 'ਚ ਹੀਰੋ ਕੁੱਟ ਦਿੰਦਾ ਵਾ। ਤੇ ਉਹ ਜਿਹੜਾ ਇਹਨਾਂ ਦਾ ਕੰਮ ਹੀ, ਲੋਕਾਂ ਦਾ ਕੰਮ ਹੀਰੋ ਕਰ ਦਿੰਦੇ ਸੀ।
ਇਹ ਕਰਕੇ ਲੋਕਾਂ ਨੇ ਦਿਨਾਂ ਦਿਨ ਜੀ ਉਹ ਸੁਪਰਸਟਾਰ ਹੋ ਗਏ। ਇਹ ਨਿੱਜਰ ਸਾਹਿਬ ਬਹੁਤ ਵੱਡਾ ਇੱਕ ਟੈਕਟ ਹੈਗਾ। ਬਿਲਕੁਲ ਇਨਸਾਨ ਇਦਾਂ ਹੀ ਕਰਦਾ। ਹੁਣ ਵੇਖੋ ਤੁਸੀਂ ਕਿਹੜੀਆਂ ਫਿਲਮਾਂ ਵੇਖਣੀਆਂ ਚਾਹੁੰਦੇ ਜੋ ਜਿੱਥੇ ਜਾਦੂਗਰ ਹੋਣ, ਜਿਹਨੇ ਨਿਕਲੇ ਤੁਹਾਡੇ ਲਈ ਘਰ ਬਣਾ ਦੇ, ਗੱਡੀਆਂ ਲਿਆ ਦੇ, ਜਾਂ ਕਿਸੇ ਦੀ ਲਾਟਰੀ ਨਿਕਲ ਜੇ, ਇਦਾਂ ਦੀ ਗੇਮ। ਇਹ ਲੋਕ ਇਹੋ ਜਿਹੀਆਂ ਫਿਲਮਾਂ ਵੇਖਣੀਆਂ ਪਸੰਦ ਕਰਦੇ ਆ। ਕੋਈ ਚਾਹੁੰਦਾ ਕਿ ਪੈਸਾ ਇੱਕਦਮ ਆ ਜਾਏ, ਪਰ ਜਾ ਕੇ ਤੁਸੀਂ ਵੇਖੋ ਇਹ ਜਿਹੜੇ ਲੋਕ ਆ ਜਿਹੜੇ ਕਰੈਕਟਰ ਦਿਖਾਉਂਦੇ ਨੇ ਬੜੇ ਬੜੇ ਵਧੀਆ ਬਣ ਜਾਂਦੇ ਨੇ। ਉਹਨਾਂ ਦਾ ਅਸਲੀ ਜੀਵਨ ਜਾ ਕੇ ਦੇਖੋ ਹੀਰੋਆਂ ਦਾ, ਜੇ ਵਧੀਆ ਕਰੈਕਟਰ ਥੋੜੀ ਉਹਨਾਂ ਦਾ। ਨਾ 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 ਬਿਲਕੁਲ ਨਹੀਂ। ਉਹ ਬਹੁਤ ਖਤਰਨਾਕ ਜੇ ਲੋਕ ਐਵੇਂ। ਤੇ ਉਹ ਪੜ੍ਹਦੇ ਤੇ ਵੇਖੋ ਕਿੰਨੀਆਂ ਉੱਚੀਆਂ ਗੱਲਾਂ ਕਰਦੇ ਨੇ। ਏਦਾਂ ਵੀ ਮੈਂ ਉੱਥੇ ਫੈਕਟਰੀ 'ਚ ਕੰਮ ਕੀਤਾ ਜੀ, ਕੁੜੀ ਦਾ ਉਹਦਾ ਨੌਕਰ ਦਾ ਵਿਆਹ ਕਰਤਾ, ਉਹਦੇ ਮੁੰਡੇ ਨੂੰ ਬਾਹਰ ਭੇਜਤਾ, ਪੜ੍ਹਾਈ ਦੇ ਖਰਚੇ ਦੇ ਦਿੱਤੇ। ਇਹ ਗੱਲਾਂ ਕੇਵਲ ਇੱਥੇ ਫਿਲਮਾਂ 'ਚ। ਅਸਲੀ ਜਾ ਕੇ ਦੇਖੋ ਉਹਨਾਂ ਦਾ ਜੀਵਨ ਨਹੀਂ ਹੈਗਾ, ਉਹ ਬਿਲਕੁਲ ਆਪੋਜਿਟ ਹੋਊਗਾ। ਇੱਥੇ ਬੜਾ ਵਧੀਆ ਕਰੈਕਟਰ ਉਹ ਪਲੇ ਕਰ ਰਹੇ ਨੇ, ਪਰ ਅਸਲ ਦੇ ਵਿੱਚ ਉਹਨਾਂ ਦਾ ਕਰੈਕਟਰ ਏਡਾ ਸਟਰੋਂਗ ਨਹੀਂ ਹੁੰਦਾ, ਬੜਾ ਵੀਕ ਕਰੈਕਟਰ ਹੁੰਦਾ। ਹੋ ਸਕਦਾ ਕਿ ਆਮ ਸਧਾਰਨ ਬੰਦੇ ਦਾ ਕਰੈਕਟਰ ਉਹਨਾਂ ਤੋਂ ਜ਼ਿਆਦਾ ਸਟਰੋਂਗ ਹੋਵੇ, ਪਰ ਉਹ ਕਿ ਫਿਲਮਾਂ 'ਚ ਨਹੀਂ ਆਉਂਦਾ ਕਿਉਂਕਿ ਉਹ ਅਸਲੀ ਜੀਵਨ 'ਚ ਉਹ ਪਲੇ ਕਰ ਰਿਹਾ ਹੈ। ਇਹ ਬੰਦੇ ਜਿਹੜੇ ਕੇਵਲ ਫਿਲਮਾਂ 'ਚ ਦਿਖਾ ਰਹੇ ਨੇ, ਝੂਠ ਦਿਖਾ ਕੇ, ਕਿੰਨਾ ਬਕਵਾਸ ਦਿਖਾ ਕੇ ਲੋਕਾਂ ਦਾ ਦਿਮਾਗ ਖਰਾਬ ਕੀਤਾ। ਇੰਨਾ ਝੂਠ ਵਿਖਾਉਂਦੇ ਆ, ਔਰ ਸਾਡੇ ਲੋਕ ਵੀ ਇਹ ਬਕਵਾਸ ਵੇਖਣਾ ਚਾਹੁੰਦੇ। ਪਹਿਲਾਂ ਜਿਹੜੇ ਨਾਟਕ ਵੇਖੋ, ਨਾਟਕ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਸੀ, ਸਾਨੂੰ ਸਮਝਾਉਣਾ ਚਾਹੁੰਦੇ ਸੀ। ਅੱਜ ਕੱਲ ਤੇ ਉਹ ਇੰਨਾ ਕਿਲੋ ਉਹਨਾਂ ਨੇ ਸੋਨਾ ਪਾਇਆ ਹੁੰਦਾ ਨਕਲੀ, ਕਿਸੇ ਰੋਟੀ ਬਣਾਉਂਦੀਆਂ ਨੇ। ਬੰਦਾ ਪੁੱਛੇ ਤੁਸੀਂ ਏਦਾਂ ਰੋਟੀ ਬਣਾਓਗੇ? ਉਹ ਕੱਪੜੇ ਪਾ ਕੇ। ਅਸਲੀ ਜੀਵਨ 'ਚ ਤਾਂ ਕਿੱਥੇ ਹੁੰਦਾ ਸਭ ਕੁਛ। ਸਾਰੇ ਵਿਹਲੜ ਤੁਰੇ ਫਿਰਦੇ ਟੀਵੀ ਦੇ ਵਿੱਚ। ਉਹਨਾਂ ਨੂੰ ਕੋਈ ਕੰਮ ਹੈਗਾ, ਉਹਨਾਂ ਦੀ ਕੋਈ ਫੈਕਟਰੀ ਹੈਗੀ ਆ, ਇਹਨੂੰ ਰੋਟੀ ਬਣਾਉਂਦੇ ਨੇ। ਵੇਖਿਆ ਕਿੱਥੇ ਰੋਟੀ ਆਉਂਦੀ ਆ ਜਾਂ ਸੌਦਾ ਕਿਤੇ ਮੁੱਕਿਆ ਉਹਨਾਂ ਦਾ? ਨਹੀਂ, ਬਸ ਉਲਟੀਆਂ ਪੁਲਟੀਆਂ ਕਹਾਣੀਆਂ, ਕਿਤੇ ਇੱਧਰੋਂ ਕਿਤੇ ਉੱਧਰੋਂ। ਔਰ ਲੋਕ ਇਸ ਝੂਠ ਨੂੰ ਵੇਖ ਕੇ ਕਿੱਡਾ ਖੁਸ਼ ਹੁੰਦੇ। ਔਰ ਕਈ ਲੋਕ ਉਦਾਂ ਦਾ ਜੀਵਨ ਜੀਣਾ ਵੀ ਚਾਹੁੰਦੇ ਆ, ਪਰ ਉਦਾਂ ਦਾ ਜੀਵਨ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਜਿਹੜੇ ਉਹ ਜੀ ਰਹੇ ਨੇ ਉਹ ਖੁਦ ਨਹੀਂ ਏਦਾਂ ਦਾ ਜੀਵਨ ਜੀ ਰਹੇ, ਉਹ ਵੀ ਇੱਕ ਹੋਰ ਜੀਵਨ ਜੀ ਰਹੇ ਨੇ। ਇੱਥੇ ਕੇਵਲ ਪਲੇ ਕਰ ਰਹੇ ਨੇ, ਇੱਕ ਬੰਦੇ ਦੀ ਕੇਵਲ ਕਲਪਨਾ ਵਾ ਬਸ। ਔਰ ਲੋਕੀ ਪਲੇ ਕਰਦੇ ਵੇਖੇ ਨੇ। ਸ਼ਕਤੀਮਾਨ ਹੈ ਨਿੱਜਰ ਸਾਹਿਬ, ਬਿਲਕੁਲ। ਕਿੱਦਾਂ ਨਿਆਣੇ ਕੋਠਿਆਂ ਛਾਲਾਂ ਮਾਰੀਆਂ, ਕਈਆਂ ਲੱਤਾਂ ਤੜਾ ਲਈਆਂ। ਉਹ ਵਿਚਾਰੇ ਵੀ ਸ਼ਕਤੀਮਾਨ ਬਣਨਾ ਚਾਹੁੰਦੇ ਝੂਠ ਵੇਖ ਕੇ। ਸੋ ਹਾਂ ਵੇਖੋ ਹੁਣ ਮੁਸਲਮਾਨਾਂ ਨੇ ਜਾਂ ਕ੍ਰਿਸਚਨ ਲੋਕਾਂ ਦੀਆਂ ਫਿਲਮਾਂ ਨੇ ਕਿੰਨੇ ਦੁਨੀਆ ਤੇ ਭੂਤ ਬਣਾ ਦਿੱਤੇ ਆ। ਭੂਤ ਹੈ ਹੀ ਨਹੀਂ ਇਹਨਾਂ ਦੀ ਫਿਲਮਾਂ ਵੇਖੋ, ਓਦਾਂ ਦੀ ਜਿੱਦਾਂ ਦੀ ਇਹ ਕਲਪਨਾ ਕਰ ਦਿੰਦੇ ਆ, ਤੇ ਲੋਕੀ ਉਸੇ ਤਰ੍ਹਾਂ ਦੀਆਂ ਬਕਵਾਸ ਕਰਨ ਲੱਗ ਪੈਂਦੇ ਆ। ਉਹ ਝੂਠ ਵੇਖ ਕੇ ਉਹਨੂੰ ਆਪਣੇ ਜੀਵਨ 'ਚ ਲੈ ਆਉਂਦੇ। ਇਹ ਬਿਲਕੁਲ ਕਲਪਨਾ ਜਿਹੜੀ ਹੁੰਦੀ ਹੈ ਨਾ, ਵੇਖੋ ਆ ਗੋਰਿਆਂ ਦੀਆਂ ਫਿਲਮਾਂ 'ਚ ਵੇਖੋ, ਸਾਡੇ ਕਿਸੇ ਵੇਖੋ ਇੱਥੇ ਜ਼ਿਆਦਾ ਕੋਈ ਕਲਪਨਾ ਨਹੀਂ ਕੀਤੀ। ਇਹਨਾਂ ਦੀਆਂ ਕਬਰਾਂ ਦੇ ਵਿੱਚ ਭੂਤ ਹੋਣਗੇ, ਇਹਨਾਂ ਦੀਆਂ ਮੜੀਆਂ ਦੇ ਵਿੱਚ ਵੇਖੋ ਉੱਥੇ ਕਿੱਦਾਂ ਭੂਤ ਦਿਖਾਉਂਦੇ ਨੇ, ਫਿਲਮਾਂ 'ਚ ਭੂਤ ਦਿਖਾਉਂਦੇ ਨੇ। ਔਰ ਉਹ ਜਿਹੜੀ ਚੀਜ਼ ਦਿਖਾਉਂਦੇ ਨੇ ਉਹੀ ਲੋਕਾਂ ਦੇ ਦਿਮਾਗ ਤੇ ਪ੍ਰਭਾਵਿਤ ਕਰਦੀ। ਤੇ ਇਹ ਜਿਹੜਾ ਭੂਤ ਹੋਏ, ਹੁਣ ਵੇਖੋ ਇਹਨਾਂ ਦੇ ਭੂਤ ਵੀ ਤੁਸੀਂ ਲੌਜੀਕਲੀ ਦੇਖੋ, ਭੂਤ ਦਿਖਾਇਆ ਵਾ, ਭੂਤ ਤੇ ਮਰ ਗਿਆ, ਬੰਦਾ ਮਰ ਗਿਆ, ਫਿਰ ਉਹਨੂੰ ਕੱਪੜੇ ਕਿੱਥੋਂ ਮਿਲੇ? ਸਰੀਰ ਕਿਵੇਂ ਮਿਲ ਗਿਆ? ਹਾਂ, ਸਰੀਰ ਤੇ ਹੈਗਾ ਹੀ ਨਹੀਂ ਸੀ। ਫਿਰ ਉਹਨਾਂ ਦੀ ਭੂਤਾਂ ਦੀ ਕਲਪਨਾ ਦੀ ਵੇਖੀ, ਉਹਨਾਂ ਕੋਲ ਕੱਪੜੇ ਕਿੱਥੋਂ ਆ ਜਾਂਦੇ? ਫਿਰ ਭੂਤਾਂ ਕੋਲ ਉਹ ਡਰੈਸ ਕਿੱਥੋਂ ਪਾ ਲੈਂਦੇ, ਕੋਟ ਪੈਂਟ। ਜੇ ਭੂਤ ਨਹੀਂ ਹੈਗੀ, ਉਹਨੇ ਸਾੜੀ ਲਾਈ ਹੁੰਦੀ ਚਿੱਟੇ ਰੰਗ ਦੀ, ਉਹ ਕਿੱਥੋਂ ਆਈ? ਕੌਣ ਬਣਾਉਂਦੇ ਆ ਉਹਨਾਂ ਦੀਆਂ ਸਾੜੀਆਂ? ਇਹ ਬੰਦੇ ਹੀ ਬਣਾਉਂਦੇ, ਜਿਨ੍ਹਾਂ ਦਾ ਕਰੈਕਟਰ ਬਣਾਇਆ ਉਦਾਂ ਦੇ ਭੂਤ। ਸੋ ਇਹ ਚੀਜ਼ ਨੂੰ ਆਪਣੀ ਸਵਾਚ ਕਰੋ। ਜਿੱਥੇ ਸੱਚ ਹੈਗਾ, ਮੈਂ ਨਹੀਂ ਕਹਿੰਦਾ ਵੇਖਣਾ ਬੰਦ ਕਰ ਦੋ, ਮੈਂ ਇਹ ਕਹਿੰਦਾ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਪ੍ਰਭਾਵਿਤ ਨਹੀਂ ਹੋਣਾ। ਹੁਣ ਕਈ ਵੇਖੋ ਲਵ ਮੈਰਿਜਾਂ ਹੋ ਜਾਂਦੀਆਂ ਨੇ ਕਿਉਂਕਿ ਉਹ ਫਿਲਮਾਂ 'ਚ ਵੇਖਦੇ ਰਹਿੰਦੇ ਨੇ ਨਕਲੀ ਕਰੈਕਟਰ। ਕਿ ਉਹ ਬੰਦਾ ਕਹਿੰਦਾ ਮੈਂ ਤੇਰੇ ਲਈ ਚੰਦਰਮਾ ਤੋਂ ਤੋੜ ਕੇ ਆਪਾਂ ਨੇ ਕੀ ਲੈ ਆਊਂ, ਫਲਾਨਾ ਕੁਝ ਲੈ ਆਊਂ। ਉਹ ਸਭ ਕਲਪਨਾ। ਔਰ ਫਿਰ ਉਹ ਬੰਦੇ ਦਾ ਵਿਆਹ ਹੋ ਜਾਂਦਾ ਹੈ, ਰਿਐਲਿਟੀ ਕੁਝ ਹੋਰ ਹੁੰਦੀ ਹੈ। ਫਿਰ ਉਹ ਚੀਜ਼ਾਂ ਮਿਲਦੀਆਂ ਨਹੀਂ ਨਿੱਜਰ ਸਾਹਿਬ। ਬਿਲਕੁਲ। ਉਹ ਫਿਲਮੀ ਜਿਹੜੀ ਲਾਈਫ ਹੁੰਦੀ ਆ, ਉਸ ਨੂੰ ਲੋਕ ਆਪਣੇ ਜੀਵਨ 'ਚ ਲੈ ਕੇ ਆਉਂਦੇ ਨੇ, ਪਰ ਉਹ ਚੀਜ਼ ਹੁੰਦੀ ਨਹੀਂ ਆ। 100% ਤੇ ਕੋਈ ਵੀ ਨਹੀਂ ਕਰ ਸਕਦਾ। ਹੁਣ ਮੇਰੇ ਵਰਗੇ ਨੇ ਕੰਮ ਕਰੂਗਾ ਕਿ ਇੱਥੇ ਉਹਦੀਆਂ ਜ਼ੁਲਫਾਂ ਸੁਲਝਾਈ ਜਾਵਾਂ ਨਿੱਜਰ ਸਾਹਿਬ। ਤੇ ਉਹ ਚੀਜ਼ਾਂ ਜਿਹੜੀਆਂ ਹੈ ਨੇ, ਉਹ ਕਲਪਨਾ ਠੀਕ ਆ ਕਿਸੇ ਹੱਦ ਤੱਕ, ਵੇਖੋ ਆਪਣਾ ਐਂਟਰਟੇਨਮੈਂਟ ਦੇ ਤੌਰ ਤੇ, ਪਰ ਉਸ ਚੀਜ਼ ਨੂੰ ਆਪਾਂ ਜੀਵਨ 'ਚ ਨਹੀਂ ਲੈ ਕੇ ਆਉਣਾ। ਆਪਾਂ ਜੀਵਨ ਨੂੰ ਜਿੰਨਾ ਥੱਲੇ ਲੈ ਕੇ ਚਲਾਵਾਂਗੇ, ਜਿੰਨਾ ਪ੍ਰੈਕਟੀਕਲ ਚਲਾਵਾਂਗੇ, ਉਨਾ ਹੀ ਅਸੀਂ ਸੌਖੇ ਰਵਾਂਗੇ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਜੈਸੇ ਕੁਰੰਕ ਨਹੀਂ ਪਾਇਓ ਭੇਦ। ਕੁਰੰਕ ਕਹਿੰਦੇ ਆ ਹਿਰਨ,
ਹਿਰਨ ਨੂੰ ਭੇਦ ਨਹੀਂ ਆ ਵੀ ਆ ਉਹਦੇ ਸਰੀਰ ਦੇ ਅੰਦਰ ਕਸਤੂਰੀ ਹੈਗੀ ਆ, ਸਰੀਰ ਦੇ ਅੰਦਰ ਹੀ ਆ। ਤਨੇ ਸੁਗੰਧ ਢੂੰਡੇ ਪਰਦੇਸ, ਸਰੀਰ ਦੇ ਅੰਦਰ ਖੁਸ਼ਬੂ ਹੈਗੀ, ਉਹ ਪਰਦੇਸ 'ਚ ਲੱਭਦਾ ਹੈ। ਉਸੇ ਤਰੀਕੇ ਦੇ ਨਾਲ ਇਨਸਾਨ ਦੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ, ਦੇਖ ਲਓ, ਆਤਮਾ ਹੈਗੀ ਹੈ ਇਨਸਾਨ ਦੇ ਅੰਦਰ, ਉਹਦੇ ਅੰਦਰ ਅੰਮ੍ਰਿਤ ਹੈਗਾ, ਉਹਦੇ ਅੰਦਰ ਪਰਮਾਤਮਾ ਦੇਖੋ ਅੰਦਰ ਪ੍ਰਗਟ ਹੁੰਦਾ ਹੈ ਮਾਲਕ ਪਰਮਾਤਮਾ। ਕਹਿੰਦੇ ਉਹ ਨਹੀਂ ਪਤਾ ਸਾਰੀ ਉਮਰ ਜਿਹੜਾ ਹੈਗਾ ਉਹਨੂੰ ਇਸ ਪਾਸੇ ਸੋਚਦਾ ਹੀ ਨਹੀਂ ਹੈ, ਇਹਦੇ ਉਹ ਬਾਹਰ ਮੁਖੀ ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਸਵਾਦਾਂ ਦੇ ਵਿੱਚ, ਆਹ ਸਰੀਰ ਜਿਹੜੇ ਹੈਗੇ ਆ ਇਹਦੇ ਵਿੱਚ ਹੀ ਜਿਹੜਾ ਹੈਗਾ ਜੀਵਨ ਆਪਣਾ ਗੁਜ਼ਾਰ ਦਿੰਦਾ ਹੈ। ਤਨੇ ਸੁਗੰਧ ਢੂੰਡੇ ਪਰਦੇਸ, ਆਪਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਕਹਿੰਦੇ ਜਿਹੜਾ ਆਪਣੇ ਅੰਦਰ ਆਪਤਨ, ਜਿਹੜਾ ਆਪਣੇ ਅੰਦਰ ਦਾ ਵਿਚਾਰ ਕਰਦਾ ਹੈ, ਆਪਣੇ ਅੰਦਰ ਵੜਦਾ ਹੈ, ਕਹਿੰਦੇ ਉਹਨੂੰ ਜਮ ਕੰਕਰ ਜਿਹੜੇ ਹੈਗੇ, ਜਮਦੂਤ ਜਿਹੜੇ ਹੈਗੇ ਨਹੀਂ ਖੁਆਰ ਕਰ ਸਕਦੇ ਭਾਈ, ਉਹ ਗੇਮ ਜਿੱਤ ਜਾਏਗਾ। ਹਾਂਜੀ ਵੀਰ ਜੀ। ਹਾਂਜੀ, ਬਿਲਕੁਲ ਕਲੀਅਰ ਕਰਤਾ ਜੀ ਉਹਨਾਂ ਨੇ ਲਾਸਟ ਦੇ ਵਿੱਚ। ਕਹਿੰਦੇ ਕਿ ਜੈਸੇ ਕੁਰੰਕ ਨਹੀਂ ਪਾਇਓ ਭੇਦ, ਕਹਿੰਦੇ ਕਿ ਜਿਹੜਾ ਹਿਰਨ ਹੈ ਉਹਦੀ ਨਾਭੀ 'ਚ ਕਸਤੂਰੀ ਹੁੰਦੀ ਹੈ, ਉਹਨੂੰ ਭੇਦ ਦਾ ਨਹੀਂ, ਉਹਨੂੰ ਨਹੀਂ ਪਤਾ ਲੱਗਦਾ ਵਿਚਾਰੇ ਨੂੰ, ਉਹ ਸਾਰੀ ਜ਼ਿੰਦਗੀ ਹੀ ਲੱਭਦਾ ਰਹਿੰਦਾ। ਇਸੇ ਤਰ੍ਹਾਂ ਸਾਡੇ ਵਰਗੇ ਵੀ ਕਈ ਮਨੁੱਖ ਹੈਗੇ ਨੇ, ਉਹ ਸਾਰੀ ਜ਼ਿੰਦਗੀ ਬਾਹਰ ਹੀ ਘੁੰਮਦੇ ਰਹਿੰਦੇ, ਤੀਰਥਾਂ ਸਥਾਨਾਂ ਤੇ, ਖੁਦ ਮਗਰ ਹੋਰ ਦੁਨੀਆਦਾਰੀਆਂ, ਕਿਸੇ ਦਾ ਨਾਂ ਲੈ ਲਓ, ਐਵੇਂ ਹੀ ਗਾਂ ਹੀ ਗਾਂ ਤੁਰੇ ਜਾਣਾ। ਔਰ ਉਹ ਵੀ ਭੇਦ ਨਹੀਂ ਪਾਉਂਦੇ ਵਿਚਾਰੇ, ਤਿੰਨ ਸੁਗੰਧ ਢੂੰਡੇ ਪ੍ਰਦੇਸ਼। ਹੁਣ ਜਿੱਦਾਂ ਕਹਿੰਦੇ ਕਿ ਤਨ ਦੇ ਵਿੱਚ ਉਹਨਾਂ ਦੇ ਆਪਣੇ ਸੁਗੰਧ ਆ ਹਿਰਨ ਦੇ, ਪਰ ਵਿਚਾਰਾ ਬਾਹਰ ਲੱਭਦਾ ਫਿਰਦਾ। ਇਸੇ ਤਰ੍ਹਾਂ ਹੀ ਕਈ ਇਨਸਾਨ ਨੇ, ਉਹ ਆਪਣੀ ਆਤਮਾ ਨੂੰ ਛੱਡ ਦਿੰਦੇ ਆ, ਬਸ ਆਪਣੀ ਆਤਮਾ ਦੀ ਆਵਾਜ਼ ਸੁਣਨਾ ਨਹੀਂ ਚਾਹੁੰਦੇ, ਤੇ ਬਾਕੀ ਬਾਬੇ ਦੀਆਂ ਗੱਲਾਂ ਸੁਣੀਆਂ ਕਿੱਥੋਂ ਕੰਮ ਆਉਣਗੀਆਂ, ਦੱਸੋ ਮੈਨੂੰ। ਜਿਹਨੇ ਆਪਣੀ ਆਤਮਾ ਨੂੰ ਛੱਡਤਾ, ਤਨ ਦੀ ਸੁਗੰਧ ਨੂੰ ਛੱਡਤਾ, ਤੁਸੀਂ ਆਪਣੇ ਅੰਦਰਲੀ ਚੰਗਿਆਈ ਨੂੰ ਛੱਡ ਕੇ ਬਾਹਰ ਚੱਲ ਜਾਂਦੇ ਜੋ, ਤੇ ਬਾਹਰਲੇ ਨੇ ਤੁਹਾਡੀ ਕਿੱਥੋਂ ਮਦਦ ਕਰਨੀ? ਉਹ ਤਾਂ ਵਿਚਾਰਾ ਬਾਹਰ ਬੈਠਾ, ਉਹ ਤੁਹਾਡੀ ਕਿੱਥੋਂ, ਉਹਦੀ ਜਾਣਕਾਰੀ ਕਿੱਥੋਂ ਕੰਮ ਆਊਗੀ? ਤੁਹਾਡੀ ਜ਼ਿੰਦਗੀ ਦੀ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ, ਉਹ ਆਪਣੀ ਆਵਾਜ਼ ਨੂੰ ਸੁਣੋ, ਤੁਹਾਡੀ ਆਤਮਾ ਦੀ ਆਵਾਜ਼ ਨੂੰ। ਅਜੇ ਨਹੀਂ ਸੁਣਦੀ, ਕਿਉਂ ਨਹੀਂ ਸੁਣਦੀ? ਦੂਜੀਆਂ ਆਵਾਜ਼ਾਂ ਬਹੁਤ ਨੇ ਅੰਦਰ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ। ਹਾਂਜੀ ਨਿੱਜੇ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹਨਾਂ ਦੇ ਲਾਊਡ ਸਪੀਕਰ ਲੱਗੇ ਹੋਏ ਨੇ, ਰੌਲਾ ਪੈਂਦੇ ਆ ਪੂਰਾ ਅੰਦਰ। ਅੱਖਾਂ ਬੰਦ ਕਰੋ, ਤੁਹਾਨੂੰ ਪਤਾ ਲੱਗ ਜਾਊਗਾ 2 ਮਿੰਟ 'ਚ ਅੰਦਰ ਕੀ ਹੈ। ਅੰਦਰ ਤੇ ਰੌਲਾ ਪੱਚਿਆ, ਤੁਹਾਨੂੰ ਅੰਨਾ ਤੇ ਬੋਲਾ ਨਹੀਂ ਸੁਣ ਪਾਉਂਦੇ, ਕਿਉਂਕਿ ਅੰਦਰ ਰੌਲਾ ਘਟੋਲਾ ਹੈ ਬਹੁਤ ਜ਼ਿਆਦਾ। ਪਰ ਜਿੱਦਾਂ ਤੁਸੀਂ ਭਗਤੀ ਕੀਤੀ, ਇਹ ਰੌਲਾ ਘਟੋਲਾ ਜਿਹੜਾ ਸ਼ਾਂਤ ਹੋ ਜਾਣਾ, ਤੇ ਫਿਰ ਇੱਕੋ ਆਵਾਜ਼ ਰਹਿ ਜਾਣੀ ਆ ਆਤਮਾ ਦੀ, ਤੇ ਫਿਰ ਦੂਜੀਆਂ ਆਵਾਜ਼ਾਂ ਤੇ ਰਹਿ ਨਹੀਂ ਜਾਣੀਆਂ, ਇੱਕੋ ਹੀ ਆਵਾਜ਼। ਜਦੋਂ ਨੂੰ ਸੁਣੋਗੇ ਤੇ ਫਿਰ ਤੁਹਾਨੂੰ ਜਿਹੜੀ ਤਨ ਦੇ ਅੰਦਰ ਸੁਗੰਧ ਹੈ ਤੁਹਾਨੂੰ ਪਤਾ ਲੱਗ ਜਾਏ। ਇੱਥੇ ਸੁਗੰਧ ਦਾ ਮਤਲਬ ਇੰਨਾ ਹੀ ਹੈ ਕਿ ਤੁਹਾਡੀ ਆਤਮਾ ਦੀ ਆਵਾਜ਼ ਨੂੰ ਸੁਣੋ। ਤੁਸੀਂ ਉਹਨੂੰ ਛੱਡ ਕੇ ਬਾਹਰ ਤੁਰੇ ਫਿਰਦੇ ਜੋ, ਉਹ ਬਾਹਰ ਕੁਛ ਨਹੀਂ ਹੈਗਾ, ਤੇ ਨਾ ਹੀ ਤੁਹਾਡੀ ਕਿਸੇ ਨੇ ਮਦਦ ਕਰਨੀ ਹੈ। ਸੱਚ ਸਾਡੀ ਜ਼ਿੰਦਗੀ ਚ ਆਉਣਾ ਚਾਹੁੰਦਾ ਹੈ, ਸੱਚ ਦੀ ਆਵਾਜ਼ ਸੁਣੋ। ਪਰ ਆਪਾਂ ਸੱਚ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ, ਉਹ ਕਿਸੇ ਵੀ ਰੂਪ ਚ ਹੈ। ਤੇ ਆਪਤਨ ਕਾ ਜੋ ਕਰੇ ਵਿਚਾਰ, ਕਹਿੰਦੇ ਆਪਣੇ ਅੰਦਰ ਜਿਹੜਾ ਵੜਦਾ ਹੈ, ਆਪਣੇ ਅੰਦਰ ਵੜ ਕੇ ਦੇਖਦਾ ਹੈ ਵੀ ਮੇਰੇ ਅੰਦਰ ਆ ਜਿਹੜਾ ਹੈਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤਾਂ ਜਾਲਾ ਪਿਆ ਹੋਇਆ ਵਿਚਾਰਾਂ ਦਾ ਜਿਹੜਾ ਹੈਗਾ। ਇਹ ਤਾਂ ਇੱਥੇ ਜਿਹੜੀ ਹੈਗੀ ਪੂਰੀ ਦੀ ਪੂਰੀ ਧੁੰਦ ਉੱਡੀ ਜਾ ਰਹੀ ਹੈ, ਪੂਰਾ ਇੱਥੇ ਤਾਂ ਕੁਝ ਨਜ਼ਰ ਹੀ ਨਹੀਂ ਆ ਰਿਹਾ। ਜਿਹੜਾ ਇਹ ਵਿਚਾਰਾਂ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ, ਇਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੈ, ਬਸ ਉਹ ਆ ਗਿਆ। ਉਹਨੂੰ ਕਹਿੰਦੇ ਤਿਸ ਨਹੀਂ ਜਮ ਕੰਕਰ ਕਰੇ ਖੁਆਰ, ਉਹਨੂੰ ਨਹੀਂ ਖੁਆਰੀ ਕਰ ਸਕਦਾ ਭਾਈ, ਉਹ ਜਿੱਤ ਜਾਏਗਾ ਗੇਮ ਨੂੰ। ਇਹ ਵਿਚਾਰ ਜਿਹੜੇ ਹੈਗੇ, ਜੇ ਆਪਾਂ ਇਹਨਾਂ ਨੂੰ ਫੜੀ ਜਾਵਾਂਗੇ, ਇਹਨਾਂ ਦੇ ਨਾਲ ਸੁਰਤ ਜੋੜੀ ਜਾਵਾਂਗੇ, ਇਹਨਾਂ ਨੂੰ ਉਡਾਈ ਜਾਵਾਂਗੇ ਪਤੰਗਾਂ ਨੂੰ, ਤੇ ਫਿਰ ਤਾਂ ਇਹਦਾ ਤਾਂ ਕੋਈ ਐਂਡ ਹੀ ਨਹੀਂ ਹੈ, ਇਹਨੇ ਆਪਾਂ ਨੂੰ ਉਡਾ ਦੇਣਾ। ਬਸ ਜਦ ਇਹਨਾਂ ਨੂੰ ਆਪਾਂ ਨੇ ਛੱਡਣਾ ਸ਼ੁਰੂ ਕਰਤਾ, ਤੇ ਆਪਣੀ ਸੁਰਤ ਜਿਹੜੀ ਹੈ ਜਾ ਕੇ ਠਾਹ ਵੱਜੂਗੀ ਆਤਮਾ ਦੇ ਵਿੱਚ। ਬਸ ਆਹੀ ਗੇਮ ਹੈਗੀ, ਆਹੀ ਖੇਡ ਹੈਗੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਆਪਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਖੁਆਰ ਦਾ ਮਤਲਬ ਇਹ ਹੁੰਦਾ ਹੈ ਕਿ ਖੱਜਲ ਖੁਆਰੀ। ਬਿਲਕੁਲ ਐਵੇਂ ਕਈ ਵਾਰੀ ਆਪਾਂ ਨਾ ਜਾਈਦਾ ਨਾ ਕੰਮ ਹੁੰਦਾ ਹੀ ਨਹੀਂ, ਜਾ ਕੇ ਬਹਿ ਜਾਈਦਾ, ਫਿਰ ਵਾਪਸ ਆ ਜਾਈਦਾ, ਫਿਰ ਜਾਈਦਾ, ਉਹ ਬੰਦਾ ਮਿਲਦਾ ਹੀ ਨਹੀਂ, ਕੰਮ ਹੀ ਨਹੀਂ ਹੁੰਦਾ। ਤੂੰ ਖੱਜਲ ਖੁਆਰੀ ਆ, ਸਮਾਂ ਬਰਬਾਦੀ। ਠੀਕ ਹੈ। ਨਿੱਜੇ ਸਾਹਿਬ ਕਹਿੰਦੇ ਖਾਇਆ ਪਿਆ ਕੁਛ ਨਹੀਂ, ਗਿਲਾਸ ਤੋੜਾ 12 ਨੇ ਦਾ ਗਲਾਸ ਤੋੜ ਲਿਆ, ਖਾਧਾ ਪੀਤਾ ਕੁਛ ਵੀ ਨਹੀਂ। ਇਹੀ ਆਪਾਂ ਵੀ ਐਵੇਂ ਕਰਦੇ ਭਾਵੇਂ ਇੱਥੇ
ਗੋਰਗੀ ਸਾਹਿਬ ਸਰੀਰ ਨੂੰ ਆਪਾਂ ਇਸੇ ਤਰ੍ਹਾਂ ਤੋੜ ਦਿੰਨੇ ਆ ਆਖਰੀ ਚ ਕੁਝ ਵੀ ਆਊਟਪੁੱਟ ਕੀ ਹੈ 0 ਉਹ ਚ ਨਿਕਲਿਆ ਕੀ? ਹਾਂ ਨਿਕਲਿਆ ਨਹੀਂ, ਪ੍ਰੋਗਰੈਸ ਨਹੀਂ ਹੋਈ ਕੁਛ। ਠੀਕ ਹੈ, ਪ੍ਰੋਗਰੈਸ ਤੇ ਤਾਂ ਹੋਣੀ ਹੈ ਜੇ ਤੁਸੀਂ ਸੱਚ ਨੂੰ ਫੜੋਗੇ, ਕਿਉਂਕਿ ਸੱਚ ਨੂੰ ਫੜਿਆ ਹੀ ਪ੍ਰੋਗਰੈਸ ਆ। ਪ੍ਰੋਖ ਕੁਛ ਨਹੀਂ ਹੈਗੀ ਸੰਸਾਰ ਤੇ। ਕੀ ਹੈ? ਭਗਤੀ ਚਾਹੀਦੀ ਤੁਹਾਡੀ ਰੱਬ ਨੂੰ? ਕੁਛ ਨਹੀਂ ਚਾਹੀਦਾ। ਉਹਨੂੰ ਚਾਹੀਦਾ ਕਿ ਤੂੰ ਆਪਣਾ ਕਿਰਦਾਰ ਸਹੀ ਤਰ੍ਹਾਂ ਪਲੇ ਕਰ। ਕੰਮ ਮੈਂ ਮੇਰੇ ਸਹੀ ਨਾ ਹੋਣ, ਤੁਸੀਂ ਭਗਤੀ ਕਰੀ ਜਾਵਾਂ ਵਿਹਲਾ ਬੈਠਾ, ਤੇ ਉਹ ਲੋਕਾਂ ਨੇ ਫਿਰ ਏਦਾਂ ਹੀ ਬਣਾ ਲਿਆ ਸੀ। ਹੁਣ ਵੇਖੋ ਕਿੰਨੇ ਲੋਕ ਬੈਠੇ ਪੰਜਾਬ 'ਚ ਹੀ, ਮੈਂ ਬੜਾ ਹੈਰਾਨ ਹੁੰਦਾ। ਇੰਨੇ ਧਾਰਮਿਕ ਗੁਰਦੁਆਰੇ, ਇੰਨੇ ਧਾਰਮਿਕ ਮੰਦਿਰ, ਪਤਾ ਨਹੀਂ ਕਿੰਨੇ % ਲੋਕ ਕੇਵਲ ਦਾਨ ਦੇ ਰਾਸ਼ਨ ਤੇ ਜੀਵਨ ਬਤੀਤ ਕਰ ਰਹੇ ਨੇ। ਨਿਜਰ ਸਾਹਿਬ ਦਾਨ, ਕੱਲਾ ਦਾਨ, ਰਾਸ਼ਨ ਮਿਲੀ ਜਾਂਦਾ ਹੈ, ਖਾਈ ਜਾਂਦੇ ਆ। ਉਹ ਉਹਨਾਂ ਨੇ ਬਿਜ਼ਨਸ ਬਣਾਇਆ, ਕਾਰੋਬਾਰ ਬਣ ਚੁੱਕੇ ਨੇ। ਉਹ ਹੁਣ ਉਧਰ ਪਿੰਡ 'ਚ ਮੈਂ ਗਿਆ, ਉੱਥੇ 7-8 ਕਿੱਲੇ ਪਿੰਡ ਦੇ ਨਾਂ ਤੇ, ਬਾਬੇ ਦੇ ਗੁਰਦੁਆਰੇ ਦੇ ਨਾਂ ਤੇ 8-9 ਕਿੱਲੇ ਪੈਲੀ। ਉਹ ਹੁਣ ਰਾਸ਼ਨ ਹੀ ਹੈ, ਰਾਸ਼ਨ ਦਾ ਸਾਧਨ ਹੀ ਹੈ, ਕਮਾਈ ਬਣਿਆ, ਉਹਨਾਂ ਦੇ ਰੁਜ਼ਗਾਰ ਬਣੇ ਨੇ। ਪਰ ਜੇਕਰ ਪੁੱਛੋ ਉਹਨਾਂ ਨੂੰ ਭਗਤੀ ਭੁਗਤੀ ਦੀ ਗੱਲ, ਉਹ ਕਹਿੰਦੇ ਨਹੀਂ ਆ ਪਾਠ ਤੇ ਪੜ੍ਹ ਲਈ ਤਾਂ ਸ਼ਾਮੀ ਸੁਣਾਏ ਦਿੱਤਾ ਲੋਕਾਂ ਨੂੰ। ਪਰ ਠੀਕ ਹੈ। ਸੋ ਕਹਿਣ ਤੋਂ ਭਾਵ ਇਹ ਆ ਕਿ ਦੇਖੋ ਬਾਣੀ ਜਿਹੜੀ ਕਹਿੰਦੀ ਆ, ਇੱਥੇ ਵਿਚਾਰ ਕਰੋ। ਕਹਿੰਦੇ ਆਪ ਤਨ ਕਾ ਜੋ ਕਰੇ ਵਿਚਾਰ। ਵਿਚਾਰ ਕਰਨ ਦਾ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਜੋ ਚੱਲ ਰਿਹਾ, ਜੋ ਸਿਸਟਮ ਹੈਗਾ, ਜਿਹੜਾ ਇਸ ਚੀਜ਼ ਦਾ ਵਿਚਾਰ ਕਰਦਾ ਹੈ ਕਿ ਮੇਰਾ ਜੀਵਨ ਕੀ ਹੈ, ਮੈਂ ਜਾਂਦਾ ਕਿੱਧਰ ਪਿਆ, ਤੇ ਤਿਸ ਨਾ ਹੀ ਜਮ ਕਰੇ ਜਮ ਕੰਕਰ ਕਰੇ ਖੁਆਰ। ਫਿਰ ਤੁਹਾਨੂੰ ਕੋਈ ਖੁਆਰੀ ਨਹੀਂ ਹੈ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ। ਤੇ ਜੇ ਤੁਸੀਂ ਨਹੀਂ ਵਿਚਾਰ ਕਰਦੇ, ਫਿਰ ਲੋਕਾਂ ਦੀ ਉਂਗਲਾਂ ਫੜੀ ਫਿਰਦੇ ਜੋ, ਲੋਕਾਂ ਦੇ ਪਿੱਛੇ ਤੁਰੇ ਫਿਰੇ ਜਾਓਗੇ, ਫਿਰ ਮੁਸ਼ਕਲ ਹੋ ਜਾਏਗੀ ਨਾ। ਕਿਉਂਕਿ ਤੁਸੀਂ ਸੋਚਿਆ ਹੀ ਨਹੀਂ ਨਾ, ਬੁੱਧੀ ਆਪਣੀ ਦਾ ਤੇ ਕੰਮ ਨਹੀਂ ਲਿਆ। ਬਾਣੀ ਕਹਿੰਦੀ ਕਿ ਬੁੱਧੀ ਤੋਂ ਬਿਨਾਂ ਹਿੱਲਣਾ ਨਹੀਂ। ਵਿਚਾਰ ਤੋਂ ਬਿਨਾਂ ਨਾ ਤੂੰ ਪਾਠ ਪੜ੍ਹੀ, ਵਿਚਾਰ ਤੋਂ ਬਿਨਾਂ ਨਾ ਤੂੰ ਕਥਾ ਸੁਣੀ, ਵਿਚਾਰ ਤੋਂ ਬਿਨਾਂ ਭਗਤੀ ਵੀ ਨਹੀਂ ਕਰਨੀ, ਵਿਚਾਰ ਤੋਂ ਬਿਨਾਂ ਕੁਛ ਵੀ ਨਹੀਂ ਕਰ ਰਹੇ। ਰੋਟੀ ਵੀ ਖਾਣੀ ਉਹ ਵਿਚਾਰ ਤੋਂ ਬਿਨਾਂ ਨਹੀਂ ਖਾਣੀ, ਫਿਰ ਤੂੰ ਸੌਖਾ ਹੀ। ਤੇ ਜੇ ਤੂੰ ਵਿਚਾਰ ਤੋਂ ਬਿਨਾਂ ਕਰੇਂਗਾ, ਕਿਸੇ ਤੇ ਅੰਧ ਵਿਸ਼ਵਾਸ ਕਰੇਂਗਾ, ਤੇ ਉਹਦੇ ਲਈ ਖੁਦ ਜ਼ਿੰਮੇਵਾਰ, ਕੋਈ ਦੂਜਾ ਕੋਈ ਜ਼ਿੰਮੇਵਾਰ ਨਹੀਂ। ਹਾਂਜੀ ਨਿਜਰ ਸਾਹਿਬ। ਪੁੱਤਰ ਕਲਤਰ ਕਾ ਕਰੇ ਅੰਕਾਰ, ਠਾਕੁਰ ਲੇਖਾ ਮੰਗਣਹਾਰ। ਦੇਖ ਲਾ ਪਿਆਰਿਆ, ਜੇ ਤੂੰ ਜਿੱਥੇ ਹੁਣ ਤੇਰੀ ਗਤੀ ਹੈਗੀ ਆ, ਜੇ ਤੂੰ ਜਿਹੜਾ ਇਹ ਆ ਮਾਲਕ ਨੇ ਸਫ਼ਰ ਦੇ ਵਿੱਚ ਤੈਨੂੰ ਸਾਥੀ ਦਿੱਤੇ ਹੋਏ ਆ, ਤੂੰ ਸਫ਼ਰ ਦੇ ਉੱਤੇ ਹੈਗਾ। ਜੇ ਸਫ਼ਰ ਨੂੰ ਹੀ ਸੱਚ ਬਣ ਕੇ ਜਿਹੜਾ ਹੈਗਾ ਤੂੰ ਇੱਥੇ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਦਰਖਤ ਦੇ ਥੱਲੇ ਜਿਹੜੇ ਇਕੱਠੇ ਹੋਏ ਆ ਜਿਹੜੇ ਪਰਿੰਦੇ, ਇਹਨਾਂ ਨੂੰ ਹੀ ਸੱਚ ਸਮਝ ਰਹੇ ਆ ਪਿਆਰਿਆ, ਫਿਰ ਤਾਂ ਲੇਖੇ ਦੇ ਵਿੱਚ ਆ ਜਾਏਗਾ ਭਾਈ। ਮਾਲਕ ਨੇ ਤਾਂ ਬਈ ਤੈਨੂੰ ਦਿੱਤਾ ਹੈ ਸਾਰਾ ਕੁਛ, ਸਵਾਸ ਦਿੱਤਾ ਹੈ, ਸਰੀਰ ਦਿੱਤੇ ਹੈ, ਸਾਰਾ ਕੁਛ ਤੈਨੂੰ ਭੇਜਿਆ ਹੈ, ਮਨੁੱਖੀ ਜੂਨ ਦਿੱਤੀ ਹੈ, ਇਹਦਾ ਲੇਖਾ ਮੰਗਣਾ ਹੈ ਉਹਨੇ ਭਾਈ, ਕੀ ਕਰਕੇ ਆਇਆ। ਫੇੜੇ ਕਾ ਦੁੱਖ ਸਹਿ ਜੀਓ, ਔਰ ਜੋ ਕੁਛ ਜੋ ਵੀ ਅਵਗੁਣ ਜੋ ਕੁਛ ਵੀ ਕਰ ਰਹੇ ਆ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ, ਉਹ ਤੇਰੇ ਕੋਲੋਂ ਜਿਹੜਾ ਉਹੀ ਤੈਨੂੰ ਮਿਲਣਾ ਹੈਗਾ। ਦੁੱਖ ਸਹਿ, ਫੇੜੇ ਕਾ ਦੁੱਖ ਸਹਿ ਜੀਓ ਦਾ ਮਤਲਬ ਆ ਜੋ ਤੇਰੀ ਕਮਾਈ ਆ ਤੇਰੇ ਅੱਗੇ ਆ ਜਾਣੀ ਆ ਭਾਈ। ਪਾਛੇ ਕਿਸੇ ਪੁਕਾਰੇ ਪੀਓ ਪੀਓ, ਪਿੱਛੇ ਜੋ ਹੈ ਜੋ ਮਰਜ਼ੀ ਕਰੀ ਜਾ ਭਾਈ, ਜਿਹਨੂੰ ਮਰਜ਼ੀ ਪੁਕਾਰ ਲਾ। ਇਹ ਜਿਹੜੇ ਤੇਰੇ ਸਾਥੀ ਆ, ਰਿਸ਼ਤੇਦਾਰ ਆ, ਜਿੱਥੇ ਵੀ ਤੂੰ ਗਤੀ ਕਰ ਰਿਹਾ, ਇਹਦੇ ਵਿੱਚੋਂ ਤੈਨੂੰ ਇਸ ਜਗ੍ਹਾ ਤੇ ਕਿਸੇ ਦੇ ਨਾਲ ਕੁਛ ਨਹੀਂ ਮਿਲਣਾ, ਤੈਨੂੰ ਇਹਦੇ ਵਿੱਚ ਦੁਬਾਰਾ ਨਹੀਂ ਆ ਸਕਦਾ। ਜਿਹੜਾ ਤੇਰਾ ਬੈਂਕ ਬੈਲੈਂਸ ਹੈਗਾ ਦੁਬਾਰਾ ਤੂੰ ਸਾਈਨ ਨਹੀਂ ਆ ਕੇ ਕਰ ਸਕਦਾ ਭਾਈ। ਹਾਂਜੀ ਵੀਰ ਜੀ। ਆਵਾਜ਼ ਮੈਨੇ ਇੱਕ ਕੋਟ ਪੜ੍ਹਨੇ ਆ, ਸ਼ਾਇਦ ਕ੍ਰਿਸ਼ਨਾ ਦੀ ਕੋਟ ਹੀ ਲਿਖੀ, ਕਹਿੰਦੇ ਕਿ ਤੇਰੇ ਮਾਂ ਪਿਓ ਸੰਸਾਰ ਤੋਂ ਚਲ ਗਏ, ਤੂੰ ਉਹਨਾਂ ਲਈ ਪਾਠ ਕਰੀ ਜਾਂਦਾ, ਪੂਜਾ ਕਰੀ ਜਾਂਦਾ, ਦਾਨ ਵੀ ਕਰਦਾ, ਕੀ ਸੋਚਦਾ ਉਹਨਾਂ ਨੂੰ ਪਹੁੰਚਣਾ ਹੈ, ਨਹੀਂ ਪਹੁੰਚਣਾ ਉਹ। ਪਰ ਲੋਕੀ ਏਦਾਂ ਕਰਦੇ ਆ। ਕਿੱਦਾਂ ਪਹੁੰਚੂ ਨਿਜਰ ਸਾਹਿਬ? ਪਹੁੰਚ ਸਕਦਾ ਨਹੀਂ। ਇੱਥੇ ਟੈਲੀਫੋਨ ਤੋਂ ਭੇਜ ਦੋ ਮੇਰੇ ਲਈ 2-4 ਪੀਜੇ, ਆ ਜਾਣਗੇ ਮੇਰੇ ਕੋਲ। ਤੁਸੀਂ ਤੇ ਲੋਕਾਂ ਨੂੰ ਖਵਾ ਕੇ ਮੈਨੂੰ ਕਹਿ ਦੋ ਕਿ ਚਰਨਜੀਤ ਇਹਨਾਂ ਨੂੰ ਖਵਾਤਾ, ਤੇਰੇ ਕੋਲ ਰਾਸ਼ਨ ਪਹੁੰਚ ਗਿਆ। ਨਹੀਂ ਪਹੁੰਚ ਸਕਦਾ। ਪਹੁੰਚਣਾ ਉਹੀ ਹੈ ਜੋ ਤੁਸੀਂ ਆਪਣੇ ਹੱਥੀਂ ਕਰਨਾ ਹੈ, ਕਿਉਂਕਿ ਤੁਹਾਡਾ ਕੀਤਾ ਹੀ ਚੰਗਾ ਤੇ ਮਾੜਾ ਕਰਮ ਤੁਹਾਡੇ ਜੀਵਨ 'ਚ ਉਚਾਈ ਤੇ ਗਿਰਾਵਟ ਲਿਆਵੇਗਾ। ਮੇਰੀ ਚੰਗਿਆਈ ਮੇਰੇ ਕੋਲ ਹੀ ਰਹਿਣੀ ਹੈ, ਚਾਹੇ ਮੈਂ ਕਿਸੇ ਰੂਪ 'ਚ ਵੀ ਕਰ ਰਿਹਾ। ਏਦਾਂ ਨਹੀਂ ਹੋ ਸਕਦਾ, ਏਦਾਂ ਤੇ ਫਿਰ ਗੜਬੜ ਹੋ ਜੂ, ਫਿਰ ਉਹ ਸਿਸਟਮ ਨਹੀਂ ਹੋ ਸਕਦਾ। ਫਿਰ ਕਹਿੰਦੇ ਆ ਕਿ ਇਹ ਚੀਜ਼ਾਂ ਦਾ ਹੰਕਾਰ ਨਾ ਕਰੋ, ਤੇ ਲਿਖਿਆ ਨਿਜਰ ਸਾਹਿਬ ਨੇ ਸਮਝਾਤਾ। ਤੇ ਆਖਰੀ ਜਿਹੜਾ ਹੈ ਹਾਂ ਬੋਲਾਂ ਨੇ ਹਾਂ ਆਖਰੀ ਜਿਹੜੀ ਹੈਗੀ ਹੁਣ
ਉਹਨਾਂ ਦੀ ਜਿਹੜੀ ਹੈਗੀ ਆ ਰਵਿਦਾਸ ਜੀ ਦੀ ਭਗਤ ਜੀ ਦੀ ਆਖਰੀ ਜਿਹੜਾ ਬੰਦ ਦੇ ਵਿੱਚ ਪੂਰਾ ਦਾ ਪੂਰਾ ਨਿਚੋੜ ਦੇ ਰਹੇ ਕਿ ਹਾਲੇ ਵੀ ਸਮਾਂ ਹੈਗਾ ਪਿਆਰਿਆ, ਹਾਲੇ ਵੀ ਬਾਲ ਤੇਰੇ ਕੋਟ 'ਚ ਹੈਗੀ, ਹਾਲੇ ਵੀ ਕੁਛ ਕੀਤਾ ਜਾ ਸਕਦਾ ਹੈ। ਤੇਰੇ ਤੀਰ ਤੇਰੇ ਕੁਛ ਤੀਰ ਤੇਰੇ ਜਿਹੜੇ ਆ ਕਮਾਨ ਦੇ ਵਿੱਚ ਪਏ ਹੋਏ, ਹਾਲੇ ਪਿੱਛੇ ਜਿਹੜੇ ਤਰਕਸ਼ 'ਚ, ਹਾਲੇ ਵੀ ਉਹਨਾਂ ਨੂੰ ਸਹੀ ਸਮਝ ਕੇ ਸਹੀ ਤਰੀਕੇ ਨਾਲ ਚਲਾ ਲਾ ਉਹਨਾਂ ਨੂੰ। ਸਾਧੂ ਕੀ ਜੋ ਲੈ ਓਟ, ਨਹੀਂ ਪਤਾ ਕਿਵੇਂ ਚਲਾਉਣਾ ਹੈ, ਕਿਵੇਂ ਜੀਵਨ ਗੁਜ਼ਾਰਨਾ ਹੈ। ਅਤੇ ਬ੍ਰਹਮ ਗਿਆਨੀ ਜਿਹੜੇ ਹੈਗੇ, ਸਾਧੂ ਸਾਧਨਾ ਕਰਨ ਵਾਲੇ ਜਿਹੜੇ ਹੈਗੇ, ਉਹਨਾਂ ਨੇ ਜਿਹੜੇ ਹੈਗੇ ਮੀਲ ਪੱਥਰ ਰੱਖੇ ਹੋਏ ਆ, ਉਹਨਾਂ ਨੇ ਗਿਆਨ ਦਿੱਤਾ ਹੋਇਆ, ਲੈ ਲਾ ਉਹਨੂੰ ਗਿਆਨ, ਉਹਦੇ ਅਨੁਸਾਰ ਚੱਲ ਪਾ। ਤੇਰੇ ਮਿਟੇ ਜਾਂ ਪਾਪ ਸਭ ਕੋਟ ਕੋਟ, ਤੇਰੇ ਜਨਮਾਂ ਦੀਆਂ ਲੀਹਾਂ ਜਿਹੜੀਆਂ ਹੈਗੀਆਂ, ਜਨਮਾਂ ਦੇ ਤੇਰੇ ਜਿਹੜੇ ਸੰਸਕਾਰ ਜਿਹੜੇ ਹੈਗੇ, ਤੇਰੇ ਪਾਪ ਜਿਹੜੇ ਹੈਗੇ, ਤੇਰਾ ਕਾਰਨ ਸੀ ਜਨਮਾਂ ਤੋਂ ਬਣਾਇਆ ਹੋਇਆ ਜਿਹੜਾ ਹਾਥੀ ਵਰਗਾ, ਇਹ ਮਿਟ ਜਾਏਗਾ ਭਾਈ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਆ ਹੈਗੀ ਭਾਈ ਕਾਰਵਾਈ ਕਰਨ ਵਾਲੀ, ਆਪਣੇ ਅੰਦਰ ਵੜ ਜਾ, ਆਪਣੀ ਆਤਮਾ ਦੇ ਨੇੜੇ ਹੋ ਜਾ। ਪਰਮੇਸ਼ਰ ਜਿਹੜਾ ਤੇਰੇ ਅੰਦਰ ਹੈਗਾ, ਪਰਮੇਸ਼ਰ ਦਾ ਨਾਮ ਜਪਣਾ ਕੀ ਹੈ? ਮਾਲਕ ਦੇ ਨੇੜੇ ਹੋਣਾ, ਉਹਨੂੰ ਸਮਰਨ ਕਰਨਾ, ਉਹਦਾ ਧਿਆਨ ਕਰਨਾ। ਕਹਿੰਦੇ ਹਾਲੇ ਵੀ ਚਾਂਸ ਹੈਗਾ, ਹਾਲੇ ਵੀ ਸਮਾਂ ਹੈਗਾ, ਕਰ ਲਾ। ਤੇਰਾ ਜਾਤ ਪਾਤ ਸਾਰਾ ਜਨਮ ਮਰਨ ਜੋਨੀ, ਜੇ ਜੂਨਾਂ ਦੇ ਵਿੱਚ ਜਾਣਾ, ਸਾਰਾ ਦਾ ਸਾਰਾ ਖਤਮ ਹੋ ਜਾਏਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹਦਾ ਨਾਮ ਜਪਣਾ ਏਦਾਂ ਵਾ ਕਿ ਜਿਵੇਂ ਮਹਾਂਪਰਲੋ ਆ ਜੇ ਤੇ ਸਭ ਕੁਝ ਸ਼ਾਂਤ ਹੋ ਜਾਂਦਾ ਨਾ, ਕੁਛ ਨਹੀਂ ਰਹਿ ਜਾਂਦਾ, ਨਥਿੰਗਨੈਸ। ਧਿਆਨ ਸਿਮਰਨ ਦਾ ਮਤਲਬ ਇਹ ਹੋਇਆ ਕਿ ਨਥਿੰਗਨੈਸ ਚ ਚੱਲ ਜਾ। ਕੋਈ ਵਿਚਾਰ ਨਹੀਂ, ਸਭ ਤੇਰੇ ਵਿਚਾਰ ਹੀ ਸੰਸਾਰ ਨੂੰ ਪੈਦਾ ਕਰਦੇ ਆ। ਤੇਰੇ ਵਿਚਾਰ ਗਏ, ਸੰਸਾਰ ਵੀ ਗਿਆ। ਤੇ ਜਦੋਂ ਤੇਰੇ ਵਿਚਾਰ ਚੱਲ ਜਾਣਗੇ, ਨਥਿੰਗਨੈਸ ਚੱਲ ਜਾਏਗਾ, ਤੇ ਇਹੋ ਹੀ ਪ੍ਰਮਾਤਮਾ ਦੀ ਬਸ ਬਿਲਕੁਲ ਸਹੀ ਗੱਲ ਹੈ। ਹੋਰ ਕੋਈ ਭਗਤੀ ਨਹੀਂ ਜੋ, ਤੇ ਨਾ ਦੂਜੀ ਭਗਤੀ ਮੰਨੀ ਗਈ। ਕਿਉਂ? ਕਿਉਂਕਿ ਜਿੰਨਾ ਉਹ ਇੱਕ ਠੀਕ ਆ, ਉਹ ਵੀ ਇੱਕ ਸਟਾਰਟਿੰਗ ਤੇ ਲੋੜ ਹੈ, ਪਰ ਹਾਇਰ ਐਜੂਕੇਸ਼ਨ ਆਖਰੀ ਸਟੇਜ ਸਹਿਜ ਅਵਸਥਾ ਉਹ ਹੈ ਬ੍ਰਹਮਲੀਨ, ਬ੍ਰਹਮ ਚ ਲੀਨ ਹੋ ਜਾਣ। ਇਸ ਪ੍ਰਕਿਰਤੀ ਦਾ ਪ੍ਰਭਾਵ ਹੈ ਤੁਹਾਡੇ ਚਿੱਤ ਤੇ, ਤੁਹਾਡੇ ਕਾਰਨ ਸਰੀਰ ਤੇ, ਤੁਹਾਡੇ ਮਨ ਤੇ ਤੁਹਾਡੀ ਬੁੱਧੀ। ਇਹਨਾਂ ਤੋਂ ਅੱਗੇ ਨਿਕਲ ਜਾ ਬਸ। ਜਦੋਂ ਤੂੰ ਅੱਗੇ ਤੋਂ ਨਿਕਲ ਜਾਏਗਾ ਤਾਂ ਬਸ ਕੰਮ ਕਰ, ਗੇਮ ਆਪੇ ਸੁਲਝ ਜਾਣੀ ਹੈ, ਫਿਰ ਕੁਛ ਨਹੀਂ। ਤੇ ਜਦ ਤੱਕ ਤੂੰ ਪੀਵੇਂਗਾ ਨਹੀਂ, ਜਬ ਜਾਣਾ ਤਬ ਹੀ ਮਾਨਾ, ਜਿੰਨਾ ਚਿਰ ਤੂੰ ਜਾਣੇਗਾ ਨਹੀਂ ਉਹ ਚੀਜ਼ ਨੂੰ, ਤੈਨੂੰ ਨਹੀਂ ਪਤਾ ਲੱਗਣਾ, ਔਰ ਉੱਥੇ ਜਾਣ ਲਈ ਟਾਈਮ ਲੱਗਦਾ ਹੈ। ਕੋਈ ਮਾਮੂਲੀ ਚੀਜ਼ ਨਹੀਂ ਹੈ। 5 ਤੱਤਾਂ ਦਾ ਤੁਹਾਡਾ ਸਰੀਰ ਬਣਿਆ, ਤੇ 5 ਤੱਤਾਂ ਦੇ ਗੁਣ ਵੀ ਹੈ ਤੇ ਔਗੁਣ ਵੀ ਹੈ। ਉਹਦੇ ਅੰਦਰ ਤੁਹਾਡਾ ਵਿਚਾਰ ਮੰਡਲ ਚੱਲਦਾ ਹੈ, ਉਹਦੇ ਅੰਦਰ ਤੁਹਾਡਾ ਕਾਰਨ ਸਰੀਰ, ਤੁਹਾਡਾ A to Z ਜਿਹੜਾ ਸਟਰਕਚਰ ਆ, ਇਹਨਾਂ 5 ਤੱਤਾਂ ਦਾ ਬਣਿਆ। ਇਹ ਜੜ ਤੋਂ ਬਣਿਆ, ਇਸ ਕਰਕੇ ਜੜ ਦੇ ਵਿੱਚ ਆਪਣਾ ਜੀਵਨ ਬਤੀਤ ਹੁੰਦਾ। ਜੜ 'ਚ ਆਪਾਂ ਖੱਜਲ ਖੁਆਰ ਹੋ ਜਾਂਦੇ ਹਾਂ। ਵਿਚਾਰਾਂ ਨੂੰ ਰੋਕ ਜਾਣਾ ਹੀ ਜੀਵਨ ਦਾ ਸਭ ਤੋਂ ਵੱਡਾ ਕੰਮ ਹੈ। ਬਾਣੀ ਫੇਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਤੁਕ ਮੈਂ ਬੋਲਾਂਗਾ, ਇਸ ਤੁਕ ਤੋਂ ਬਿਨਾਂ ਇਹ ਗੱਲ ਕਲੀਅਰ ਨਹੀਂ ਹੁੰਦੀ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਬਸ ਦੂਜੀ ਗੱਲ, ਇਹ ਤੁਕ 'ਚ ਬ੍ਰਹਮ ਦੀ ਸਾਰੀ ਵਿਦਿਆ। ਤੇ ਜਿਹੜਾ ਬੰਦਾ ਵਿਚਾਰਾਂ ਨੂੰ ਮਾਰ ਲਏਗਾ, ਉਹਨੂੰ ਮਾਰਨ ਦਾ ਇੱਕੋ ਤਰੀਕਾ ਹੈ ਧਿਆਨ ਸਿਮਰਨ। ਵਿਚਾਰ ਉਹਨਾਂ ਚਿਰ ਮਾਰਨੇ ਨਹੀਂ ਜਿੰਨਾ ਚਿਰ ਤੁਸੀਂ ਜੀਵਨ ਨਾ ਸਹੀ ਕੀਤਾ। ਕਿਉਂਕਿ ਗਲਤ ਕੰਮ ਤੁਸੀਂ ਕਰਕੇ ਲੰਘਦੇ ਗਏ, ਉਹ ਗਲਤ ਤੇ ਗਲਤੀ ਰਹਿ ਨਾ, ਉਹ ਵਿਚਾਰ ਪੈਦਾ ਹੋ ਗਏ, ਉਹਨੇ ਵਿਚਾਰ ਪ੍ਰਗਟ ਕਰ ਦੇਣਾ। ਹਾਂ ਬਿਲਕੁਲ। ਤੇ ਜਦੋਂ ਤੁਸੀਂ ਆਪਣੇ ਜੋ ਹੀਰੇ ਦਾ ਮੋਤੀ ਆ ਤੁਸੀਂ ਨਹੀਂ ਪਾਉਂਦੇ, ਇੱਕ ਹੀਰਿਆਂ ਦਾ ਹਾਰ ਆ, ਉਹ 'ਚ 400-500 ਮੋਤੀ ਲੱਗਾ, ਤੁਸੀਂ 10 ਮੋਤੀ ਨਹੀਂ ਲਾਏ, ਉਹ ਮੋਤੀ ਤੁਹਾਡੀ ਜਗ੍ਹਾ ਕਿਹਨੇ ਲਾਉਣੇ ਆ? ਤੁਸੀਂ ਤੇ ਲਾਉਣੇ ਹੀ ਰਹਿ ਗਏ ਉੱਥੇ। ਇਸ ਕਰਕੇ ਜੀਵਨ ਨੂੰ ਬੜੀ ਸੁਚੇਤ ਔਰ ਚੇਤਨਾ ਦੇ ਨਾਲ ਬਤੀਤ ਕਰਨਾ ਹੀ ਜੀਵਨ ਦਾ ਸਭ ਤੋਂ ਵੱਡਾ ਸਾਰ ਹੈ। ਇਸ ਖਾਸ ਕਰਕੇ ਆਪਣੀਆਂ ਗੱਲਾਂ ਤੇ ਧਿਆਨ ਦਿਆ ਕਰੋ। ਜਦੋਂ ਪਤਾ ਲੱਗ ਜੇ ਕਿ ਥੋੜਾ ਹੰਕਾਰ 'ਚ ਹੈਗੀ ਹੈ ਗੱਲ, ਮੈਂ ਗੱਲ ਦੇ ਨਾਲ ਕੁਛ ਲਾ ਦਿੱਤਾ ਹੈ, ਫਿਰ ਸ਼ਾਂਤ ਹੋ ਜਾ ਕਰੋ, ਚੁੱਪ ਹੋ ਜਾਓ, ਸੌਰੀ ਕਹਿ ਕੇ ਇਹਨੂੰ ਕਹੇ ਮੈਨੂੰ ਨਹੀਂ ਪਤਾ ਲੱਗਾ, ਮੈਂ ਬੇਹੋਸ਼ ਹੋ। ਇਹ ਹੰਕਾਰ ਆ। ਹੰਕਾਰ ਦਾ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਨੂੰ ਖੁਦ ਪਤਾ ਲੱਗ ਜਾਣਾ ਮੈਂ ਹੰਕਾਰ ਦਾ ਇਸਤੇਮਾਲ ਕੀਤਾ ਹੈ ਲਫ਼ਜ਼ਾਂ ਦੇ ਵਿੱਚ। ਪਰ ਹੰਕਾਰ ਜਿਹੜਾ ਤੁਹਾਨੂੰ ਬ੍ਰਹਮ ਤੋਂ ਤੋੜ ਦਿੰਦਾ ਹੈ।
ਨੀਵੇਂ ਜਿੰਨਾ ਰਵਾਂਗੇ ਉਨਾ ਹੀ ਆਪਾਂ ਸੌਖੇ ਰਹੋ। ਨੀਵੇਂ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਆਪਣੀ ਹੋਂਦ ਨੂੰ ਖਤਮ ਕਰ ਦੇਣਾ। ਨੀਵੇਂ ਦਾ ਮਤਲਬ ਕਿ ਸਿੰਪਲ ਜੀਵਨ ਬਤੀਤ ਕਰੋ, ਸਿੰਪਲ ਜਾਓਗੇ ਸੌਖੇ ਰਹੋ। ਅੱਜ ਦੀ ਵਿਚਾਰ ਨੇਚਰ ਸਾਹਿਬ ਇੱਥੇ ਹੀ ਸਮਾਪਤ। ਹਾਂਜੀ ਬਿਲਕੁਲ, ਗੁਰੂ ਨਾਨਕ ਸਾਹਿਬ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਬਸ ਆਹੀ। ਹਾਂ ਮਿੱਠੀ ਫਿਰ ਤੁਸੀਂ ਦੌੜ ਤੋਂ ਬਾਹਰ ਨਿਕਲ ਜਾਂਦੇ ਜੇ ਨਾ। ਓਦਾਂ ਤੁਸੀਂ ਦੌੜ ਚ ਭੱਜੋਗੇ, ਫਿਰ ਦੌੜ ਚ ਤੁਹਾਡੇ ਮਨ ਚ ਇਹੋ ਰਹਿਣਾ ਕਿ ਮੈਂ ਅੱਗੇ ਰਵਾਂ, ਪਿੱਛੇ ਆ ਗਿਆ ਹੋਰ ਟੈਨਸ਼ਨ ਪੈ ਗਈ। ਤੇ ਜਦੋਂ ਤੁਸੀਂ ਸਹਿਜ ਮਾਰ ਕੇ ਜਾ ਗਏ, ਫਿਰ ਨਾ ਕੋਈ ਅੱਗੇ ਤੇ ਨਾ ਕੋਈ ਪਿੱਛੇ, ਅੱਧੇ ਕੇ ਅੱਗੇ ਤੇ ਅੱਧੇ ਕੇ ਪਿੱਛੇ, ਕੋਈ ਟੈਨਸ਼ਨ। ਠੀਕ ਹੈ, ਜੱਜ ਦੀ ਵਿਚਾਰੇ ਇੱਥੇ ਟਾਈਮ ਬਾਬਾ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਇੱਕ ਅਰਦਾਸ ਕਰਨੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਮੇਰ ਕਰੋ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਕਿਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨੇ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਇੱਕ ਅਰਦਾਸ ਆਈ ਹੈ ਦੇਹ ਨਿਰੋਗਤਾ ਦੇ ਲਈ। ਆਪ ਮਿਹਰ ਕਰੋ। ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਮਤ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਦਾ ਸੰਗੀਤ ਦੀ ਚੁੱਪ ਜੋ। ਵਾਹਿਗੁਰੂ 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 ਜੀ ਕਾ ਖਾਲਸਾ